ਗੁਰਦਿਆਲ ਸਿੰਘ ਹੋਰਾਂ ਬਾਰੇ ਮੈਂ ਇਹ ਕਹਿ ਸਕਦਾ ਕਿ ਵਿਸ਼ਵ ਪੱਧਰ ਦਾ ਪੰਜਾਬੀ ਸਾਹਿਤ ਜਿਸ ਨੂੰ ਅਸੀਂ ਆਪਣੇ ਸਮੇਂ 'ਚ ਕਹਿ ਸਕਦੇ ਹਾਂ, ਗੁਰਦਿਆਲ ਸਿੰਘ ਉਸ ਪੱਧਰ ਦਾ ਸਾਹਿਤ ਦੀ ਰਚਨਾ ਕਰਨ ਵਾਲੇ ਇੱਕ ਲੇਖਕ ਹੈ। ਇਸ ਲਈ ਜਦੋਂ ਮੈਨੂੰ ਡਾਕਟਰ ਗੁਰਮੁਖ ਸਿੰਘ ਹੋਰਾਂ ਨੇ ਕਿਹਾ ਕਿ ਤੁਸੀਂ ਬੋਲਣਾ ਹੈ, ਵੈਸੇ ਤਾਂ ਮੈਂ ਬਾਹਰਲਾ ਹੀ ਇੱਕ ਤਰ੍ਹਾਂ, ਕਿਉਂਕਿ ਪੰਜਾਬੀ ਸਾਹਿਤ ਤੇ ਮੇਰੀ ਕੋਈ ਐਕਸਪਰਟਿਜ਼ ਤਾਂ ਹੈ ਨਹੀਂ, ਤਾਂ ਮੈਨੂੰ ਲੱਗਿਆ ਕਿ ਇਹੀ ਗੱਲ ਮੈਂ ਤਾਂ ਕਰ ਸਕਦਾ ਕਿ ਮੈਂ ਗੁਰਦਿਆਲ ਸਿੰਘ ਹੋਰਾਂ ਨੂੰ ਪੜ੍ਹਦਾ ਕਿੱਦਾਂ। ਸੋ ਪਾਠਕ ਦੇ ਤੌਰ ਤੇ ਟਾਈਮ ਕਿਉਂਕਿ ਉਹਨਾਂ ਕੀ ਹੈ, ਔਰ ਗੁਰਦਿਆਲ ਸਿੰਘ ਉਹਨੇ ਲਿਖਦੇ ਇੰਨਾ ਖੂਬਸੂਰਤ ਹੈ ਔਰ ਇੰਨਾ ਗੁੰਨ ਕੇ ਲਿਖਦੇ ਹੈ ਕਿ ਇੱਕ ਚੈਪਟਰ ਵੀ ਅਗਰ ਗੱਲਬਾਤ ਹੋ ਜਾਏ ਤਾਂ ਬਹੁਤ ਹੈ। ਸੋ ਮੈਂ ਉਹਨਾਂ ਦਾ ਇੱਕੋ ਹੀ ਨੋਵੈਲਾ ਹੈ ਜਿਹੜਾ ਕਈ ਵਾਰੀ ਪੜ੍ਹਿਆ, ਜਦੋਂ ਗੁਰਵਿੰਦਰ ਦੀ ਫਿਲਮ ਆਈ ਉਦੋਂ ਵੀ ਪੜ੍ਹਿਆ, ਅਤੇ ਮੈਨੂੰ ਤਕਲੀਫ ਹੀ ਹੋਈ। ਪਹਿਲੇ ਮੈਂ ਜਦੋਂ ਟਰਾਂਸਲੇਸ਼ਨ ਕੀਤੀ ਸੀ ਪੁਸ਼ਪਿੰਦਰ ਸਿਆਲ ਅਤੇ ਰਾਣਾ ਨਾਇਰ ਨੇ, ਉਦੋਂ ਇੱਕ ਸੈਮੀਨਾਰ 'ਚ ਅੰਮ੍ਰਿਤਸਰ ਗਿਆ ਸੀ ਅਤੇ ਉੱਥੇ ਵੀ ਗੱਲ ਕੀਤੀ ਸੀ ਕਿ ਕਮੀਆਂ ਕੀ ਰਹਿ ਗਈਆਂ, ਕਿਉਂਕਿ ਜਿਹੜੇ ਵੱਡੇ ਲੇਖਕ ਹੁੰਦੇ ਆ ਉਹਨਾਂ ਨੂੰ ਅਨੁਵਾਦ ਕਰਨਾ ਵੀ ਬਹੁਤ ਔਖਾ ਹੁੰਦਾ ਹੈ, ਬਲਕਿ ਨਾਮੁਮਕਿਨ ਹੀ ਹੁੰਦਾ ਹੈ। ਦੂਸਰੀ ਗੱਲ ਹੈ ਕਿ ਸਾਹਿਤ ਦੀ ਕਿਰਤ ਉਦੋਂ ਜਸਟੀਫਾਈ ਹੁੰਦੀ ਹੈ ਜਦੋਂ ਉਹਨੂੰ ਨਾ ਫਿਲਮ ਬਣਾਇਆ ਜਾ ਸਕਦਾ ਤਾਂ ਨਾ ਉਹਨੂੰ ਗਾਇਆ ਜਾ ਸਕਦਾ, ਉਹਦਾ ਕੁਛ ਨਹੀਂ ਕੀਤਾ ਜਾ ਸਕਦਾ। ਉਹ ਜਿਸ ਮੀਡੀਅਮ 'ਚ ਜਿਸ ਜੌਨਰ 'ਚ ਬਣੀ ਹੈ ਉੱਥੇ ਹੀ ਰਹੇਗੀ, ਤਾਂ ਹੀ ਉਹ ਪੂਰੀ ਦੀ ਪੂਰੀ ਤੁਸੀਂ ਮਿਲ ਸਕਦੇ ਹੋ। ਸੋ ਪਹਿਲਾ ਸਵਾਲ ਮੈਂ ਚਾਹੁੰਦਾ ਕਿ ਅਸੀਂ ਇਹਦੇ ਬਾਰੇ ਸੋਚੀਏ ਕਿ ਗੁਰਦਿਆਲ ਸਿੰਘ ਹੋਰੀ ਲਿਖਦੇ ਕਿਹਦੇ ਲਈ ਹੈ, ਕਿਉਂਕਿ ਪਿਛਲੇ ਕੁਝ ਦਿਨਾਂ 'ਚ ਸਵਾਲ ਆਉਂਦਾ ਰਿਹਾ, ਜਦੋਂ ਮੈਂ ਪਹਿਲੇ ਵੀ ਇੱਥੇ 1-2 ਲੈਕਚਰ ਦੇਣ ਆਇਆ, ਕਿ ਜੇ ਪਾਠਕ ਨੂੰ ਬਹੁਤੀ ਸਮਝ ਨਾ ਹੋਵੇ ਤਾਂ ਕੀ ਕੀਤਾ ਜਾਏ। ਭਾਰਤੀ ਕਾਵਿ ਸ਼ਾਸਤਰ ਵਿੱਚ ਵੀ ਅਤੇ ਯੂਨਾਨੀ ਵਿੱਚ ਵੀ ਅਤੇ ਰੋਮਨ 'ਚ ਵੀ ਇਹ ਆਮ ਗੱਲ ਮੰਨੀ ਜਾਂਦੀ ਹੈ ਕਿ ਤੁਸੀਂ ਉਸ ਪਾਠਕ ਲਈ ਲਿਖਦੇ ਹੋ ਜਿਹਨੇ ਦੁਨੀਆ ਦੀ ਹਰ ਵਧੀਆ ਕਿਤਾਬ ਪੜ੍ਹੀ ਹੋਈ ਹੈ। ਭਾਵੇਂ ਅਜਿਹਾ ਪਾਠਕ ਨਹੀਂ ਹੁੰਦਾ, ਲੇਕਿਨ ਤੁਸੀਂ ਲਿਖਦੇ ਇੱਕ ਐਸਾ ਪਾਠਕ ਬਣ ਕੇ। ਲੇਖਕ ਨੂੰ ਇਹ ਫਾਇਦਾ ਹੁੰਦਾ ਹੈ ਕਿ ਉਹ ਆਪਣੇ ਲਈ ਇੰਨੇ ਉੱਚੇ ਮਾਪਦੰਡ ਸਥਾਪਿਤ ਕਰ ਲੈਂਦਾ ਹੈ ਕਿ ਉੱਥੇ ਤੱਕ ਪਹੁੰਚਦਾ ਉਹ ਕੁਛ ਤਾਂ ਕਰ ਹੀ ਲੈਂਦਾ ਹੈ, ਆਪਣੇ ਸੁਪਨੇ ਭਾਵੇਂ ਪੂਰੇ ਨਾ ਕਰ ਸਕੇ। ਗੁਰਦਿਆਲ ਸਿੰਘ ਹੋਰੀ ਕਿੰਨੇ ਸੂਖਮ ਤੇ ਡੂੰਘੇ ਤਰੀਕੇ ਨਾਲ ਤੇ ਕਿਸ ਵਿਸਤਾਰ ਨਾਲ ਲਿਖਦੇ ਆ। ਜਿਹੜੀ ਮੇਰੇ ਕੋਲ ਐਡੀਸ਼ਨ ਹੈ, ਤੀਸਰੀ ਐਡੀਸ਼ਨ ਹੈ ਅੱਧ ਚਾਨਣੀ ਰਾਤ ਦੀ, ਲਿਖਦੇ ਕਿ ਜਦੋਂ ਇਹਦਾ ਹਿੰਦੀ ਅਨੁਵਾਦ ਹੋਇਆ ਤਾਂ ਮੈਂ ਹਿੰਦੀ ਅਨੁਵਾਦ ਪੜ੍ਹਦੇ ਵਾਕ ਦੁਆਰਾ ਲਿਖਣ ਲੱਗ ਪਿਆ। ਜਦੋਂ ਇਹ ਐਡੀਸ਼ਨ ਤਿਆਰ ਹੁੰਦੀ ਸੀ ਤਾਂ ਮੈਂ ਇਸ ਦੇ ਵੀ ਵਾਕ ਦੁਆਰਾ ਲਿਖੇ। ਔਰ ਫਿਰ ਇੱਕ ਗੱਲ ਕਰਦੇ ਆ, ਕਹਿੰਦੇ ਕਿ ਕਿਹਾ ਜਾਂਦਾ ਹੈ ਕਿ ਚੰਗਾ ਲੇਖਕ ਉਹ ਹੁੰਦਾ ਹੈ ਜਿਸ ਦੇ ਇੱਕ ਵੀ ਸ਼ਬਦ ਨੂੰ ਤੁਸੀਂ ਛੇੜ ਨਹੀਂ ਸਕਦੇ। ਫਿਰ ਉਹ ਕਹਿੰਦੇ ਪਰ ਮੈਂ ਇੱਦਾਂ ਦਾ ਨਹੀਂ, ਮੈਂ ਫਿਰ ਵੀ ਛੇੜਦਾ ਰਹਿੰਦਾ ਆਪਣੇ ਲਿਖਿਆ ਨੂੰ, ਜਿਸ ਦਾ ਮਤਲਬ ਹੈ ਉਹ ਉਸੇ ਦਰਜੇ ਦੇ ਲੇਖਕ ਹੈ ਜਿਸ ਦੇ ਸ਼ਬਦ ਨੂੰ ਤੁਸੀਂ ਛੇੜ ਨਹੀਂ ਸਕਦੇ। ਹੁਣ ਸਵਾਲ ਇਹ ਨਹੀਂ ਹੈ ਕਿ ਉਹ ਜੇ ਸੁਹਿਰਦ, ਜਿਹਨੂੰ ਅਸੀਂ ਸੰਸਕ੍ਰਿਤ ਸਹਰਿਦੈ ਹੀ ਕਹਿੰਦੇ ਹਾਂ, ਸਹਰਿਦੈ ਹੁੰਦਾ ਹੈ ਕਿ ਮੈਂ ਬੰਦਾ ਹੁੰਦਾ ਜਿਸ ਦਾ ਦਿਲ ਆਪਣੀ ਥਾਂ ਤੇ ਹੋਵੇ, ਜਿਸ ਦਾ ਹਿਰਦਾ ਆਪਣੀ ਥਾਂ ਤੇ। ਹਿਰਦਾ ਉਹ ਹੁੰਦਾ ਜਿੱਥੇ ਤੁਸੀਂ ਹੁੰਦੇ ਹੋ, ਜਿੱਥੇ ਤੁਹਾਡੀ ਕੋਰ ਆਫ ਬੀਇੰਗ ਹੁੰਦੀ ਹੈ, ਤੁਹਾਡੀ ਹਸਤੀ ਦਾ ਸੱਤ ਹੁੰਦਾ ਹੈ। ਸਾਹਿਤ ਤੇ ਸੰਬੰਧ ਵਿੱਚ ਆਪਣੇ ਆਪ ਨੂੰ ਉੱਥੇ ਸਥਾਪਿਤ ਕਰਨਾ ਇੱਕ ਪਾਠਕ ਦੀ ਜ਼ਿੰਮੇਵਾਰੀ ਹੈ, ਪਰ ਉੱਥੇ ਪਾਠਕ ਪਹੁੰਚਦਾ ਕਿੱਦਾਂ ਹੈ? ਸੁਭਾਵਿਕ ਹੈ ਕਿ ਉਹ ਅਜਿਹਾ ਸਾਹਿਤ ਵੀ ਪੜ੍ਹਦਾ ਹੈ ਜਿਹੜਾ ਮਾੜਾ ਹੁੰਦਾ ਹੈ, ਸਭ ਤੋਂ ਉੱਚੇ ਦਰਜੇ ਦਾ ਨਹੀਂ ਹੁੰਦਾ, ਮੀਡੀਓਕਰ ਹੁੰਦਾ ਹੈ, ਕਿਉਂਕਿ ਉਹ ਕਾਬਲੀਅਤ ਹਾਸਲ ਕਰਨਾ ਵੀ ਓਨਾ ਹੀ ਔਖਾ ਕੰਮ ਹੈ ਜਿੰਨਾ ਲਿਖਣ ਦੀ ਕਾਬਲੀਅਤ ਹਾਸਲ ਕਰਨਾ ਹੈ। ਕਿਉਂਕਿ ਦੇਖੋ, ਰੀਡਰਸ਼ਿਪ ਵੀ ਕਮਾਈ ਜਾਂਦੀ ਹੈ ਜਿਸ ਤਰ੍ਹਾਂ ਰਾਈਟਿੰਗ ਕਮਾਈ ਜਾਂਦੀ, ਔਰ ਕਈ ਸਾਲ ਲੱਗਦੇ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਗੁਰਦਿਆਲ ਸਿੰਘ ਹੋਰੀ ਉਸ ਲਈ ਲਿਖਦੇ ਆ ਜਿਹਨੇ ਦੁਨੀਆ ਦੀਆਂ ਸਭ ਤੋਂ ਵਧੀਆ ਕਿਤਾਬਾਂ ਪੜ੍ਹੀਆਂ ਹੋਈਆਂ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਦੂਸਰੇ ਪੜ੍ਹ ਨਹੀਂ ਸਕਦੇ। ਸਿਰਫ ਇੰਨਾ ਹੈ ਕਿ ਤੁਸੀਂ ਆਪਣੀ ਯੋਗਤਾ ਅਨੁਸਾਰ, ਸਮਰੱਥਾ ਅਨੁਸਾਰ ਉਹਦੇ ਅਰਥ ਤੇ ਉਸ ਦਾ ਸਵਾਦ ਹਾਸਲ ਕਰ ਸਕਦੇ ਹੋ। ਇੱਕ ਟੈਸਟ ਇਹ ਹੁੰਦਾ ਕਲਾਸਿਕ ਦਾ ਕਿ ਤੁਸੀਂ ਉਹਨੂੰ ਬਾਰ-ਬਾਰ ਪੜ੍ਹਨਾ ਚਾਹੁੰਦੇ ਹੋ। ਇਸੇ ਲਈ ਨਹੀਂ ਪੜ੍ਹਨਾ ਚਾਹੁੰਦੇ ਕਿ ਤੁਹਾਨੂੰ ਸਮਝ ਨਹੀਂ ਆਇਆ। ਸਮਝ ਆਇਆ
ਪਰ ਉਸ ਸਮਝ ਤੋਂ ਅੱਗੇ ਵੀ ਕੋਈ ਸਮਝਣ ਵਾਲਾ ਸੀ ਜਿਹੜਾ ਦੁਬਾਰਾ ਪੜ੍ਹੋਗੇ ਕਿਸ ਵੇਲੇ ਤਾਂ ਆਏਗਾ। C.S. ਲੂਇਸ ਨੇ ਕਿਹਾ ਸੀ ਕਿ ਚੰਗੀਆਂ ਕਿਤਾਬਾਂ ਹਰ 10 ਸਾਲ ਵਿੱਚ ਇੱਕ ਵਾਰੀ ਮੁੜ ਕੇ ਪੜ੍ਹ ਲੈਣੀਆਂ ਚਾਹੀਦੀਆਂ, ਫਿਰ ਸਮਝ ਆਉਂਦੀ ਹੈ ਵੀ ਅਸੀਂ ਕਿਤੇ ਅੱਗੇ ਜਾਂਦੇ ਵੀ ਪਏ ਹਾਂ, ਕੁਝ ਹੋਰ ਸਮਝਦੇ ਵੀ ਪਏ ਹਾਂ, ਕੁਝ ਛੱਡ ਵੀ ਦਿੱਤਾ ਸੀ ਤੇ ਕਿੱਥਾਂ ਲੱਭ ਕੇ ਲੈ ਕੇ ਆਉਣਾ। ਸੋ C.S. ਲੂਇਸ ਦਾ ਇੱਕ ਜ਼ਿਕਰ ਆਉਂਦਾ ਹੈ ਕਿ ਜਦੋਂ ਉਹਨਾਂ ਨੇ ਪਹਿਲੀ ਵਾਰੀ ਵਾਰ ਐਂਡ ਪੀਸ ਪੜ੍ਹਿਆ, ਹੁਣ C.S. ਲੂਇਸ ਮੈਂ ਪਹਿਲੀ ਵਾਰੀ ਪਰਿਚਿਤ ਹੋਇਆ ਜਦੋਂ ਮੈਂ MA ਕਰਦਾ ਹੁੰਦਾ ਸੀ, ਉਹਨਾਂ ਦੀ ਕਿਤਾਬ ਸੀ ਇੱਕ ਮਿਲਟਨ ਦੇ ਉੱਪਰ। ਸਾਨੂੰ ਨਹੀਂ ਸੀ ਪਤਾ ਉਹ ਕਿੰਨੇ ਵੱਡੇ ਆਦਮੀ, ਇਹ ਉਹ ਆਦਮੀ ਹੈ ਜਿਸ ਨੇ 6 ਸਾਲ ਦੀ ਉਮਰ ਦੇ ਵਿੱਚ ਮਿਲਟਨ ਦੀ ਪੈਰਾਡਾਈਜ਼ ਲੌਸਟ ਸਾਰੀ ਯਾਦ ਕਰ ਲਈ ਸੀ। ਆਕਸਫੋਰਡ ਯੂਨੀਵਰਸਿਟੀ ਤੋਂ ਇਹ 1963 'ਚ ਰਿਟਾਇਰ ਹੁੰਦੇ ਆ, ਉਸ ਸਾਲ ਡੈਥ ਹੁੰਦੀ ਹੈ। 54 ਦੇ ਵਿੱਚ ਮੀਡੀਵਲ ਲਿਟਰੇਚਰ ਦੇ ਪ੍ਰੋਫੈਸਰ ਬਣਦੇ ਆ, ਰੋਜ਼ 7 ਘੰਟੇ ਲਾਇਬ੍ਰੇਰੀ 'ਚ ਬੈਠ ਕੇ ਪੜ੍ਹਦੇ ਆ, ਸ਼ਾਮ ਨੂੰ 2 ਘੰਟੇ ਫਿਰ ਪੜ੍ਹਦੇ ਆ। ਉਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਤੁਸੀਂ ਉਹਨਾਂ ਦੇ ਘਰ ਦੀ ਲਾਇਬ੍ਰੇਰੀ 'ਚ ਜਾਂਦੇ ਸੀ, ਕੋਈ ਕਿਤਾਬ ਚੁੱਕਦੇ ਸੀ, ਕੋਈ ਲਾਈਨ ਪੜ੍ਹਦੇ ਸੀ ਤਾਂ ਉਹ ਤੁਹਾਨੂੰ ਕਈ ਵਾਰੀ ਸਫਾ ਦਾ ਨੰਬਰ ਵੀ ਦੱਸ ਦਿੰਦੇ ਸੀ, ਤਾਂ ਕੰਟੈਕਸਟ ਵੀ ਸਮਝਾ ਦਿੰਦੇ ਸੀ, ਭਾਵੇਂ ਉਹਨਾਂ ਨੇ 20 ਸਾਲ ਪਹਿਲੇ ਦੇਖੀ ਹੁੰਦੀ ਸੀ। ਸੋ ਉਹ ਬੱਚਿਆਂ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਪੜ੍ਹਦੇ ਜਦੋਂ ਟੋਲਸਟੋਏ ਨੂੰ ਪੜ੍ਹਦੇ, ਕਹਿੰਦੇ ਕਿ ਮੈਨੂੰ ਫਿਰ ਸਮਝ ਆਈ ਕਿ ਨਾਵਲ ਹੁੰਦਾ ਕੀ ਹੈ। ਕਹਿੰਦੇ ਕਿ ਐਸਾ ਨਾਵਲ ਹੈ ਜਿਸ ਦੇ ਵਿੱਚ ਨੈਰੇਟਿਵ ਲਸਟ ਨਹੀਂ ਹੈ। ਦੇਖੋ ਨੈਰੇਟਿਵ ਲਸਟ ਕੀ ਹੁੰਦੀ ਹੈ ਕਿ ਫਿਰ ਕੀ ਹੋਇਆ, ਅਗਲਾ ਸਫਾ ਖੋਲ ਕੇ ਦੇਖੋ ਅਗਲੇ ਚੈਪਟਰ 'ਚ ਕੀ ਹੈ। ਕਹਿੰਦਾ ਉਹ ਨਾਵਲ ਹੈ ਜਿਹੜਾ ਤੁਹਾਡੀ ਇਸ ਬਿਰਤਾਂਤ ਦੀ ਵਾਸਨਾ ਨੂੰ ਖਤਮ ਹੀ ਕਰ ਦਿੰਦਾ। ਤੁਸੀਂ ਅੱਗੇ ਦੇਖਣਾ ਨਹੀਂ ਚਾਹੁੰਦੇ, ਜਿੱਥੇ ਪੜ੍ਹਦੇ ਪਏ ਉੱਥੇ ਟਿਕ ਕੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ, ਹੌਲੀ ਹੌਲੀ ਚੱਲਦੇ ਹੋ। ਗੁਰਦਿਆਲ ਸਿੰਘ ਹੋਣਾ ਦੇ ਅਧੂਰਾ ਕਹਾਣ ਦੇ ਵਿੱਚ ਮੈਨੂੰ ਬਾਰ-ਬਾਰ ਇਹ ਮਹਿਸੂਸ ਹੁੰਦਾ ਕਿ ਤੁਸੀਂ ਅੱਗੇ ਨਹੀਂ ਜਾਣਾ ਚਾਹੁੰਦੇ, ਕਿਉਂਕਿ ਅੱਗੇ ਜਾਣ ਦਾ ਇੱਕ ਕਾਰਨ ਇਹ ਹੁੰਦਾ ਹੈ ਕਿ ਤੁਸੀਂ ਜੋ ਹੈ ਉਸ ਨਾਲ ਸੰਤੁਸ਼ਟ ਨਹੀਂ ਹੁੰਦੇ। ਇਸ ਗੱਲ ਤੇ ਅਸੀਂ ਦੁਬਾਰਾ ਆਵਾਂਗੇ ਕਿ ਇਹਦੇ ਅੱਗੋਂ ਅਰਥ ਕੀ ਹੈ। ਹੁਣ ਸਵਾਲ ਹੈ ਕਿ ਜਿਸ ਨੂੰ ਅਸੀਂ ਗਤੀਸ਼ੀਲਤਾ ਕਹਿੰਦੇ ਹਾਂ ਕਿਸੇ ਨੈਰੇਟਿਵ ਦੀ, ਕਿਸੇ ਵੀ ਨੈਰੇਟਿਵ, ਭਾਵੇਂ ਕਵਿਤਾ ਹੈ, ਭਾਵੇਂ ਉਹ ਦੋਹਾ ਹੈ, ਗਜ਼ਲ ਹੈ, ਪੇਸ ਨੂੰ ਟੈਂਪੋ ਵੀ ਕਿਹਾ ਜਾਂਦਾ ਹੈ। ਪਰ ਕਿਸ ਗਤੀ ਤੇ ਗੱਡੀ ਚੱਲਦੀ ਹੈ, ਕਥਾ ਚੱਲਦੀ ਹੈ, ਵਿਚਾਰ ਚੱਲਦਾ ਹੈ। ਨੀਚੇ ਕਹਿੰਦਾ ਹੁੰਦਾ ਸੀ ਕਿ ਸਟਾਈਲ ਦੇ ਕੇਂਦਰ ਦੇ ਵਿੱਚ ਟੈਂਪੋ ਹੈ ਜਾਂ ਪੇਸ ਹੈ। ਜਦੋਂ ਅਸੀਂ ਗੁਰਦਿਆਲ ਸਿੰਘ ਨੂੰ ਪੜ੍ਹਦੇ ਹਾਂ ਤਾਂ ਜ਼ਰਾ ਸੋਚ ਕੇ ਦੇਖੋ ਕਿ ਉਹ ਪੇਸ ਕਿੱਦਾਂ ਦੀ ਤੇ ਕਿੱਥੇ ਹੈ। ਬੜੀ ਅਜੀਬ ਗੱਲ ਹੈ ਕਿ ਉਸ ਪੇਸ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਬਹੁਤ ਹੀ ਅਨੋਖਾ ਇਨਰਸ਼ੀਆ ਹੈ, ਜਿਵੇਂ ਹੈ ਕਿ ਇੱਕ ਚਟਾਨ ਪਈ ਹੋਈ ਹੈ ਤੇ ਸਦੀਆਂ ਤੋਂ ਪਈ ਹੋਈ ਹੈ, ਕਿ ਕਹਾਣੀ ਚੱਲਦੀ ਹੋ ਨਹੀਂ ਪਈ ਕਿਤੇ। ਔਰ ਮੈਂ ਸੱਚੀ ਦੱਸਾਂ ਕਿ ਮੈਂ ਸੋਚਦਾ ਸੀ ਸਸਪੈਂਸ ਤਾਂ ਹੈਗੀ ਹੈ, ਪਰ ਇਹ ਸਸਪੈਂਸ ਹੈ ਕਿੱਦਾਂ ਦੀ ਹੈ। ਤੁਸੀਂ ਜਦੋਂ ਧਿਆਨ ਨਾਲ ਇਸ ਚੈਪਟਰ ਨੂੰ ਪੜ੍ਹਦੇ ਹੋ ਤਾਂ ਇਹਦਾ ਨੈਰੇਟਿਵ ਪਿੱਛੇ ਨੂੰ ਚੱਲਦਾ ਪਿਆ, ਅੱਗੇ ਨੂੰ ਨਹੀਂ ਜਾ ਰਿਹਾ। ਅੱਗੇ ਨੂੰ ਤਾਂ ਜਾਣਾ ਜਦੋਂ ਅਗਲਾ ਚੈਪਟਰ ਸ਼ੁਰੂ ਹੋਏਗਾ। ਦੇਖੋ ਗੁਰਦਿਆਲ ਸਿੰਘ ਉਹਨਾਂ ਨੇ ਕਿੰਨਾ ਚਮਤਕਾਰ ਕੀਤਾ ਹੈ ਕਿ ਕਹਾਣੀ ਚੱਲਦੀ ਵੀ ਪਈ ਹੈ ਪਰ ਉਹ ਪਿੱਛੇ ਨੂੰ ਚੱਲਦੀ ਪਈ ਹੈ। ਹੌਲੀ 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 ਨਾ ਬੁਝਾਰਤਾਂ ਦੇ ਵਿੱਚ ਇਸ਼ਾਰੇ ਕਰਦੀ ਪਈ ਇੱਥੇ ਕੁਝ ਹੋਇਆ ਹੋਇਆ ਹੈ, ਇਹ ਬੰਦਾ ਕਿੱਥੋਂ ਆਇਆ ਹੋਇਆ ਹੈ, ਕੁਝ ਲੱਭਦਾ ਪਿਆ ਹੈ, ਪਿੰਡ ਦਾ ਆਪਣਾ ਹੈ, ਬਦਲ ਗਿਆ ਹੈ, ਕਿਉਂ ਬਦਲ ਗਿਆ ਹੈ, ਉਹ ਕੌਣ ਹੈ ਜਿਹਨਾਂ ਦੇ ਘਰ ਹੈ। ਸੋ ਪੇਸ ਹੈ, ਇਨਰਸ਼ੀਆ ਦੇ ਵਿੱਚ ਡੁੱਬੀ ਹੋਈ ਪੇਸ ਹੈ, ਔਰ ਸਸਪੈਂਸ ਹੈ, ਪਰ ਜੋ ਹੋਣਾ ਹੈ ਉਹਦੇ ਬਾਰੇ ਨਹੀਂ, ਜੋ ਹੋ ਚੁੱਕਾ ਹੈ ਉਹਦੇ ਬਾਰੇ। ਕੁਛ ਏਦਾਂ ਦੀ ਪਰ ਬਿਲਕੁਲ ਅਲੱਗ ਤਰ੍ਹਾਂ ਦਾ ਇੱਕ ਹੋਰ ਨੋਵੈਲਾ ਹੈ ਗੈਬਰੀਅਲ ਗਾਰਸ਼ੀਆ ਮਾਰਕੁਇਸ ਦਾ, ਕ੍ਰੋਨਿਕਲਸ ਆਫ ਏ ਡੈਥ ਫੋਰਟੋਲਡ। ਪਹਿਲੇ ਵਾਕ ਦੇ ਵਿੱਚ ਹੀ ਕਹਿੰਦਾ ਕਿ ਅੱਜ ਇਸ ਬੰਦੇ ਦਾ ਕਤਲ ਹੋਣਾ ਹੈ, ਇੰਨੇ ਵਜੇ ਹੋਣਾ ਹੈ, ਤੈਨੂੰ ਫਲਾਣਾ ਬੰਦਾ ਛੁਰੇ ਨਾਲ ਮਾਰ ਕੇ ਜਾਏਗਾ। ਤੁਸੀਂ ਉਸ ਕਿਤਾਬ ਨੂੰ ਮੁਕਾਏ ਬਗੈਰ ਉੱਠ ਨਹੀਂ ਸਕਦੇ, ਤੁਹਾਨੂੰ ਪਤਾ ਲੱਗ ਗਿਆ ਇਹਨੇ ਖਤਮ ਕਿੱਥੇ ਹੋਣਾ ਹੈ। ਔਰ ਕਮਾਲ ਦੀ ਗੱਲ ਹੈ ਕਿ ਸਾਰੇ ਪਿੰਡ ਨੂੰ ਪਤਾ ਕਿ ਅੱਜ ਦਾ ਕਤਲ ਹੋਣਾ ਹੈ, ਉਹਦੇ ਘਰਦਿਆਂ ਨੂੰ ਪਤਾ ਕਤਲ ਹੋਣਾ, ਉਸ ਬੰਦੇ ਤੱਕ ਨਹੀਂ ਖਬਰ ਆਉਂਦੀ ਕਿ ਮੇਰਾ ਕਤਲ ਹੋਣਾ ਹੈ। ਸਾਰੇ ਉਹਨੂੰ ਮਿਲਦੇ ਆ, ਪਰ ਉਹਨੇ ਕਹਾਣੀ ਬਣਾਈ ਅਸੀਂ। ਤੁਸੀਂ ਹੈਰਾਨ ਹੋ ਜਾਂਦੇ ਹੋ ਵੀ ਇਦਾਂ ਵੀ ਹੋ ਸਕਦਾ ਹੈ, ਪਰ ਹੁੰਦਾ। ਔਰ ਨੋਵੈਲਾ ਮੁਕਣਾ ਕਿੱਥੇ, ਉਹ ਵੀ ਤੁਹਾਨੂੰ ਪਹਿਲੇ ਵਾਕ 'ਚ ਦੱਸਦਾ ਗਿਆ। ਸੋ ਇਹ ਸੋਚਣ ਦੀ ਲੋੜ ਹੈ ਕਿ ਇਹ ਜਿਹੜੀ ਕਾਰੀਗਰੀ ਹੈ ਕਹਾਣੀ
ਕਹਿਣ ਦੀ, ਉਹ ਸਿਰਫ ਕਹਾਣੀ ਕਹਿਣ ਦੀ ਕਾਰੀਗਰੀ ਨਹੀਂ, ਸਮੇਂ ਦੇ ਨਾਲ, ਗਤੀਸ਼ੀਲਤਾ ਦੇ ਨਾਲ ਔਰ ਪਾਠਕ ਦੇ ਮਨੋਵਿਗਿਆਨ ਨੂੰ ਸਮਝਣ ਦੇ ਨਾਲ ਇੱਕ ਖਾਸ ਤਰ੍ਹਾਂ ਦੀ ਰਚਨਾ ਹੁੰਦੀ ਹੈ ਜਿਹੜੀ ਬਾਰ-ਬਾਰ ਨਹੀਂ ਹੋਣੀ। ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਦੀਆਂ ਕਿਤਾਬਾਂ ਬਾਰ-ਬਾਰ ਲਿਖੀਆਂ ਨਹੀਂ ਜਾਂਦੀਆਂ। ਫਿਰ ਜਿਹੜੀ ਉਹ ਗਤੀਸ਼ੀਲਤਾ ਹੈ, ਜਿਹੜੀ ਪੇਸ ਹੈ, ਜਿਹੜੀ ਮੂਵਮੈਂਟ ਹੈ, ਤੁਸੀਂ ਧਿਆਨ ਨਾਲ ਦੇਖੋ ਤਾਂ ਉਹ ਘੁੰਮ ਕੇ ਅੰਦਰ ਨੂੰ ਜਾਂਦੀ ਪਈ। ਨੈਰੇਟਿਵ ਪਿੱਛੇ ਨੂੰ ਜਾ ਰਿਹਾ ਹੈ ਤੇ ਅੰਦਰ ਨੂੰ ਜਾ ਰਹੀ ਹੈ। ਜਿਉਂ-ਜਿਉਂ ਉਹ ਚੈਪਟਰ ਚੱਲੀ ਜਾਂਦਾ ਹੈ, ਤੁਸੀਂ ਔਰ ਉਸ ਬੰਦੇ ਦਾ ਨਾਂ ਹੀ 14-15 ਸਫ਼ਿਆਂ ਬਾਅਦ ਦੱਸਿਆ ਜਾਂਦਾ ਹੈ ਕੌਣ ਹੈ, ਕਿ ਮੋਦਨ ਦਾ ਨਾਂ ਹੀ ਨਹੀਂ ਆਉਂਦਾ, ਕਿਸੇ ਦਾ ਵੀ ਨਾਮ ਨਹੀਂ ਆਉਂਦਾ। ਇਹ ਵੀ ਅਜੀਬ ਗੱਲ ਹੈ ਕਿ ਉਹ ਕੌਣ ਬੰਦੇ ਹੈ। ਕਹਾਣੀ ਸੁਣਾਣੀ ਹੈ ਜਿਸ ਦੇ ਵਿੱਚ ਕੋਈ ਨਾਮ ਹੀ ਨਾ ਹੋਵੇ, ਨਾ ਪਿੰਡ ਦਾ ਨਾਮ ਹੋਵੇ, ਕੋਈ ਨਾ ਅੱਡੇ ਦਾ ਨਾਮ ਹੋਵੇ, ਨਾ ਬੰਦੇ ਦਾ ਨਾਮ ਹੋਵੇ, ਨਾ ਜਿਹੜਾ ਉਹਨੂੰ ਮਿਲਿਆ ਉਹਦਾ ਨਾਮ ਹੋਵੇ, ਕਹਾਣੀ ਚੱਲੀ ਜਾਏ। ਪ੍ਰੋਨਾਊਨ ਆਪਣੇ ਆਪ 'ਚ ਕੀ, ਅਸੀਂ ਕਹਿੰਦੇ ਹੁੰਦੇ ਹਾਂ ਕਿ ਲਿੰਗੁਇਸਟਿਕਸ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜਿਹੜਾ ਪ੍ਰੋਨਾਊਨ ਆਈ ਹੈ ਉਹ ਸਾਨੂੰ ਡਿਸਪਲੇਸ ਕਰਦਾ ਹੈ। ਜਦੋਂ ਮੈਂ ਕਹਿੰਦਾ ਹਾਂ ਤਾਂ ਮੈਂ ਆਪਣੀ ਆਤਮ ਹੱਤਿਆ ਕਰਕੇ ਮੈਂ ਕਹਿੰਦਾ, ਕਿਉਂਕਿ ਮੈਂ ਇੱਕ ਐਸਾ ਪੜਨਾਂਵ ਹੈ ਜਿਹੜਾ ਹਰ ਕੋਈ ਇਸਤੇਮਾਲ ਕਰਦਾ। ਸੋ ਮੇਰੀ ਵਿਲੱਖਣਤਾ ਖਤਮ ਹੋਣਾ ਮੇਰੇ ਮੈਂ ਕਹਿਣ ਦੀ ਪਹਿਲੀ ਸ਼ਰਤ ਹੈ ਕਿ ਮੈਂ ਕੁਛ ਵੀ ਨਾ ਰਹਿ ਕੇ ਮੈਂ ਹੁੰਦਾ। ਉਸ ਤੋਂ ਬਾਅਦ ਮੇਰੀ ਮੈਂ ਬਣਨ ਦੀ ਯਾਤਰਾ ਮੁੜ ਕੇ ਸ਼ੁਰੂ ਹੋਣੀ। ਤਾਂ ਇਹ ਕੈਸੀ ਕਹਾਣੀ ਹੈ ਜਿਸ ਦੇ ਵਿੱਚ ਕੋਈ ਨਾਮ ਹੀ ਨਹੀਂ, ਕੋਈ ਨਾਮ ਹੀ ਨਹੀਂ, ਔਰ ਫਿਰ ਵੀ ਉਹ ਕਹਾਣੀ। ਫਿਰ ਕੌਨਫਲਿਕਟ ਦੇਖੋ, ਜਿਹਨੂੰ ਤੁਸੀਂ ਕਹਿੰਦੇ ਹੁੰਦੇ ਹੋ ਕਿ ਨਾਟਕ ਦੀ ਰੂਹ ਕੌਨਫਲਿਕਟ ਹੁੰਦਾ, ਸੰਘਰਸ਼ ਹੁੰਦਾ, ਸ਼ਬਦ ਦਾ ਤੇ ਅਰਥ ਦਾ, ਸ਼ਬਦ ਦੇ ਅਲੱਗ-ਅਲੱਗ ਥਾਂ ਤੇ ਕੀਤੇ ਗਏ ਇਸਤੇਮਾਲ ਦਾ, ਚਿੰਤਾ ਦਾ ਤੇ ਵਿਸ਼ਵਾਸ ਦਾ। ਜੇ ਤੁਸੀਂ ਲਿਸਟ ਬਣਾਉਣ ਲੱਗੋ ਤਾਂ ਇੱਕ ਲਿਸਟ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗਾ ਜਿਹੜੀ ਮੈਂ ਬਣਾਈ ਹੈ ਕਿ ਕੌਨਫਲਿਕਟ ਕਿੰਨੇ ਪੱਧਰਾਂ ਤੇ। ਇੱਕ ਤਾਂ ਉਹ ਹੈ ਜਿਹਨਾਂ ਨੂੰ ਉਹ ਕਹਿੰਦਾ ਹੈ ਕਿ ਉਹਨਾਂ ਦੇ ਘਰ, ਤੇ ਤੁਸੀਂ ਸਮਝ ਆਉਂਦੇ ਹੋ ਉਹਨਾਂ ਦੇ ਕਿਹਨਾਂ ਦੇ ਤੇ ਅਸੀਂ ਕੌਣ ਹੈਗੇ ਆ, ਕਿਸ ਤਰ੍ਹਾਂ ਦੀ ਉਹ ਗੱਲਬਾਤ ਕਰਦਾ ਹੈ ਔਰ ਗਾਲਾਂ ਵੀ ਨਹੀਂ ਕੱਢਦਾ। ਫਿਰ ਬੀਤੇ ਤੇ ਵਰਤਮਾਨ ਨਾਲ ਹੈ, ਫਿਰ ਜੋ ਆਉਣ ਵਾਲਾ ਹੈ ਤੇ ਵਰਤਮਾਨ ਨਾਲ ਹੈ, ਫਿਰ ਪਛਾਣ ਤੇ ਪਛਾਣ ਨੂੰ ਲੁਕਾਉਣ ਨਾਲ ਹੈ, ਫਿਰ ਜੇਲ੍ਹ ਦੇ ਵਿੱਚ ਕੈਦ ਲੋਕਾਂ ਦੇ ਅਸਲੀ ਚਰਿੱਤਰ ਤੇ ਜੋ ਉਹਨਾਂ ਦਾ ਸਟੀਰੀਓਟਾਈਪ ਹੈ ਉਹਦੇ ਬਾਰੇ। ਯਾਦ ਕਰੋ ਕਿ ਜਿਸ ਬੰਦੇ ਨੂੰ ਉਹ ਯਾਦ ਕਰਦਾ ਪਿਆ ਕੋਠੜੀ 'ਚ ਹੁੰਦਾ ਸੀ, ਫਿਰ ਉਹ ਕਿੰਨਾ ਵਧੀਆ ਆਦਮੀ ਸੀ, ਕਹਿੰਦਾ ਆਪਾਂ ਤਾਂ ਸਹੁਰੇ ਆਏ ਹੋਏ ਹਾਂ, ਔਰ ਕਿੰਨੇ ਆਰਾਮ ਨਾਲ ਕਹਿੰਦਾ ਕਿ ਮੇਰੀ ਘਰ ਵਾਲੀ ਛੋਟੇ ਨੇ ਸੰਭਾਲ ਲਈ ਸੀ, ਕਹਿੰਦਾ ਮੈਂ ਆ ਕੇ ਕੋਈ ਨਹੀਂ, ਆ ਕੇ ਮੈਂ ਆਪਣੇ ਜੇਠ ਦੇ ਪੈਰੀ ਹੱਥ ਲਾ ਲਿਆ। ਇਸ ਨੂੰ ਅਸੀਂ ਨਾ ਸੋਸ਼ੀਓਲੋਜੀ ਵਗੈਰਾ ਤੋਂ ਪਰੇ ਕਰਕੇ, ਅਗਰ ਸੱਭਿਆਚਾਰ ਤੋਂ ਪਰੇ ਕਰਕੇ ਸਿਰਫ ਹਿਊਮਨਿਜ਼ਮ ਦੇ ਪੱਧਰ ਤੇ, ਮਾਨਵਤਾਵਾਦੀ ਪੱਧਰ ਤੇ ਪੜ੍ਹ ਕੇ ਦੇਖੀਏ ਤਾਂ ਤੁਸੀਂ ਦੇਖੋ ਕਿ ਉਹ ਬੰਦਾ ਕਿੰਨਾ ਖੂਬਸੂਰਤ ਚਰਿੱਤਰ ਹੋਏਗਾ ਜਿਸ ਨੇ ਜ਼ਿੰਦਗੀ ਦਾ ਕੀ ਕੁਝ ਕਬੂਲ ਕੀਤਾ ਹੋਇਆ, ਔਰ ਹੈਗਾ ਕਿ ਇੱਥੇ ਜੇਲ੍ਹ ਦੀ ਕੋਠੜੀ 'ਚ ਬੈਠਾ। ਔਰ ਕਮਾਲ ਦੀ ਗੱਲ ਹੈ ਕਿ ਗੁਰਦਿਆਲ ਸਿੰਘ ਹੋਣੀ ਕੋਈ ਟਿੱਪਣੀ ਨਹੀਂ ਕਰਦੇ। ਕੋਈ ਛੋਟਾ ਲੇਖਕ ਹੁੰਦਾ ਤਾਂ ਕਹਿੰਦਾ ਇਸ ਦੁਨੀਆ ਵਿੱਚ ਚੰਗੇ ਬੰਦੇ ਜੇਲ੍ਹਾਂ 'ਚ ਹੁੰਦੇ ਆ, ਮਾੜੇ ਬੰਦੇ ਕੁਰਸੀਆਂ ਤੇ ਬੈਠੇ ਹੁੰਦੇ ਆ ਬਾਹਰ, ਕੋਈ ਲੋੜ ਨਹੀਂ। ਮੇਰਾ ਇਹ ਮਤਲਬ ਹੈ ਕਿ ਸਿਆਣਾ ਪਾਠਕ ਗੁਰਦਿਆਲ ਸਿੰਘ ਦਾ ਉਹ ਹੈ ਜਿਹਨੇ ਸਮਝ ਆਉਣੀ ਹੈ ਗੱਲ, ਜੇ ਉਹ ਸਮਝਣ ਜੋਗਾ ਹੈਗਾ। ਜੇ ਨਹੀਂ ਸਮਝਣ ਜੋਗਾ ਹੈਗਾ ਤਾਂ ਜਿੱਦਣ ਹੋਏਗਾ ਸਮਝ ਆਏਗਾ। ਚੰਗਾ ਲੇਖਕ ਉਂਗਲੀ ਫੜ ਕੇ ਪਾਠਕ ਨੂੰ ਕਿਤੇ ਲੈ ਕੇ ਨਹੀਂ ਜਾਂਦਾ ਹੁੰਦਾ, ਉਹਦੇ ਅੱਗੇ ਰੱਖ ਦਿੰਦਾ ਬਈ ਇਹ ਹਿੰਮਤ ਹੈਗੀ ਪੜ੍ਹ ਲੈ, ਨਹੀਂ ਤਾਂ ਇਸ ਜੋਗਾ ਹੋ ਜਾ ਕੇ ਮੇਰੀ ਕਿਤਾਬ ਸਮਝ ਆ ਜਾਏ। ਇਸ ਕਰਕੇ ਇਹ ਹੋਰ ਵੀ ਔਖਾ ਹੋ ਜਾਂਦਾ ਕਿ ਤੁਹਾਨੂੰ ਲੋਕ ਪ੍ਰਵਾਨ ਵੀ ਕਰਨ ਤੇ ਤੁਹਾਨੂੰ ਮਹਾਨ ਵੀ ਕਹਿਣ। ਇੱਕ ਦਿਨ ਗੱਲ ਹੋ ਰਹੀ ਸੀ ਕਿ ਬਹੁਤ ਸਾਰੇ ਲੇਖਕ ਅੱਜ ਕੱਲ੍ਹ ਦੁਨੀਆ 'ਚ ਐਸੇ ਹੋ ਗਏ ਜਿਹਨਾਂ ਦੇ ਬੜੇ ਸਾਰੇ ਚੈਨਲ ਚੱਲਦੇ ਹੈ, ਰੋਜ਼ ਸੋਸ਼ਲ ਮੀਡੀਆ 'ਤੇ ਹੁੰਦੇ ਹੈ ਤੇ ਲੱਖਾਂ ਹੀ ਫੋਲੋਵਰ ਹੈ, ਮਿਲੀਅਨਸ ਆਫ ਫੋਲੋਵਰਸ ਆਰ ਦੇਅਰ। ਤੇ ਮੈਂ ਇੱਕ ਐਸੇ ਪੜ੍ਹਦਾ ਸੀ ਆਰਥਰ ਕ੍ਰਿਸਟਲ ਦਾ, ਅਮਰੀਕਨ ਐਸੇਇਸਟ ਹੈ, ਜਿਹੜਾ ਨਾਵਲਿਸਟ ਹੋਣਾ ਚਾਹੁੰਦਾ ਸੀ। 3 ਨਾਵਲ ਲਿਖੇ, ਕੋਈ ਵੀ ਨਹੀਂ ਛਪਿਆ। ਫਿਰ ਕਹਿੰਦਾ ਮੈਨੂੰ ਬਾਅਦ ਵਿੱਚ ਸਮਝ ਆਈ ਕਿ ਮੈਂ ਤਾਂ ਨਾਵਲਿਸਟ ਹੋ ਹੀ ਨਹੀਂ ਸਕਦਾ, ਮੇਰੀ ਔਕਾਤ ਹੀ ਨਹੀਂ ਹੈ, ਕਿ ਮੈਂ ਤਾਂ ਕੁਛ ਨਹੀਂ, ਮੈਂ ਤਾਂ ਐਸੇ ਲਿਖ ਸਕਦਾ। ਔਰ ਉਹ ਐਸੇ ਦੇ ਵਿੱਚ ਉਹ ਦੁਨੀਆ ਦੇ ਬਿਹਤਰੀਨ ਐਸੇਸ ਵਿੱਚੋਂ ਹੋ ਗਿਆ। ਉਹਦਾ ਇੱਕ ਐਸੇ ਹੈ ਕਿ ਜਦੋਂ ਲੇਖਕ ਬੋਲਣ ਲੱਗਦੇ ਆ,
ਕਹਿੰਦੇ ਬਹੁਤ ਸਾਰੇ ਲੇਖਕ ਚੰਗਾ ਬੋਲਦੇ ਨਹੀਂ, ਕਿਉਂਕਿ ਲਿਖਣਾ ਹੋਰ ਤਰ੍ਹਾਂ ਦਾ ਕੰਮ ਹੈ। ਤੁਸੀਂ ਬਾਰ-ਬਾਰ ਸੁਧਾਰਦੇ ਹੋ, ਠੀਕ ਕਰਦੇ ਹੋ, ਉਲਝਦੇ ਹੋ, ਲੜਦੇ ਹੋ ਵਾਕਾਂ ਦੇ ਨਾਲ, ਚਿੰਤਨ ਦੇ ਨਾਲ। ਤਾਂ ਮੈਨੂੰ ਉਹਨੂੰ ਪੜ੍ਹਦੇ ਹੋ ਧਿਆਨ ਕੀ ਆਇਆ ਕਿ ਜਿਹੜੇ ਬੰਦੇ ਬਹੁਤ ਵਧੀਆ ਬੋਲਦੇ ਹੈ, ਉਹਨਾਂ ਦੇ ਬਹੁਤ ਸਾਰੇ ਫਾਲੋਅਰ ਹੁੰਦੇ ਹੈ, ਤੇ ਉਹ ਲੇਖਕ ਵੀ ਹੁੰਦੇ ਹੈ। ਅਸਲ 'ਚ ਲੇਖਕ ਨਹੀਂ ਹੁੰਦੇ, ਉਹ ਬੋਲਣ ਵਾਲੇ ਹੁੰਦੇ ਹੈ, ਗਾਲੜੀ ਹੁੰਦੇ ਆ ਤੇ ਲੇਖਨ ਕਰਦੇ ਹੁੰਦੇ ਹੈ, ਪਰ ਉਹ ਲੇਖਕ ਨਹੀਂ ਹੁੰਦੇ ਜਿਹੜੇ ਬੋਲਦੇ ਵੀ ਹੁੰਦੇ ਆ। ਸੋ ਪ੍ਰਾਇਮਰੀਲੀ ਦੇ ਆਰ ਟਾਕਰਸ, ਦੇ ਆਰ ਨੋਟ ਰਾਈਟਰਸ। ਰਾਈਟਰ ਦੀ ਪਛਾਣ ਇਹ ਹੈ ਕਿ ਤੁਸੀਂ ਉਸ ਦੇ ਨਾਲ ਚਲਦੇ ਚਲਦੇ ਰੁਕ ਜਾਂਦੇ ਹੋ। ਬਿਲਕੁਲ ਤੁਸੀਂ ਦੇਖੋ ਕਿਸ ਤਰ੍ਹਾਂ ਹੁੰਦਾ, ਜਿਸ ਤਰ੍ਹਾਂ ਫੁੱਲਾਂ ਦਾ ਰਸ ਲੈਣ ਲਈ ਜਦੋਂ ਤਿਤਲੀ ਜਾਂਦੀ ਹੈ, ਭੌਰਾ ਜਾਂਦਾ, ਤਾਂ ਕਈ ਫੁੱਲਾਂ ਦੇ ਨਾ ਕੋਲ ਜੇ ਜਾ ਕੇ ਉਹ ਮਾੜਾ ਜਿਹਾ ਦੇਖ ਕੇ ਟੈਸਟ ਕਰਕੇ ਲੰਘ ਜਾਂਦਾ ਕਿ ਛੱਡ ਪਰੇ, ਇਹ ਕੰਮ ਦਾ ਨਹੀਂ। ਪਾਠਕ ਵੀ ਏਦਾਂ ਹੀ ਕਰਦਾ। ਜਿਸ ਸ਼ਬਦ ਦੇ ਵਿੱਚ, ਜਿਸ ਵਾਕ ਦੇ ਵਿੱਚ, ਜਿਸ ਪੁਸਤਕ ਦੇ ਵਿੱਚ ਰਸ ਹੈ, ਉਹਨੇ ਉੱਥੇ ਆਪਣਾ ਵਕਤ ਬਿਤਾਉਣਾ ਹੈ। ਦੂਜੇ ਦੇ ਉੱਪਰੋਂ ਦੀ ਲੰਘ ਜਾਣਾ ਜਾਂ ਐਵੇਂ ਟੱਚ ਕਰਕੇ ਲੰਘ ਜਾਣਾ ਕਿ ਨਹੀਂ, ਬਹੁਤਾ ਕੰਮ ਦਾ ਹੈ ਨਹੀਂ। ਓਕੇ, ਸੋ ਇੱਕ ਇਹਦੇ 'ਚ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਇਹ ਪੇਸ ਹੈ, ਇਹ ਪੇਸ ਨੂੰ, ਗਤੀਸ਼ੀਲਤਾ ਨੂੰ ਗੁਰਦਿਆਲ ਸਿੰਘ ਹੋਰਾਂ ਨੇ ਇੱਕ ਮੈਟਾਫਰ ਦੇ ਰਾਹੀਂ ਸਿਰਜਿਆ। ਦੇਖੋ, ਇਹ ਸ਼ੇਕਸਪੀਅਰ 'ਚ ਵੀ ਇਹ ਗੱਲ ਕਿਤੇ ਕਿਤੇ ਆਉਂਦੀ ਹੈ, ਡਾਂਟੇ 'ਚ ਵੀ ਆਉਂਦੀ ਹੈ ਕਿ ਕਈ ਵਾਰੀ ਇੱਕ ਕਿਤਾਬ ਆਪਣੇ ਪੜ੍ਹਨ ਦੀਆਂ ਚਾਬੀਆਂ ਆਪਣੇ ਵਿੱਚ ਲੁਕੋ ਕੇ ਬੈਠੀ ਹੁੰਦੀ। ਬਾਰ-ਬਾਰ ਗੁਰਦਿਆਲ ਸਿੰਘ ਰਾਹਾਂ ਦੀ ਗੱਲ ਕਰਦੇ ਆ। ਰਾਹਾਂ ਦੀ ਗੱਲ ਕਰਨ ਦੀ ਐਡੀ ਕਿਹੜੀ ਲੋੜ ਪਈ? ਘੱਟੋ ਘੱਟ 3 ਵਾਰੀ ਤਾਂ ਉਹਨਾਂ ਨੇ ਕੀਤੀ ਹੈ ਪਹਿਲੇ ਚੈਪਟਰ ਦੇ ਵਿੱਚ ਹੀ। ਉਹ ਇੱਕ ਲੇਖਕ ਦੀ ਸਟਰਗਲ ਵੀ ਹੈ, ਸੰਘਰਸ਼ ਵੀ ਹੈ ਕਿ ਮੈਂ ਰਾਹ ਕਿੱਦਾਂ ਬਣਾਉਣੀ ਕਹਾਣੀ ਕਹਿਣ ਦੀ। ਇਹ ਵੀ ਹੈ ਕਿ ਕਹਾਣੀ ਕਹਿਣਾ ਕਿੰਨਾ ਔਖਾ ਹੈ। ਇਹ ਵੀ ਹੈ ਕਿ ਰਾਹ ਬਾਈ ਤੁਹਾਨੂੰ ਇੰਨੀ ਸੌਖੀ ਲੱਭਣੀ ਨਹੀਂ, ਕਿਉਂਕਿ ਉਹ ਇਕੱਲਾ ਪ੍ਰੋਟੈਗਨਿਸਟ ਨਹੀਂ ਹੈ, ਪਾਠਕ ਵੀ ਹੈ, ਲੇਖਕ ਵੀ ਹੈ। ਸੋ ਰਾਹਾਂ ਦਾ ਜਿਹੜਾ ਮੈਟਾਫਰ ਹੈ, ਜਿਹੜਾ ਰੂਪਕ ਹੈ, ਮੈਂ ਪਾਠਕ ਦੇ ਤੌਰ ਤੇ ਇਹਨੂੰ ਇਸ ਤਰ੍ਹਾਂ ਪੜ੍ਹਦਾ ਕਿ ਉਹ ਇਸ ਨਾਵਲ ਦੀ ਪੇਸ ਦਾ, ਤੇ ਕਿਉਂਕਿ ਪੇਸ ਬਾਅਦ ਵਿੱਚ ਆਏਗੀ, ਪਹਿਲੇ ਰਾਹਾਂ ਹੋਣਗੀਆਂ, ਰਾਹਾਂ ਲੱਭਦੀਆਂ ਨਹੀਂ ਪਈਆਂ। ਇਸੇ ਕਰਕੇ ਉਹਦੀ ਜਿਹੜੀ ਪੇਸ ਹੈ ਇਸ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਖੜ ਗਿਆ ਹੁੰਦਾ ਸਭ ਕੁਝ। ਜਿਵੇਂ ਤੁਰਦੇ ਤੁਰਦੇ ਤੁਸੀਂ ਦੇਖਿਆ ਕਿ ਪੈਰਾਂ ਥੱਲੇ ਰਾਹ ਗਾਇਬ ਹੀ ਹੋ ਗਈ, ਮਿਟ ਹੀ ਗਈ, ਹੁਣ ਕਿੱਥੇ ਜਾਈਏ। ਜਿਵੇਂ ਝੱਖੜ ਆਉਂਦਾ ਤੇ ਇੰਨੀ ਮਿੱਟੀ ਹੁੰਦੀ, ਤੁਹਾਨੂੰ ਦਿਸਦਾ ਨਹੀਂ ਕਿ ਖੱਬਾ ਸੱਜਾ ਕਿ ਕਿਹੜਾ ਹੈਗਾ। ਸੋ ਉਸ ਤੋਂ ਬਾਅਦ ਇੱਕ ਸੋਚਣ ਵਾਲੀ ਗੱਲ ਹੈ ਕਿ ਐਟਮੋਸਫੀਅਰ ਕਿਹੜਾ ਹੈ। ਐਟਮੋਸਫੀਅਰ ਦੀ ਗੱਲ ਆਮ ਤੌਰ ਤੇ ਅਸੀਂ ਅੱਜ ਕੱਲ੍ਹ ਨਹੀਂ ਕਰਦੇ। ਮੈਨੂੰ ਨਹੀਂ ਪਤਾ ਕਿਉਂ ਨਹੀਂ ਕਰਦੇ, ਲੇਕਿਨ ਜੇ ਅਸੀਂ ਫਿਲਮਾਂ ਦਾ ਇਤਿਹਾਸ ਦੇਖੀਏ, ਹਿੰਦੀ ਫਿਲਮਾਂ ਦਾ, ਤਾਂ ਤੁਸੀਂ ਦੇਖੋ ਕਿ ਇੱਕ ਵਕਤ ਸੀ ਜਿਸ ਵੇਲੇ ਤੱਕ, ਔਰ 80ਵੀਂ ਤੱਕ ਦਾ ਵਕਤ ਹੈ ਮੇਰੇ ਖਿਆਲ, ਜਦੋਂ ਸ਼ੂਟਿੰਗ ਹੁੰਦੀ ਹੈ ਤਾਂ ਓਪਨ ਸਪੇਸਿਸ ਹੁੰਦੀ ਹੈ। ਕੋਈ ਗੁਲਮਰਗ ਜਾ ਕੇ ਸ਼ੂਟਿੰਗ ਹੋ ਰਹੀ ਹੈ, ਕੋਈ ਸਵਿਟਜ਼ਰਲੈਂਡ ਦੇ ਵਿੱਚ ਹੋ ਰਹੀ ਹੈ, ਪਹਾੜਾਂ 'ਚ ਹੋ ਰਹੀ ਹੈ। ਇੱਥੋਂ ਤੱਕ ਕਿ ਇੰਨੀ ਜ਼ਿਆਦਾ ਮਜਬੂਰੀ ਹੁੰਦੀ ਸੀ ਕਿ ਧਰਮਿੰਦਰ ਲੋਫਰ 'ਚ ਗਾਣਾ ਗਾਉਂਦਾ ਪਿਆ ਹੈ, ਅੱਜ ਮੌਸਮ ਬੜਾ ਬੇਈਮਾਨ ਹੈ, ਔਰ ਉੱਪਰ ਪੂਰੀ ਧੁੱਪ ਨਿਕਲੀ ਹੋਈ ਹੈ, ਔਰ ਲੋਕ ਧਰਮਿੰਦਰ ਨੂੰ ਹੀ ਦੇਖੀ ਜਾਂਦੇ, ਭੁੱਲ ਜਾਂਦੇ ਕਿ ਧੁੱਪ ਨੂੰ ਕਹੀ ਜਾਂਦਾ ਕਿ ਬੱਦਲ ਆਏ ਹੋਏ। ਕੋਈ ਬੇਈਮਾਨ ਨਹੀਂ ਹੈ, ਉਹਦੇ ਮੱਥੇ ਤੇ ਪਸੀਨਾ ਆਇਆ ਹੋਇਆ ਹੈ, ਪਰ ਉਹ ਮੁਹੰਮਦ ਰਫੀ ਨੇ ਗਾਇਆ ਨਹੀਂ ਰੂਹ ਨਾਲ, ਨਾਲੇ ਉਹਨੇ ਲੈਂਡਸਕੇਪ ਦਿਖਾਣਾ ਸੀ, ਦਿਖਾ ਦਿੱਤਾ। ਭਈ ਇਹ ਕਿਵੇਂ ਹੁੰਦਾ ਹੈ ਕਿ ਐਟਮੋਸਫੀਅਰ ਹੌਲੀ ਹੌਲੀ ਆਰਟੀਫਿਸ਼ਲ ਹੋ ਗਿਆ, ਇੰਡੋਰ ਹੋ ਗਿਆ। ਤੇ ਜਿਵੇਂ ਤੁਸੀਂ ਫਿਲਮ ਦੇਖੀ ਸੀ ਫਰਮ ਅੰਮ੍ਰਿਤਸਰ ਟੂ LA, ਬੱਲੇ ਬੱਲੇ, ਹੈ ਨਾ, ਗੁਰਿੰਦਰ ਚੱਡਾ ਸੀ। ਵੀ ਉਹਦੇ ਜੇ ਤਾਂ ਅੰਮ੍ਰਿਤਸਰ ਦਿਖਾਣਾ ਤਾਂ ਉਹ 'ਚ ਗਊਆਂ ਤੁਰੀਆਂ ਫਿਰਦੀਆਂ ਬਾਜ਼ਾਰਾਂ ਦੇ ਵਿੱਚ, ਜੇ ਕੈਨੇਡਾ ਦਿਖਾਣਾ ਤਾਂ ਉਹਦੇ 'ਚ ਤੁਸੀਂ ਪੌਸ਼ ਲੋਕੈਲਿਟੀ ਦਿਖਾਣੀ। ਅੰਮ੍ਰਿਤਸਰ 'ਚ ਵੀ ਪੌਸ਼ ਲੋਕੈਲਿਟੀਜ਼ ਹੈਗੀਆਂ, ਪਰ ਇਹ ਸਾਡੇ ਡਾਇਸਪੋਰਿਕ ਰਾਈਟਰ ਦੀ ਇੱਕ, ਮੈਨੂੰ ਕਹਿੰਦਾ ਹੁੰਦਾ ਕਿ ਰੈਸਿਪੀ ਹੈ ਕਿ ਤੁਸੀਂ ਆਪਣੇ ਪੰਜਾਬ ਨੂੰ ਮਾੜਾ ਹੀ ਦਿਖਾਣਾ ਹੈ, ਤੇ ਉੱਥੇ ਦਾ ਜੋ ਮਾੜਾ ਉਹਨੂੰ ਲੁਕੋ ਲੈਣਾ, ਆਪਣੇ ਚੰਗੇ ਨੂੰ ਲੁਕੋ ਲੈਣਾ। ਸੋ ਹੁਣ ਐਟਮੋਸਫੀਅਰ ਦੀ ਜੇ ਗੱਲ ਕਰੀਏ ਤਾਂ ਇਹਦੇ 'ਚ ਇੱਕ ਤਾਂ ਗੱਲ ਹੈ ਕਿ ਜਦੋਂ ਮੈਂ ਕਿਹਾ ਕਿ ਨੈਰੇਟਿਵ ਘੁੰਮ ਕੇ ਅੰਦਰ ਨੂੰ ਜਾਂਦਾ ਪਿਆ, ਅੰਦਰ ਇਹ ਪ੍ਰੋਟੈਗਨਿਸਟ ਤੇ ਜਾਂਦਾ ਪਿਆ, ਤੁਸੀਂ ਕਿਧਰ ਨਹੀਂ ਜਾ ਰਹੇ, ਹੌਲੀ 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 ਕਦਮ ਦਰ ਕਦਮ ਮੋਦਨ ਦੇ ਅੰਦਰ ਜਾ ਰਹੇ ਹੋ, ਉਹਦੀ ਚੇਤਨਾ 'ਚ ਉਤਰਦੇ ਪਏ ਹੋ। ਲੇਕਿਨ ਉਹ ਜਿਹੜਾ ਉਤਰਨਾ ਹੈ ਉਸ ਦਾ ਮਾਹੌਲ ਦੇਖੋ ਕੈਸਾ ਹੈ। ਮੈਨੂੰ ਨਿੱਜੀ ਤੌਰ ਤੇ ਜਿੰਨੀ ਵਾਰੀ ਮੈਂ ਪੜ੍ਹਦਾ, ਉਹਨੂੰ ਸੋਚਦਾ, ਮੈਨੂੰ ਉਹਦੇ 'ਚ ਬੜਾ ਭੈ ਮਹਿਸੂਸ ਹੁੰਦਾ ਹੈ, ਬਹੁਤ ਅਜੀਬ ਜਿਹਾ। ਦਰਅਸਲ ਗੁਰਵਿੰਦਰ ਦੀ ਉਹ ਜਿਹੜੀ ਫਿਲਮ ਆਈ ਸੀ ਅੰਨੇ ਘੋੜੇ ਦਾ ਦਾਮ,
ਮੈਨੂੰ ਉਸ ਫਿਲਮ ਦੇ ਵਿੱਚ ਉਹ ਪੈ ਨਜ਼ਰ ਆਉਂਦਾ, ਖਾਸ ਤੌਰ ਤੇ ਜਦੋਂ ਫਿਲਮ ਮੁੱਕਦੀ ਹੈ। ਮਤਲਬ ਜਿਸ ਨੂੰ ਕਹਿੰਦੇ ਨਾ ਕਿ ਅਨਨੇਮੇਬਲ ਫੀਅਰ, ਇਹ ਇੱਕ ਅਸਤਿਤਵਵਾਦੀ ਪੈ ਹੈ ਜਿਹੜਾ ਤੁਹਾਡੇ 'ਚ ਵੀ ਸ਼ਾਇਦ ਕਿਸੇ ਮਹਿਸੂਸ ਕੀਤਾ ਹੋਵੇ। ਮੈਂ ਹੋਰਾਂ 'ਚ ਪੜ੍ਹਿਆ ਵੀ ਹੈ ਤੇ ਮੈਂ ਵੀ ਮਹਿਸੂਸ ਕੀਤਾ। ਜਦੋਂ ਤੁਸੀਂ ਟੀਨੇਜਰ ਹੁੰਦੇ ਹੋ, ਬਚਪਨ ਪਿੱਛੇ ਨਿਕਲਦਾ ਪਿਆ, ਜਵਾਨੀ ਅਜੇ ਆਉਂਦੀ ਪਈ, ਵਿਚਕਾਰ ਲਟਕੇ ਹੋਏ ਹੋ, ਤਾਂ ਇੱਕ ਐਸੀ ਅਨਸਰਟੇਨਟੀ ਮਹਿਸੂਸ ਹੁੰਦੀ ਹੈ ਕਿ ਹਰ ਇੱਕ ਚੀਜ਼ ਡਰਾਉਂਦੀ ਹੈ, ਸਮਝ ਨਹੀਂ ਆ ਰਹੀ ਹੁੰਦੀ ਸਭ ਕੁਝ ਕੀ ਹੈ। ਦੂਰ ਤੱਕ ਜ਼ਿੰਦਗੀ ਦਿਸਦੀ ਹੈ ਪਰ ਦਿਸਦੀ ਵੀ ਨਹੀਂ। ਸੋ ਇੱਕ ਅਜੀਬ ਜਿਹਾ ਡਰੈਡ ਹੈ। ਮੈਨੂੰ ਫੀਅਰ ਨਹੀਂ ਕਹਾਂਗੇ, ਭੈ ਦੇ ਲਈ ਅੰਗਰੇਜ਼ੀ ਦਾ ਸੂਟੇਬਲ ਸ਼ਬਦ ਮੇਰੇ ਖਿਆਲ ਡਰੈਡ ਹੀ ਹੈ। ਔਰ ਉਹ ਡਰੈਡ ਆਂਦਾ ਕਿੱਥੋਂ ਹੈ? ਮੈਂ ਬਹੁਤ ਸੋਚਣ ਦੀ ਕੋਸ਼ਿਸ਼ ਕੀਤੀ ਕਿ ਇੱਦਾਂ ਦਾ ਸ਼ਬਦ ਤਾਂ ਕੋਈ ਨਹੀਂ, ਭੈ ਸ਼ਬਦ ਵੀ ਨਹੀਂ ਇਸਤੇਮਾਲ ਕੀਤਾ ਗੁਰਦਿਆਲ ਸਿੰਘ ਹੋਰਾਂ ਨੇ। ਫਿਰ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਜਿਹੜੇ ਸ਼ਬਦ ਗੁਰਦਿਆਲ ਸਿੰਘ ਹੋਰਾਂ ਨੇ ਇਸਤੇਮਾਲ ਕੀਤੇ, ਉਹਨਾਂ ਦੀ ਧੁਨੀ ਦੇ ਵਿੱਚੋਂ ਨਿਕਲਦਾ ਹੈ। ਕਿਉਂਕਿ ਇਹ ਜਦੋਂ ਤੁਸੀਂ ਸੰਗੀਤ ਸੁਣਦੇ ਹੋ ਨਾ, ਖਾਸ ਤੌਰ ਤੇ ਜਿਹੜਾ ਅੱਜ ਕੱਲ੍ਹ ਦਾ ਐਕਸਪੈਰੀਮੈਂਟਲ ਵੈਸਟਰਨ ਮਿਊਜ਼ਿਕ ਹੈ, ਇਸ ਤਰ੍ਹਾਂ ਦਾ ਹੁੰਦਾ ਕਿ ਤੁਹਾਨੂੰ ਲੱਗਦਾ ਕਿ ਅਸੀਂ ਨਰਕ ਦੇ ਬੂਹੇ ਦੇ ਕੋਲ ਹੀ ਕਿਤੇ ਬੈਠੇ ਹੋਏ। ਸਿਰਫ ਉਹ ਧੁਨੀਆਂ ਦੇ ਵਿੱਚੋਂ ਹੀ ਉਹ ਪੈ ਮਹਿਸੂਸ ਹੁੰਦਾ, ਸ਼ਬਦਾਂ 'ਚ ਨਹੀਂ ਹੁੰਦਾ। ਇੱਕ ਇਹ ਜਿਹੜੇ ਤੁਹਾਡੇ ਜੋ ਭਾਸ਼ਾ ਵਿਗਿਆਨੀ, ਉਹ ਜ਼ਰਾ ਇਸ ਬਾਰੇ ਸੋਚਣ ਤੇ ਲੱਭਣ ਦੀ ਕੋਸ਼ਿਸ਼ ਕਰਨ ਕਿ ਉਹ ਕਿਸ ਤਰ੍ਹਾਂ ਦੀ ਵਰਣ ਵਿਵਸਥਾ ਕੀਤੀ ਗਈ ਹੈ ਸ਼ਬਦਾਂ ਦੀ, ਕਿ ਜਿਸ ਕਰਕੇ ਇਹ ਮਿਊਜ਼ਿਕ ਆਫ ਡਰੈਡ, ਮੈਂ ਇਹਨੂੰ ਕਹਾਂਗਾ ਕਿ ਅਕੂਸਟਿਕਸ ਆਫ ਮੀਨਿੰਗ ਹੈ, ਕਿ ਆਵਾਜ਼ਾਂ ਨੂੰ ਇਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੈ ਕਿ ਇੱਕ ਪੈ ਦਾ ਮਾਹੌਲ ਬਣਦਾ ਹੈ। ਹੁਣ ਦੇਖੋ, ਇਹ ਪੱਧਰ ਹੈ ਜਿੱਥੇ ਕਿ ਚੰਗਾ ਲੇਖਕ ਕੰਮ ਕਰਦਾ ਹੈ, ਔਰ ਜਿੱਥੇ ਅਸੀਂ ਆਮ ਤੌਰ ਤੇ ਪੜ੍ਹਦੇ ਨਹੀਂ। ਕੋਈ ਵੀ ਸ਼ਬਦ ਅਰਥ ਦੇਣ ਤੋਂ ਪਹਿਲੇ ਆਪਣੀ ਧੁਨੀ ਦਿੰਦਾ ਹੈ। ਜੇ ਧੁਨੀ ਤੁਹਾਡੇ ਕੰਨਾਂ ਨੂੰ ਪਸੰਦ ਨਹੀਂ ਆਉਂਦੀ, ਤੁਹਾਡੀ ਰੂਹ ਨੂੰ ਜੱਚਦੀ ਨਹੀਂ, ਤਾਂ ਤੁਸੀਂ ਲੇਖਕ ਨੂੰ ਪੜ੍ਹਦੇ ਵੀ ਨਹੀਂ, ਤੁਸੀਂ ਛੇਤੀ ਛੱਡ ਜਾਂਦੇ ਹੋ। ਸੋ ਜਿਹਨੂੰ ਕਹਿੰਦੇ ਆ ਕਿ ਸਬ ਸੋਨਿਕ, ਆਵਾਜ਼ ਤੋਂ ਹੇਠਲੇ ਪੱਧਰ ਤੇ ਵੀ ਭਾਸ਼ਾ ਨੂੰ ਸੁਣਿਆ ਜਾਂਦਾ ਹੈ, ਅਰਥ ਤੋਂ ਬਾਅਦ ਵਿੱਚ ਆਣੇ। ਫਿਰ ਇਹ ਜਿਹੜਾ ਪੈ ਹੈ, ਅਕੂਸਟਿਕਸ ਹੈ, ਇਹਨਾਂ ਦੇ ਲਈ ਇੱਕ ਚਾਬੀ ਤਾਂ ਗੁਰਦਿਆਲ ਸਿੰਘ ਹੋਰਾਂ ਨੇ ਦਿੱਤੀ ਹੈ, ਤੁਸੀਂ ਸਾਰਿਆਂ ਨੇ ਲੱਭੀ ਹੋਣੀ ਹੋ, ਕਿ ਓਪਰਾ ਸ਼ਬਦ 8 ਵਾਰੀ ਇਸਤੇਮਾਲ ਕੀਤਾ ਗਿਆ ਇੱਕੋ ਚੈਪਟਰ ਦੇ ਵਿੱਚ। 8 ਵਾਰੀ। ਮਤਲਬ ਗੁਰਦਿਆਲ ਸਿੰਘ ਵਰਗਾ ਬੰਦਾ ਇੱਕ ਸ਼ਬਦ 8 ਵਾਰੀ ਕਿਉਂ ਇਸਤੇਮਾਲ ਕਰੀ ਜਾਂਦਾ ਹੈ? ਔਰ ਵੈਸੇ ਵੀ ਆਠਾ ਜਿਹੜਾ ਹੈ ਨਾ, ਪਤਾ ਨਹੀਂ ਲੱਗਦਾ ਕਿੱਥੋਂ ਸ਼ੁਰੂ ਹੋਇਆ ਸੀ ਕਿੱਥੇ ਮੁੱਕ ਗਿਆ। ਕੋਈ ਐ ਲਿਖੀ ਜਾਂਦਾ, ਕੋਈ ਐ ਲਿਖੀ ਜਾਂਦਾ, ਉਹਦੇ ਨਾ ਮੂੰਹ ਹੁੰਦਾ ਨਾ ਕੋਈ ਪੂੰਛ ਹੁੰਦੀ ਹੈ ਨਾ। ਅਸੀਂ ਇਨਫਿਨਿਟੀ ਕਹਿੰਦੇ ਹਾਂ, ਕੋਈ ਸਿਫਰ ਹੁੰਦਾ ਹੈ, ਇਹ 'ਚ 2 ਸਿਫਰ ਜੁੜੇ ਹੋਏ, ਇੱਕ ਦੂਜੇ ਦੇ ਉੱਪਰ ਹੈ। ਉਹ ਨਾ ਕੋਈ ਮੂੰਹ ਹੈ, ਨਾ ਸਿਰ ਹੈ, ਨਾ ਪੈਰ ਹੈ। ਓਪਰਾ ਕੀ ਹੈ? ਓਪਰਾ ਇੱਕ ਪੰਜਾਬੀ ਦਾ ਅਜਿਹਾ ਸ਼ਬਦ ਹੈ ਜਿਸ ਦੀ ਅੰਗਰੇਜ਼ੀ ਦੇ ਵਿੱਚ ਮੈਨੂੰ ਕੋਈ ਟਰਾਂਸਲੇਸ਼ਨ ਨਹੀਂ ਮਿਲਦੀ। ਓਪਰੀ ਕਸਰ ਵੀ ਹੁੰਦੀ ਹੈ ਨਾ, ਓਪਰੇ ਬੰਦੇ ਵੀ ਹੁੰਦੇ, ਓਪਰਾ ਮਹਿਸੂਸ ਵੀ ਹੁੰਦਾ ਹੈ। ਫਿਰ ਓਪਰਾ ਹੁੰਦਾ ਕੀ ਹੈ? ਔਰ ਕੀ ਲੋੜ ਪਈ ਕਿ ਗੁਰਦਿਆਲ ਸਿੰਘ ਨੇ ਇਹ ਇਸਤੇਮਾਲ ਕੀਤਾ? ਇਹ ਇੱਕ ਇਸ਼ਾਰਾ ਹੈ ਕਿ ਇਹ ਕਹਾਣੀ ਜਿਸ ਰਾਜਨੀਤਿਕ ਜਾਂ ਸਮਾਜ ਸ਼ਾਸਤਰੀ ਜਾਂ ਅਰਥਚਾਰ ਦੇ ਅਰਥਾਂ ਵਿੱਚ ਅਸੀਂ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਸਾਰੇ ਦੇ ਸਾਰੇ ਓਪਰੇ ਇੱਕ ਖਾਸ ਪੱਧਰ ਤੇ, ਜਿਸ ਕਰਕੇ ਤੁਸੀਂ ਦੇਖੋ ਕਿ ਪੇਸ, ਜਦੋਂ ਮੈਂ ਕਿਹਾ ਕਿ ਇਨਰਸ਼ੀਆ ਦੇ ਵਿੱਚ ਡੁੱਬੀ ਹੋਈ ਹੈ, ਕਿ ਕੁਝ ਵੀ ਨਹੀਂ ਹੁੰਦਾ ਪਿਆ, ਜੋ ਵੀ ਹੁੰਦਾ ਪਿਆ ਉਹ ਕੁਝ ਵੀ ਨਹੀਂ ਹੁੰਦਾ ਪਿਆ। ਅਸੀਂ ਦੌੜੇ ਹੋਏ ਹਾਂ ਜਿਵੇਂ ਟ੍ਰੈਡਮਿਲ ਦੇ ਉੱਪਰ, ਔਰ ਕਿਤੇ ਨਹੀਂ ਪਹੁੰਚਣਾ। ਇਹ ਇੱਕ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਹੁੰਦਾ ਕਿ ਅਸੀਂ ਜਾ ਰਹੇ ਹਾਂ ਪਰ ਸਾਨੂੰ ਪਤਾ ਅਸੀਂ ਪਹੁੰਚਣਾ ਕਿਤੇ ਵੀ ਨਹੀਂ। ਸਭ ਕੁਝ ਪਛਾਣੇ ਹੈ ਪਰ ਸਭ ਕੁਝ ਹੀ ਬੇਗਾਨਾ ਹੈ, ਕੁਝ ਵੀ ਆਪਣਾ ਨਹੀਂ। ਸੋ ਦੇਖੋ ਕਿ ਬੰਦਾ ਜੇਲੋਂ ਆ ਰਿਹਾ ਤੇ ਉਹਨੂੰ ਲੈਣ ਹੀ ਕੋਈ ਨਹੀਂ ਆਇਆ। ਫਿਰ ਉਹ ਗੁਰਦਿਆਲ ਸਿੰਘ ਉਹਨਾਂ ਨੇ ਗੱਲ ਗੋਲ ਕਰ ਦਿੱਤੀ ਉੱਥੇ, ਕਹਿੰਦਾ ਉਹਨੂੰ ਭੇਜਿਆ ਤਾਂ ਸੀ, ਉਹ ਆਇਆ ਨਹੀਂ। ਕਹਿੰਦਾ ਨਹੀਂ, ਬਸ ਕੌਣ ਗਿਆ ਸੀ, ਕਿਉਂ ਨਹੀਂ ਆਇਆ, ਕਿੱਥੇ ਰਹਿ ਗਿਆ? ਗੁਰਦਿਆਲ ਸਿੰਘ ਹੋਣੀ ਗੱਲ ਕਹਿ ਕੇ ਛੱਡ ਦਿੰਦੇ। ਕਈ ਵਾਰੀ ਪਾਠਕ ਜੇ ਉਹ ਕਹਾਣੀਕਾਰ ਦੇ ਪੱਖੋਂ ਦੇਖੇ ਤਾਂ ਉਹਨੂੰ ਲੱਗਦਾ ਪਈ ਕਈ ਚੀਜ਼ਾਂ, ਜਿਵੇਂ ਹੁੰਦਾ ਨਾ ਕਿ
धागे लाने शुरू किए, लेकिन वो सिलाई पूरी नहीं की, विच लटकते रह गए। ये एक खास तरह के लेखन की समर्था है, जिवें मिल्टन दियां सिमलीज दे विच सी, बहुत सारी पोस्ट स्ट्रक्चरिस्ट राइटिंग दे विच है कि एक कहानी कई कहानियां जिहड़ियां कहानियां शुरू तो होंदियां पर कदी मुकदियां ही नहीं, तुरदियां ही नहीं, क्योंकि जिंदगी जिद्दां ही हुंदा। इसलिए असीं कहानियां लंबदे आ, क्योंकि असीं बहुत कुछ समेट देना चाहते हैं, निबेड़ देना चाहते, लेकिन निबड़ता कुछ नहीं। असीं इदां ही आने, इदां ही चल जाते। बंदे जो मर्जी लिखी जाओ, नेहरू ने अपनी विल भी लिख दी होगी, पर वसीता वसूता लिखण नाल कुछ नहीं निबड़दा, है ना, धागे लटकदे ही रह जाते हैं। सो नॉवल दे विच ये संभावना हुंदी है जिहड़ी कहानी च हो सकती है, जिहड़ी मंटो दे एक खास तरह के कच्चेपन दे विच तो नज़र आती है, लेकिन काफका च बार बार नज़र आती है कि कई कुछ है जिहदा कोई जवाब नहीं है। ਜਦੋਂ ਤੁਹਾਨੂੰ ਉਹਦੇ अर्थ समझ आने हैं, उदों आ जाएंगे, उदों तक तुम इंतजार करो, पढ़ो, सोचो, लंघ जाओ, फिर सोच लईओ, कोई गल नहीं। सो ये जड़े ना लूज थ्रैड्स कहानी दे, उन्होंने एक ये है, ये जड़े लूज थ्रैड्स है, ये भी उस बेगानगी नू, उस ओपरेपन नू होर गहरा कर दे कि कहानी किते नहीं जा रही। और जे किते नहीं जा रही, देखो हैमलेट की खूबसूरत गल की, वॉल्टेयर ने उस वेले कहा सी कि एक जाहिल का लिखिया होया नाटक है, खाम खे वो कुड़ी ओफीलिया मरवा दी, वो मुंडे उन्हें अपने क्लास फेलो कतल कर दिते, ये कोई गल है? लेकिन दूजे पासे हैमलेट एक ऐसा नाटक है जिहड़ा कभी मुकदा ही नहीं। इसलिए हैरल्ड ब्लूम उत्ते किताब लिखता है, छोटी जी किताब लिखता, उसका टाइटल दिंदा है हैमलेट अनलिमिटेड, मुकदा ही नहीं कभी। जिन्नी बारी पढ़ोगे तुहानूं कुछ ना कुछ होर लभ जांदा है। इस करके नहीं कि कच्चा नाटक है, इस करके कि उस वेले का नाटक है जदों शेक्सपीयर ने अजे फॉर्म नू परफेक्ट करन दा काम शुरू नहीं किया। 40 साल तो छोटा सी जदों लिखिया, मैं शायद वो 36 या 37 साल का सी। उस विच खास तरह की एनर्जी से उस वेले, जिस करके बहुत सारी कहानियां आंदियां लेकिन मुकदियां नहीं। जिवें लॉजिक की है इस नोवेला का, जरूरी है कि एक लॉजिक होवे। सानू अज तक नहीं पता लगा कि हैमलेट ने लेना की है, अपने प्यो के कतल का बदला लेना, या उन्होंने ये है कि कुड़ी मैनू एवं चंबड़ गई है, ये मरे किते, ये गल है, या वो गद्दी ते बहना चाहता, ये चक्कर है, या माँ बड़ी चंगी लगती है, वो एक अनकॉन्शियस फैसीनेशन है, की है, कोई जवाब नहीं मिलता। क्योंकि जिंदगी च इन्हां चीज़ों के आखिरी जवाब नहीं मिलते। और जे साहित किसी भी पद्धर ते कोई मिरर है तो सोसाइटी का मिरर नहीं है, साडे अंदर दे उस खला दा, उस रहस का मिरर है, जिस विच गर्क हुई चीज़ मुड़ के नहीं लभदी। असीं वो देखते हैं। सो साहित्य असीं इस करके नहीं पढ़ते, सानूं जवाब मिलने हैं। मैं निजी तौर पर महसूस करदा, असीं साहित्य इस करके पढ़ते हैं कि सानूं ये ਅਸੀਂ देखना चाहते हैं कि जिंदगी ਦੀਆਂ सब तो ਵੱਡੀਆਂ ਗੱਲਾਂ ਦਾ कोई जवाब नहीं ਹੁੰਦਾ, समस्यावां ਦੇ कोई भी सोल्यूशन नहीं ਹੁੰਦੇ। इसलिए ਤੁਸੀਂ देखो कि अरस्तू भी ਇਹਦੇ ਵੱਲ इशारा करता ਪਿਆ, सुकरात मरदा ਪਿਆ ਤੇ ਉਹਨੂੰ ਜਦੋਂ ਉਹਦੇ ਦੋਸਤ ਮਿਲਣ ਜਾਂਦੇ, ਉਹ ਕਹਿੰਦਾ ਕੀ ਕਰਦਾ ਪਿਆ, ਕਹਿੰਦਾ मैं ट्रांसलेशन करता ਪਿਆ कविता ਦੀ। ਉਹਨੇ ਕਿਉਂ, ਕਹਿੰਦਾ ਰਾਤੀ ਸੁਪਨੇ 'ਚ ਦੇਵੀਆਂ ਆਈਆਂ ਸੀ, ਉਹਨਾਂ ਨੇ ਕਿਹਾ ਸੀ कि संगीत बजा, कहता मैंने तो बजाना ही कुछ नहीं आता, गाना मैनू नहीं आता, कविता मैं कभी नहीं लिखी, अगों कहता की बचा मेरे को, कविता की अनुवाद बचा मैं करता पाया, इसलिए मरन तो पहले मैं काम करके जाना, क्योंकि मैंने सुपने च कह के गई है। देखो वो किहड़ा हिस्सा है जिंदगी का जिहड़ा सुकरात वर्गे, जिथों असीं कहने डेरिडा कहता भी सारा रैशनलिज्म का प्रोजेक्ट जिहड़ा तबाह कर गया सानूं, उत्थों शुरू हुंदा है। डेरिडा की ये नहीं देखता पाया कि सुकरात का आखिरी तजर्बे की सी, भी वो की तरीका सी कि ਜਦੋਂ उसके प्राण इत्थे तक फसे हुए है तो सिर मारदा, कहता कि बई थैंक यू कह दईओ, उन्होंने थैंक यू कहना कि देवते नूं मुर्गा चढ़ाना है, इसदा कि शुक्र कर जिंदगी का बुखार उतरिया, मैं मौत का स्वागत करदा। इसलिए हुंदा सी मरन तो पहले तुसीं थैंक्स करके जांदे सी, जिंदगी मगरों लई आपां चले हैं। कहता हाँ जी हो जाएगा, होर कुछ, मर गया। सुकरात कैसा आदमी होगा कि जिन्हें अपने प्राण इत्थे रोक ले, जहर चढ़ी हुई है, बिल्कुल छाती के कोल आ गई है, लत्तां मर चुकी हैं, पेट मर चुका है, प्राण रोक ले। सो
ਡਾਂਟੇ ਬਾਰੇ ਵੀ ਇਹ ਗੱਲ ਕਹੀ ਜਾਂਦੀ। ਡਾਂਟੇ ਬਾਰੇ ਗੱਲ ਇਹ ਕਹੀ ਜਾਂਦੀ ਹੈ ਕਿ ਜਦੋਂ ਤੁਸੀਂ ਉਹਨੂੰ ਪੜ੍ਹਦੇ ਹੋ, ਤਾਂ ਨਵੀਂ ਟ੍ਰਾਂਸਲੇਸ਼ਨ ਆ ਰਹੀ ਹੈ, ਕੁਛ 2-3 ਸਾਲ ਪਹਿਲੇ ਆਈਆਂ ਸੀ, ਅੱਜ ਕੱਲ੍ਹ ਦੁਨੀਆ ਭਰ 'ਚ ਲੋਕ ਡਾਂਟੇ ਮੁੜ ਕੇ ਪੜ੍ਹਦੇ ਪਏ। ਮਿਡੀਵਲ ਰਾਈਟਰ ਹੈ ਲੇਕਿਨ ਉਹ ਇਨਸਾਈਕਲੋਪੀਡੀਆ ਵਰਗਾ ਹੈ, ਲੇਕਿਨ ਕਿਉਂ ਪੜ੍ਹਦੇ? ਉਹਦੇ ਬਾਰੇ ਹੁਣ ਮਹਿਸੂਸ ਹੁੰਦਾ ਹੈ ਕਿ ਇੱਦਾਂ ਲੱਗਦਾ ਕੋਈ ਲਿਖਦਾ ਹੀ ਨਹੀਂ ਪਿਆ, ਹੋਰ ਹੀ ਕੋਈ ਤਾਕਤਾਂ ਉਹਦੇ ਵਿੱਚੋਂ ਵਗਦੀਆਂ ਪਈਆਂ ਤੇ ਲਿਖੀ ਜਾਂਦੀਆਂ। ਤੇ ਡਾਂਟੇ ਦਾ ਇੱਕ ਪਾਸੇ ਬੈਠਾ ਕਹਿੰਦਾ ਚਲੋ ਮੇਰਾ ਪੈਨ ਫੜੋ ਤੇ ਤੁਰੀ ਜਾਓ ਬਸ। ਇਹ ਕੀ ਚੀਜ਼ ਹੈ? ਜਿਸ ਚੀਜ਼ ਨੂੰ ਅਸੀਂ ਇੱਕ ਰੈਸ਼ਨਲਿਜ਼ਮ ਦੀ ਖਾਸ ਪਰੰਪਰਾ ਦੇ ਅਧੀਨ ਜਿਸ ਤੋਂ ਅਸੀਂ ਮੁਨਕਰ ਹੋ ਗਏ, ਕਿਹੜੀ ਚੀਜ਼? ਤੁਸੀਂ ਦੇਖੋ ਕਿ ਕਾਵਿ ਜਿਸ ਨੂੰ ਅਸੀਂ ਸਾਹਿਤ ਕਹਿੰਦੇ ਹਾਂ, ਜਿਸ ਦੇ ਵਿੱਚ ਗੱਦੇ ਪੱਦੇ ਦੋਨੋਂ ਆਉਂਦੇ ਹੈ, ਉਸ ਦੀ ਭਾਸ਼ਾ ਕਿਹੜੀ? ਉਸ ਦੀ ਭਾਸ਼ਾ ਪਸ਼ਯੰਤੀ ਹੈ। ਪਸ਼ਯੰਤੀ ਉਹ ਭਾਸ਼ਾ ਹੈ ਜਿੱਥੇ ਮਨੁੱਖੀ ਭਾਸ਼ਾ ਤੇ ਧੁਰ ਦੀ ਭਾਸ਼ਾ, ਬਾਣੀ ਇੱਕ ਦੂਜੇ ਦੇ ਕੋਲ ਜਾਂਦੇ। ਪਸ਼ਯੰਤੀ ਤੋਂ ਬਾਅਦ ਪਰਾ ਹੈ। ਮਨੁੱਖ ਦੀ ਭਾਸ਼ਾ ਦਾ ਅੰਤਿਮ ਬਿੰਦੂ ਜਿਹੜਾ ਹੈ ਉਹ ਪਸ਼ਯੰਤੀ ਹੈ। ਕਾਵਿ ਦੀ ਭਾਸ਼ਾ ਪਸ਼ਯੰਤੀ ਹੁੰਦੀ ਹੈ, ਉਸ ਤੋਂ ਉਰੇ ਕਾਵਿ ਨਹੀਂ ਹੁੰਦਾ ਉਹ। ਸੋ ਪਸ਼ਯੰਤੀ ਉਹ ਕਿਹੜੀ ਚੀਜ਼ ਹੈ ਜਿਹੜੀ ਜਦੋਂ ਤੁਸੀਂ ਉਹਨੂੰ ਬੋਲਦੇ ਹੋ, ਪੜ੍ਹਦੇ ਹੋ, ਸੁਣਦੇ ਹੋ, ਨਾਲ ਨਾਲ ਦੇਖਦੇ ਪਏ ਹੋ, ਜਿਸ ਦੇ ਵਿੱਚ ਦੇਖਣ ਤੇ ਸੁਣਨ ਦਾ, ਦੇਖਣ ਤੇ ਪੜ੍ਹਨ ਦਾ ਕੋਈ ਭੇਦ ਨਹੀਂ ਹੁੰਦਾ। ਔਰ ਉੱਥੋਂ ਕੀ ਕੀ ਦੇਖਦੇ ਹੋ? ਜੇ ਦੁਨੀਆ 'ਚ ਜੋ ਕੁਝ ਸਾਹਮਣੇ ਪਿਆ ਹੋਇਆ ਇਹੀ ਦੇਖਣਾ, ਤਾਂ ਫਿਰ ਕੀ ਦੇਖਣਾ ਹੋਇਆ? ਇਹ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਅਸੀਂ ਰੀਅਲਿਜ਼ਮ ਦੀ ਗੱਲ ਕਰਦੇ ਹਾਂ ਤਾਂ ਗੁਰਦਿਆਲ ਸਿੰਘ ਜੋ ਸਾਨੂੰ ਦਿਸਦਾ ਪਿਆ ਹੈ ਸਿਰਫ ਇਹੀ ਨਹੀਂ ਦਿਖਾਉਂਦਾ ਪਿਆ, ਇੱਕ ਤਾਂ ਉਹਨੂੰ ਹੋਰ ਚੰਗੀ ਤਰ੍ਹਾਂ ਦੇਖਣਾ ਸਿਖਾਉਂਦਾ ਪਿਆ ਤੇ ਫਿਰ ਉਹਨੂੰ ਉਸ ਤੋਂ ਪਰੇ ਕੁਝ ਦਿਖਾਉਂਦਾ ਪਿਆ। ਅਸੀਂ ਉਹਨਾਂ ਦੀ ਗੱਲ ਕਰਦੇ ਹਾਂ, ਠੀਕ। ਰੀਅਲਿਜ਼ਮ ਨੂੰ ਅਸੀਂ ਦੋ ਤਰ੍ਹਾਂ ਦਾ ਮੰਨਦੇ ਹਾਂ। ਇੱਕ ਹੁੰਦਾ ਰੀਅਲਿਜ਼ਮ ਆਫ ਕੰਟੈਂਟ। ਆਮ ਤੌਰ ਤੇ ਰੀਅਲਿਜ਼ਮ ਇਹਨੂੰ ਕਹਿਤਾ ਜਾਂਦਾ ਹੈ ਕਿ ਇਹ ਫਲਾਣੇ ਸਮਾਜ ਦੀ ਗੱਲ ਹੈ, ਇਤਿਹਾਸ ਦੇ ਮੁਤਾਬਕ ਇਹ ਤੱਥਾਂ ਦੇ ਅਨੁਸਾਰ ਹੈ, ਇਹ ਜਿਹੜੇ ਇਹਦੇ ਚਰਿੱਤਰ ਹੈ ਉਹ ਸੱਚੀ ਮੁੱਚੀ ਦੇ ਮਨੁੱਖਾਂ ਵਰਗੇ ਲੱਗਦੇ ਹੈ, ਜਿੱਦਾਂ ਦਾ ਮੇਜ਼ ਹੈ ਸੱਚੀ ਮੁੱਚੀ ਦਾ ਮੇਜ਼ ਇੱਦਾਂ ਦਾ ਹੁੰਦਾ ਹੈ। ਕੋਈ ਕਹੇ ਜੀ ਇੱਕ ਲੱਤ ਵਾਲਾ ਮੇਜ਼ ਸੀ ਜਿਹੜਾ ਟੇਢਾ ਖੜਾ ਸੀ, ਉਹਦੇ ਉੱਪਰ ਕੌਫੀ ਦਾ ਗਲਾਸ ਪਿਆ ਸੀ ਤੇ ਡੁੱਲਦੀ ਨਹੀਂ ਸੀ ਬਈ, ਆ ਕੀ ਹੋਇਆ? ਤਾਂ ਮੈਜੀਕਲ ਰੀਅਲਿਜ਼ਮ ਹੋ ਗਿਆ, ਫਿਰ ਰੀਅਲਿਜ਼ਮ ਤਾਂ ਹੈ ਨਹੀਂ। ਸੋ ਰੀਅਲਿਜ਼ਮ ਆਫ ਕੰਟੈਂਟ ਹੁੰਦਾ ਜਿਹੜਾ ਕੁੱਲ ਮਿਲਾ ਕੇ ਤੱਥਾਂ ਨੂੰ ਸੱਚ, ਵਾਸਤਵਿਕਤਾ ਮੰਨ ਕੇ ਚੱਲਦਾ ਹੈ। ਇੱਕ ਹੁੰਦਾ ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ। ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ ਕੀ ਹੁੰਦਾ ਹੈ? ਤੁਸੀਂ ਕਹਿੰਦੇ ਹੋ ਚੁੜੇਲ ਮੈਨੂੰ ਰਾਤੀ ਮਿਲੀ, ਸਰਾਣੇ ਬੈਠੀ ਹੋਈ ਸੀ ਤੇ ਮੈਨੂੰ ਕਹਿੰਦੀ ਉਹ ਤੂੰ ਜਿਹੜੀ ਕਿਤਾਬ ਪੜ੍ਹਦਾ ਪੜ੍ਹਦਾ ਸੌਂ ਗਿਆ ਸੀ, ਇੱਕ ਮਿੰਟ ਜਰਾ ਚੁੱਕ, ਤਾਂ ਉਹਦੀ ਨਾ ਤੀਜੀ ਲਾਈਨ ਤੇ ਤੂੰ ਲਾਈਨ ਮਾਰਦਾ ਪਿਆ ਸੀ ਤੇ ਤੇਰੀ ਪੈਨਸਲ ਫਿਸਲ ਗਈ ਤੇ ਉਹ ਨਾ ਅੱਖਰ ਥੋੜਾ ਜਿਹਾ ਮੱਧਮ ਹੋ ਗਿਆ, ਇਰੇਜ਼ਰ ਚੁੱਕ ਤੇ ਮਿਟਾ ਲੈ। ਤੇ ਮੈਂ ਕਿਤਾਬ ਚੁੱਕੀ, ਠੀਕ ਗੱਲ ਸੀ ਉਹਦੀ, ਮੈਂ ਇਰੇਜ਼ਰ ਵੀ ਚੁੱਕਣ ਲੱਗਾ ਤਾਂ ਦੇਖਿਆ ਕਿ ਉਹ ਤਾਂ ਮੇਜ਼ ਦੇ ਥੱਲੇ ਪਿਆ। ਮੈਂ ਲਾਈਟ ਜਲਾਈ, ਇਰੇਜ਼ਰ ਚੁੱਕਿਆ, ਮਿਟਾ ਦਿੱਤੀ। ਤੇ ਮੈਂ ਚੁੜੇਲ ਨੂੰ ਕਹਿਣ ਹੀ ਲੱਗਾ ਸੀ ਕਿ ਬਈ ਲੈ ਕਰ ਦਿੱਤਾ, ਹੁਣ ਦੱਸ। ਉਹ ਕਹਿੰਦੀ ਬਾਏ ਬਾਏ। ਹੁਣ ਚੁੜੇਲ ਦੇ ਨਾਲ ਇਰੇਜ਼ਰ ਔਰ ਲਾਈਨ ਕਿੱਥੋਂ ਆਏ? ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ ਉਹ ਹੈ ਜਿਹੜਾ ਅਨਰੀਅਲ ਸਿਚੁਏਸ਼ਨ ਦੇ ਵਿੱਚ ਵੀ ਇੱਕ ਕੋਈ ਐਸਾ ਤੱਤ ਲੈਣ ਦਾ ਜਿਹੜਾ ਬਿਲਕੁਲ ਹੀ ਜ਼ਿੰਦਾ ਹੈ। ਜਿਵੇਂ ਗੈਬਰੀਅਲ ਗਾਰਸ਼ੀਆ ਮਾਰਕੁਇਸ ਦੇ 100 Years Solitude ਦੇ ਵਿੱਚ ਉਹ ਇੱਕ ਸੀਨ ਆਉਂਦਾ ਹੈ ਕਿ ਬੰਦ ਕਮਰਾ ਪਿਆ ਹੈ ਜਿਸ ਦੇ ਵਿੱਚ ਇੱਕ ਮੇਜ਼ ਹੈ, ਕੁਰਸੀ ਹੈ, ਕਿਤਾਬ ਖੁੱਲੀ ਹੈ। ਰੋਜ਼ ਕਿਤਾਬ ਦਾ ਸਫ਼ਾ ਬਦਲਿਆ ਹੁੰਦਾ ਤੇ ਉਸ ਮੇਜ਼ ਦੇ ਉੱਪਰ ਨਾ ਮਿੱਟੀ ਹੁੰਦੀ ਨਾ ਕਿਤਾਬ ਦੇ ਮਿੱਟੀ ਹੁੰਦੀ, ਸਫ਼ਾ ਬਦਲ ਜਾਂਦਾ ਹੈ ਕੋਈ, ਕਮਰਾ ਬੰਦ ਪਿਆ। ਜਦੋਂ ਤੁਸੀਂ ਦੇਖਦੇ ਮਿੱਟੀ ਵੀ ਕੋਈ ਨਹੀਂ ਹੈ, ਕਮਰਾ ਵੀ ਹੈਗਾ ਹੈ, ਸਾਰੇ ਸੁਪਨੇ ਦੇ ਵਿੱਚ ਇੱਕ ਜਿਹੜੀ ਵਾਸਤਵਿਕਤਾ ਵਾਲੀ ਚੀਜ਼ ਹੈ ਉਸ ਨੂੰ ਅਸੀਂ ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ ਕਹਿੰਦੇ ਹਾਂ। ਉਹ ਕੀ ਕੰਮ ਕਰਦੀ ਹੈ? ਇਹ ਤੁਹਾਨੂੰ ਸਰਵਾਂਤੇ ਦੇ ਨਾਵਲਾਂ 'ਚ ਮਿਲਦਾ। ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ ਹੈ ਕਿ ਸਭ ਕੁਝ ਜੋ ਅਨਰੀਅਲ ਲੱਗਦਾ ਹੈ, ਸੁਪਨਾ ਲੱਗਦਾ ਹੈ, ਉਸ ਦੇ ਵਿੱਚ ਇੱਕ ਵਾਸਤਵਿਕਤਾ ਵਰਗੀ ਚੀਜ਼ ਤੁਹਾਨੂੰ ਆਪਣੀ ਜਿਹੜੀ ਜ਼ਿੰਦਗੀ ਦੀ ਵਾਸਤਵਿਕਤਾ ਹੈ ਉਸ ਨੂੰ ਨਵੇਂ ਸਿਰੇ ਤੋਂ ਸਨਮੁਖ ਹੋਣ ਦੇ ਲਈ ਬੁਲਾਉਂਦੀ ਹੈ। ਜੇ ਤੁਹਾਨੂੰ ਕਦੇ ਕੋਈ ਕਹੇ, ਔਰ ਤੁਸੀਂ ਦੇਖਿਆ ਹੋਣਾ ਹੈ ਕਿ ਤੁਹਾਡੇ ਨਾਲ ਅਕਸਰ ਹੁੰਦਾ ਕਿ ਤੁਸੀਂ ਜੇ ਆਟੋ ਤੇ ਬੱਸ ਸਟੈਂਡ ਜਾਂਦੇ ਹੋ ਜਾਂ ਸ਼ਹਿਰ ਜਾਂਦੇ ਹੋ ਤਾਂ ਪਟਿਆਲਾ ਹੋਰ ਤਰ੍ਹਾਂ ਦਾ ਹੁੰਦਾ, ਤੇ ਜੇ ਰਿਕਸ਼ਾ ਜਾਓ ਤਾਂ ਹੋਰ ਤਰ੍ਹਾਂ ਹੁੰਦਾ, ਪੈਦਲ ਜਾਓ ਤਾਂ ਫਿਰ ਬਦਲ ਜਾਂਦਾ, ਬੱਸ ਵਿੱਚ ਜਾਓ ਤਾਂ ਫਿਰ ਬਦਲ ਜਾਂਦਾ। ਤੁਹਾਡਾ ਲੈਵਲ, ਤੁਹਾਡੀ ਸਪੀਡ ਇਹ ਨਿਰਧਾਰਿਤ ਕਰਦੇ ਕਿ ਤੁਹਾਨੂੰ ਜੋ ਦਿਸਦਾ ਕਿੱਦਾਂ ਦਿਸਦਾ ਪਿਆ। ਇਸ ਲਈ ਅਸੀਂ ਆਪਣੇ ਸੰਬੰਧ ਤੋੜ ਲਏ ਜਦੋਂ ਤੁਸੀਂ ਪੈਦਲ ਜਾਣਾ ਛੱਡ ਦਿੱਤਾ, ਕਿਉਂਕਿ ਅਸੀਂ ਬਣੇ ਤਾਂ ਪੈਦਲ ਦੇਖਣ ਲਈ, ਮਹਿਸੂਸ ਕਰਨ ਲਈ। ਦੋਸਤੋਵਸਕੀ ਦੇ ਕ੍ਰਾਈਮ ਐਂਡ ਪਨਿਸ਼ਮੈਂਟ ਦਾ ਜਿਹੜਾ ਹੀਰੋ ਹੈ, ਜਦੋਂ ਉਹ
ਕਤਲ ਕਰਨ ਤੋਂ ਪਹਿਲੇ ਦੇਖਣ ਜਾਂਦਾ ਹੈ ਭਈ ਉੱਥੇ ਕਿੱਦਾਂ ਕਿੱਦਾਂ ਹੈ, ਪੌੜੀਆਂ ਕਿੰਨੀਆਂ ਹੈ ਤੇ ਆਲੇ ਦੁਆਲੇ ਕੌਣ ਹੁੰਦਾ ਹੈ, ਕਿਹੜਾ ਮੌਕਾ ਠੀਕ ਹੋਏਗਾ ਉੱਪਰ ਜਾ ਕੇ ਕਤਲ ਕਰਕੇ ਵਾਪਸ ਆਉਣ, ਤਾਂ ਕਿ ਫੜਿਆ ਵੀ ਨਾ ਜਾਵਾਂ। ਤਾਂ ਜਾ ਰਿਹਾ ਹੈ। ਉਸ ਤੋਂ ਬਾਅਦ ਉਹ ਫਿਰ ਮੁੜ ਕੇ ਜਾਂਦਾ ਹੈ। ਜਦੋਂ ਕਤਲ ਕਰਨ ਜਾਂਦਾ ਹੈ, ਕੋਰਟ ਦੇ ਵਿੱਚ ਉਹਨੇ ਆਪਣਾ ਹਥਿਆਰ ਲਗਾਇਆ ਹੋਇਆ ਹੈ ਤੇ ਬੜੇ ਧਿਆਨ ਨਾਲ ਦੇਖਦਾ ਪਿਆ। ਉਹ ਕਹਿੰਦਾ ਯਾਰ ਅੱਜ ਤੱਕ ਮੈਂ ਦੇਖਿਆ ਨਹੀਂ, ਪਰ ਰਸਤੇ 'ਚ ਫਲਾਣੀ ਦੁਕਾਨ ਹੈ, ਉਹਦਾ ਇਹ ਬੋਰਡ ਹੈ, ਉੱਥੇ ਉਹ ਆਦਮੀ ਬੈਠਾ ਹੁੰਦਾ ਹੈ, ਇਸ ਮੋੜ ਤੇ ਨਿਕਲੋ ਤਾਂ ਇੱਥੇ ਇੱਕ ਨਾਲੀ ਟੁੱਟੀ ਹੋਈ ਹੈ, ਮੈਂ ਦੇਖਿਆ ਹੀ ਨਹੀਂ ਕਦੀ, ਕਿਉਂਕਿ ਅੱਜ ਕਤਲ ਕਰਨ ਚੱਲਣਾ, ਅੱਜ ਸਭ ਕੁਝ ਧਿਆਨ ਨਾਲ ਦਿਸਣ ਲੱਗ ਪਿਆ ਹੈ। ਇਹ ਕੀ ਹੈ? ਦਿਸ ਇਜ਼ ਦ ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ। ਉਸੇ ਬੰਦੇ ਨੂੰ ਜਿਹੜਾ ਉਹ ਇੱਕ ਖਾਸ ਤਰ੍ਹਾਂ ਦੇ ਕ੍ਰਾਈਸਿਸ ਵਿੱਚ ਹੈ, ਔਰ ਕ੍ਰਾਈਸਿਸ ਔਰ ਕ੍ਰਿਟਿਸਿਜ਼ਮ ਦਾ ਨਾ ਇੱਕ ਸੰਬੰਧ ਹੈ। ਰੋਲਨ ਬਾਰ ਦੀ ਇੱਕ ਨਿੱਕੀ ਜਿਹੀ ਕਿਤਾਬ ਹੈ ਕ੍ਰਿਟਿਸਿਜ਼ਮ ਐਂਡ ਮੈਥਡ, ਜਿਸ ਦੇ ਵਿੱਚ ਉਹ ਥਾਂ ਤੇ ਕਹਿੰਦਾ ਵੀ ਕ੍ਰਿਟਿਸਿਜ਼ਮ ਕੀ ਹੈ? ਪੁਸ਼ਿੰਗ ਸਮਥਿੰਗ ਟੂ ਏ ਕ੍ਰਾਈਸਿਸ। ਦੇਖੋ ਕਿੰਨੀ ਖੂਬਸੂਰਤ ਔਰ ਕਿੰਨੀ ਕਮਾਲ ਦੀ ਪਰਿਭਾਸ਼ਾ ਹੈ। ਆਲੋਚਨਾ ਇਹ ਨਹੀਂ ਹੁੰਦੀ ਬਈ ਕੋਈ ਸਿਧਾਂਤ ਦੇ ਨਿਯਮਾਂ ਨੂੰ ਅਪਲਾਈ ਕਰਕੇ ਟੈਕਸਟ ਪੜ੍ਹਨੀ, ਨਾ 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 ਨਾ, ਅਰਥਾਂ ਨੂੰ ਐਸਾ ਧੱਕਾ ਲਾਣਾ ਕਿ ਸੰਕਟ ਚ ਆ ਜਾਣ ਕਿ ਇਹ ਹੁੰਦਾ ਕੀ ਪਿਆ ਹੈ, ਜੋ ਲੱਗਦਾ ਹੈ ਇਹ ਤਾਂ ਨਹੀਂ ਹੁੰਦਾ, ਕੁਝ ਹੋਰ ਹੀ ਹੁੰਦਾ ਹੋਣਾ, ਦੇਖੀਏ ਤਾਂ ਸਹੀ। ਉਹ ਕ੍ਰਿਟਿਸਿਜ਼ਮ ਹੈ। ਬੈਸਟ ਕ੍ਰਿਟਿਸਿਜ਼ਮ ਇਹ ਹੁੰਦਾ। ਸੋ ਜਿਹੜਾ ਇਹ ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ ਹੈ ਔਰ ਰੀਅਲਿਜ਼ਮ ਆਫ ਕੰਟੈਂਟ ਹੈ, ਦੇਖੋ ਹੁਣ ਫਰਕ ਕੀ ਹੈ। ਰੀਅਲਿਜ਼ਮ ਆਫ ਕੰਟੈਂਟ ਤਾਂ ਮੰਨ ਕੇ ਚੱਲਦਾ ਵੀ ਇਹ ਸਾਰੀ ਦੁਨੀਆ ਹੈ, ਇਹ ਇਦਾਂ ਹੀ ਚੱਲਣੀ। ਇਹਦੇ ਸਾਨੂੰ ਪਤਾ ਹੈ ਵੀ ਯੂਨੀਵਰਸਿਟੀ ਜੇ ਕੋਈ ਯੂਨੀਵਰਸਿਟੀ ਹੈ, ਕਾਫਕਾ 'ਚ ਹੁੰਦਾ ਹੈ ਨਾ ਕਿ ਬੰਦਾ ਜਾਂਦਾ ਹੈ ਤਾਂ ਕਚਹਿਰੀ ਲੱਗੀ ਹੈ, ਅਗਲੇ ਦਿਨ ਜਾਂਦਾ ਤਾਂ ਧੋਬਣਾ ਬੈਠੀਆਂ ਹੋਈਆਂ, ਕਹਿੰਦਾ ਇਹ ਕੀ ਹੈ? ਕਹਿੰਦੀ ਹਾਂ ਇਹ ਤਾਂ ਸਾਡੇ ਘਰ ਹੈ। ਹਾਂ ਇੱਥੇ ਕਹਿੰਦੇ ਕਚਹਿਰੀ ਲੱਗਦੀ ਹੁੰਦੀ ਹੈ। ਉਹ ਕਹਿੰਦੀ ਯਾਰ ਧੋਬਣਾ ਦੇ ਘਰਾਂ 'ਚ ਕਚਹਿਰੀ ਵੀ ਲੱਗਦੀ ਹੁੰਦੀ ਹੈ। ਤੇ ਜਿਹੜਾ ਜੱਜ ਹੈ ਉਹ ਕੋਲ ਜਾ ਕੇ ਦੇਖਦਾ ਪਿਆ, ਉਹ ਜੱਜ ਅਸ਼ਲੀਲ ਕਿਤਾਬ ਦੇਖਦਾ ਪਿਆ, ਤਸਵੀਰਾਂ ਦੇਖਦਾ ਪਿਆ, ਜੱਜ ਇਹ ਕਰਦੇ ਪਏ, ਨਾਲ ਆਰਗੂਮੈਂਟ ਚੱਲੀ ਜਾਂਦੀ ਹੈ। ਲੋਕਾਂ ਦੇ ਹੱਸੀ ਜਾਂਦੇ, ਕੋਈ ਵਕੀਲਾਂ ਨੂੰ ਛੇੜੀ ਜਾਂਦਾ। ਇੱਦਾਂ ਦੀਆਂ ਅਦਾਲਤਾਂ ਤਾਂ ਨਹੀਂ ਹੁੰਦੀਆਂ, ਪਰ ਜੇ ਸੱਚੀ ਮੁੱਚੀ ਤੁਸੀਂ ਅਦਾਲਤਾਂ 'ਚ ਗਏ ਹੋ ਤਾਂ ਤੁਸੀਂ ਦੇਖ ਲਓਗੇ ਇੱਦਾਂ ਨਹੀਂ ਹੁੰਦੀਆਂ। ਮੈਂ ਇੱਕ ਐਸਾ ਜੱਜ ਦੇਖਿਆ ਹੋਇਆ, ਜਦੋਂ ਉਹਦੇ ਸਾਹਮਣੇ ਆਰਗੂਮੈਂਟ ਹੋ ਗਈ, ਬਾਰ ਐਟ ਲਾਅ ਕਰਕੇ ਕੋਈ ਬੰਦਾ ਆਇਆ ਸੀ, ਉਹ ਅੰਗਰੇਜ਼ੀ ਦੇ ਵਿੱਚ ਬੋਲ ਗਿਆ, ਦੂਜਾ ਵੀ ਬੋਲ ਗਿਆ, ਜਦੋਂ ਚਲੇ ਗਏ ਤਾਂ ਜੱਜ ਦੋ ਵਕੀਲਾਂ ਮਿਲਾ ਕੇ ਯਾਰ ਮੈਨੂੰ ਪੰਜਾਬੀ 'ਚ ਸਮਝਾ ਦਿਓ ਕੀ ਬੋਲ ਕੇ ਗਏ। ਸਿਵਲ ਜੱਜ ਸੀ ਉਹ ਆਦਮੀ, ਤੇ ਐਨੇ ਗਾਣੇ ਪਾ ਕੇ ਬੈਠਾ ਸੀ ਕਿ ਉਹ ਤਸਵੀਰਾਂ 'ਚ ਹੀ ਹੁੰਦੇ, ਗਲੇ 'ਚ ਹੀ 2-3 ਚੇਨਾਂ, ਹੱਥਾਂ ਤੇ ਵੀ ਮੁੰਦੀਆਂ ਪਾਈਆਂ। ਜੇ ਮੈਂ ਤੁਹਾਨੂੰ ਉੱਦਾਂ ਇੱਕ ਕਹਾਣੀ ਦਿਖਾ, ਤੁਸੀਂ ਕਹਿਣਾ ਜੀ ਇਹ ਤਾਂ ਨਾ ਬੜੀ ਝੂਠੀ ਜਿਹੀ ਕਹਾਣੀ ਹੈ, ਪਰ ਮੈਂ ਤਾਂ ਸੱਚੀ ਦੇਖਿਆ ਹੋਇਆ। ਜਦੋਂ ਅਸੀਂ ਰੀਅਲਿਜ਼ਮ ਆਫ ਕੰਟੈਂਟ ਤੋਂ ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ ਨਾਲ ਮੁੜਦੇ ਹਾਂ ਤਾਂ ਉਹਦੇ 'ਚ ਕੀ ਹੁੰਦਾ ਕਿ ਪਹਿਲੀ ਵਾਰੀ ਸਾਡੀਆਂ ਇੰਦਰੀਆਂ ਜਾਗਦੀਆਂ, ਕਿਉਂਕਿ ਅਸੀਂ ਇੱਕ ਅਸੰਭਵ ਨਾਮੁਮਕਿਨ ਹੁੰਦੇ ਮਾਹੌਲ ਦੇ ਵਿੱਚ ਇੱਕ ਐਸੀ ਚੀਜ਼ ਦੇਖੇ ਜਿਹੜੀ ਬਿਲਕੁਲ ਹੀ ਮੁਮਕਿਨ ਹੈ, ਬਿਲਕੁਲ ਹੀ ਸਧਾਰਨ ਹੈ। ਜਦੋਂ ਉਹਨੂੰ ਮੁੜ ਕੇ ਦੇਖਦੇ ਹਾਂ ਤਾਂ ਹੋਰ ਤਰ੍ਹਾਂ ਦਿਖਦੀ ਹੈ, ਕਿਉਂਕਿ ਅੱਗੇ ਪਿੱਛੇ ਤਾਂ ਕੁਝ ਨਹੀਂ ਦਿਸਦਾ। ਜਿਵੇਂ ਤੁਸੀਂ ਸਾਰੇ ਬੈਠੇ ਹੋ, ਤੁਹਾਡੀ ਇੱਕ ਤਸਵੀਰ ਲਈ ਜਾਏ, ਉਹ ਤਸਵੀਰ ਦੇ ਵਿੱਚ ਸਿਰਫ ਇੱਕ ਬੰਦੇ ਦੀ ਇੱਕ ਅੱਖ ਠੀਕ ਦਿਸਦੀ ਹੋਵੇ, ਬਾਕੀ ਸਾਰਾ ਕੁਝ ਹੀ ਬਲਰ ਕਰਦਾ ਗਿਆ ਹੋਵੇ, ਦਿਸਦਾ ਸਾਰਾ ਕੁਝ ਹੋਵੇ ਲੇਕਿਨ ਬਲਰ ਕਰਦਾ ਗਿਆ ਹੋਵੇ, ਕਿ ਉਹ ਤਸਵੀਰ ਦੂਜੀਆਂ ਤਸਵੀਰਾਂ ਵਰਗੀ ਹੋਏਗੀ? ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ ਉਹ ਹੁੰਦਾ ਹੈ। ਤੇ ਜਦੋਂ ਇੰਦਰੀਆਂ ਜਾਗਦੀਆਂ ਤਾਂ ਕੀ ਹੁੰਦਾ? ਦੇਖੋ ਮੈਂ ਹਿਸਾਬ ਲਗਾ ਕੇ ਦੇਖਦਾ ਸੀ ਵੀ ਗੁਰਦਿਆਲ ਸਿੰਘ ਨੇ ਆਪਣੀ ਕਹਾਣੀ ਸੁਣਾਉਣ ਲਈ ਸਾਡੀਆਂ ਕਿਹੜੀਆਂ ਇੰਦਰੀਆਂ ਮੋਬਿਲਾਈਜ਼ ਕੀਤੀਆਂ। ਇਹ ਇੱਕ ਟੈਸਟ ਹੁੰਦਾ ਹੈ, ਸਾਹਿਤ ਦਾ ਵੀ, ਫਿਲਮ ਦਾ ਵੀ, ਪੇਂਟਿੰਗ ਦਾ ਵੀ, ਮਿਊਜ਼ਿਕ ਦਾ ਵੀ, ਪਰ ਖਾਸ ਤੌਰ ਤੇ ਸਾਹਿਤ ਦਾ। ਔਰ ਸਾਹਿਤ ਇਸ ਕਰਕੇ ਔਖਾ ਹੈ ਕਿਉਂਕਿ ਸਾਹਿਤ ਵਿੱਚ ਅਸੀਂ ਭਾਸ਼ਾ ਇਸਤੇਮਾਲ ਕਰਦੇ ਹਾਂ, ਸ਼ਬਦ ਇਸਤੇਮਾਲ ਕਰਦੇ ਹਾਂ। ਸ਼ਬਦ ਹਰ ਕੋਈ ਇਸਤੇਮਾਲ ਕਰੀ ਜਾਂਦਾ ਹੈ। ਪੇਂਟਰ ਹੋ ਸਕਦਾ ਕਿ ਆਪਣੇ ਰੰਗ ਬਣਾ ਲਏ, ਮੂਰਤੀਕਾਰ ਹੋ ਸਕਦਾ ਖਾਸ ਤਰ੍ਹਾਂ ਦਾ ਪੱਥਰ ਤਿਆਰ ਕਰ ਲਏ, ਪਰ ਅਸੀਂ ਤਾਂ ਨਹੀਂ ਕਰ ਸਕਦੇ। ਤੁਸੀਂ ਦੇਖੋ ਕਿ ਖੁਸ਼ਬੂ ਦੀ ਗੱਲ ਕਰਦਾ, ਜਦੋਂ ਉਹ ਜਾ ਕੇ ਆਪਣੀ ਮਾਂ ਦੇ ਮੰਜੇ ਤੇ ਬਹਿੰਦਾ ਹੈ ਤਾਂ ਉਹਨੂੰ ਆਪਣੀ ਤਾਈ ਯਾਦ ਆ ਜਾਂਦੀ ਪਈ। ਮੈਂ ਨਿੱਕਾ ਜਿਹਾ ਹੁੰਦਾ ਸੀ ਤਾਂ ਤਾਈ ਮੈਨੂੰ ਜੱਫੀ 'ਚ ਕੁੱਟ ਲੈਂਦੀ ਹੁੰਦੀ ਸੀ, ਰਜਾਈ ਦੇ ਵਿੱਚ ਲਗੋ ਲੈਂਦੀ ਸੀ, ਤੇ ਤਾਈ ਦੇ ਜਿਸਮ ਦੀ ਬੂ ਮੇਰੀ ਮਾਂ ਦੇ ਦੁੱਧ ਵਰਗੀ ਹੁੰਦੀ ਸੀ। ਹੁਣ ਦੇਖੋ ਇਹ ਦੋਨੋਂ ਚੀਜ਼ਾਂ ਆ ਗਈਆਂ, ਸੈਂਸ ਆਫ ਸਮੈਲ ਵੀ ਹੈ ਔਰ ਸੈਂਸ ਆਫ ਟੇਸਟ ਵੀ ਹੈ। ਔਰ ਇਹ ਕਿਸ ਤਰ੍ਹਾਂ ਦਾ ਦੇਖੋ ਚਮਤਕਾਰ ਹੋ ਰਿਹਾ ਹੈ ਕਿ ਸਮੈਲ ਤੋਂ ਤੁਹਾਨੂੰ ਸਵਾਦ ਯਾਦ ਆ ਰਿਹਾ ਹੈ। ਇਹ ਕੀਟਸ ਵਿੱਚ ਹੁੰਦਾ ਮੈਂ ਦੇਖਿਆ ਹੈ, ਲੇਕਿਨ ਹੋਰ ਕਿਸੇ ਦੇ ਇੱਦਾਂ ਦਾ ਹੁੰਦਾ ਨਹੀਂ ਦੇਖਿਆ ਕਿ ਸੈਂਸਿਸ ਇੱਕ ਦੂਜੇ ਨਾਲ ਓਵਰਲੈਪ ਕਰਦੀਆਂ ਹੋਣ, ਇੱਕ ਦੂਜੇ 'ਚ ਲੀਕ ਕਰਦੀਆਂ ਹੋਣ। ਜਾਂ ਫਿਰ ਵਰਜੀਨੀਆ ਵੁਲਫ ਦਾ ਇੱਕ ਕਰੈਕਟਰ ਹੈ ਸੈਪਟੀਮਸ ਸਮਿਥ, ਮਿਸਟਰ ਡੈਲੋਵੇ ਦੇ ਵਿੱਚ,
ਵਰਲਡ ਵਾਰ ਦੇ ਵਿੱਚ ਉਹਦੇ ਕੋਲ ਬੰਬ ਫਟ ਗਿਆ ਸੀ, ਜਿਸ ਕਰਕੇ ਉਹਦੇ ਬ੍ਰੇਨ 'ਚ ਡੈਮੇਜ ਹੋ ਗਿਆ। ਤੇ ਉਸ ਕਰਕੇ ਕੀ ਹੁੰਦਾ, ਜਦੋਂ ਕੋਈ ਵਾਇਲਨ ਵਜਾਉਂਦਾ ਹੈ ਤਾਂ ਉਹਨੂੰ ਵਾਇਲਨ ਸੁਣਦੀ ਨਹੀਂ ਹੈ, ਦਿਸਦੀ ਹੈ। ਉਹਨੂੰ ਅਲੱਗ-ਅਲੱਗ ਸੁਰ ਏਦਾਂ ਲੱਗਦਾ ਵੀ ਖਿੜਕੀ ਦੇ ਵਿੱਚ ਹਰੇ ਰੰਗ ਦਾ ਆ ਗਿਆ, ਇੱਥੇ ਗਾੜਾ ਜਿਹਾ, ਉੱਪਰੋਂ ਨੀਲਾ ਵੀ ਆਉਂਦਾ ਪਿਆ। ਸੋਚੋਗੇ ਲੋਕ ਗੱਲਾਂ ਕਰਦੇ ਹੋਣ, ਤੁਹਾਨੂੰ ਗੱਲਾਂ ਸੁਣਦੀਆਂ ਨਾ ਹੋਣ, ਦਿਸਦੀਆਂ ਹੋਣ, ਤੇ ਦੇਖਣ ਵਾਲੀ ਚੀਜ਼ ਸੁਣਦੀ ਹੋਵੇ। ਬ੍ਰੇਨ ਡੈਮੇਜ ਦੇ ਕੇਸ ਹੈ ਉਹ। ਲੇਕਿਨ ਇਹੀ ਚੀਜ਼ ਸਾਇਨੈਸਥੀਸੀਆ ਵੀ ਹੈ ਸਾਹਿਤ ਵਿੱਚ। ਸੋ ਟੱਚ, ਉਹ ਕਿੰਨਾ ਸੋਹਣਾ ਇਮੇਜ ਹੈ ਜਦੋਂ ਕਹਿੰਦਾ ਕਿ ਉਹਨੇ ਜੁੱਤੀ ਝਾੜੀ, ਜੁੱਤੀ ਦੇ ਵਿੱਚ ਠੰਡੀ ਰੇਤ ਸੀ। ਹੁਣ ਜਿਹੜਾ ਕੱਚਾ ਲੇਖਕ ਹੈ ਨਾ, ਅੰਗਰੇਜ਼ੀ 'ਚ ਬਹੁਤ ਸਾਰੇ ਇੱਧਰ ਕੱਚੇ ਲੇਖਕ ਅੱਜ ਕੱਲ੍ਹ ਬਹੁਤ ਲਿਖਦੇ ਆ। ਜਿਵੇਂ ਮੈਂ ਕਹਿੰਦਾ ਹੁੰਦਾ ਕਿ ਇੱਕ ਲੇਖਕ ਹੈ, ਉਹ ਜਿੰਨੀ ਵਾਰੀ ਕਿਸੇ ਕੁੜੀ ਨੂੰ ਮੁਸਕਰਾਉਂਦੀ ਦਿਖਾਇਆ ਗਿਆ, ਉਹਦੇ ਮੋਤੀਆਂ ਵਰਗੇ ਦੰਦ ਚਮਕਦੇ ਪਏ ਸੀ। ਉਹ ਦੰਦਾਂ ਦੇ ਕੋਈ ਯਾਰ ਕੋਈ ਤੁਸੀਂ ਇਮੇਜ ਹੀ ਚੇਂਜ ਕਰ ਲਓ, ਜਾਂ ਨਾ ਚਮਕਾਓ, ਕੋਈ ਗੱਲ ਨਹੀਂ। ਇਹੀ ਕਹਿ ਦਿਓ ਦੰਦ ਬੜੇ ਪੀਲੇ ਪੀਲੇ ਸੀ ਤੇ ਅੱਜ ਬਰਸ਼ ਕਰਨਾ ਭੁੱਲ ਗਈ ਸੀ। ਕੀ ਫਰਕ ਪੈਂਦਾ ਹੈ ਨਾ? ਰੀਅਲਿਜ਼ਮ ਹੀ ਲੈ ਕੇ ਆਉਣਾ ਹੈ ਨਾ। ਮੋਤੀ ਉਹ ਥੋੜੀ ਰੀਅਲ ਹੁੰਦੇ ਇਕੱਲੇ, ਟੁੱਥਪੇਸਟ ਵੀ ਤਾਂ ਰੀਅਲ ਹੁੰਦਾ। ਵੈਸੇ ਨਾ ਮੈਨੂੰ ਯਾਦ ਆ ਗਿਆ ਵੀ ਟੁੱਥਪੇਸਟ ਤੋਂ ਕਮਲਾ ਦਾਸ ਨੇ ਖੁਸ਼ਵੰਤ ਸਿੰਘ ਬਾਰੇ ਕਿਸ ਵੇਲੇ ਕਿਹਾ ਸੀ। ਉਹ ਖੁਸ਼ਵੰਤ ਸਿੰਘ ਬਹੁਤ ਪਪੂਲਰ ਸੀ, ਤਾਂ ਕਮਲਾ ਦਾਸ ਨੂੰ ਪੁੱਛਿਆ ਖੁਸ਼ਵੰਤ ਸਿੰਘ ਬਾਰੇ ਕੀ ਖਿਆਲ ਹੈ। ਉਹ ਕਹਿੰਦੀ ਹਾਂ, ਬਹੁਤ ਸਵਾਦ ਹੈ ਜਿੱਦਾਂ ਟੁੱਥਪੇਸਟ ਹੁੰਦਾ ਹੈ, ਪਰ ਉਹ ਖਾਇਆ ਨਹੀਂ ਜਾ ਸਕਦਾ, ਇਸ ਕੰਮ ਨਹੀਂ ਆਉਂਦਾ। ਰਾਈਟ। ਫਿਰ ਹੇਅਰਿੰਗ ਹੈ, ਹੇਅਰਿੰਗ ਬਹੁਤ ਇੰਪੋਰਟੈਂਟ ਹੈ। ਦੇਖੋ ਸਾਰੇ ਦੇ ਸਾਰੇ ਇਸ ਚੈਪਟਰ 'ਚ ਆਵਾਜ਼ਾਂ ਆ ਰਹੀਆਂ। ਸ਼ੁਰੂ ਹੀ ਉੱਥੋਂ ਹੁੰਦਾ ਕਿ ਸਵਾਲ ਹੈ, ਉਸ ਤੋਂ ਬਾਅਦ ਜਵਾਬ ਹੈ, ਫਿਰ ਜੁੱਤੀ ਦੀ ਖੜਪ ਹੁੰਦੀ ਪਈ ਹੈ, ਫਿਰ ਉਹ ਬੰਦਾ ਗੱਲ ਕਰਦਾ ਪਿਆ ਤੇ ਉਹਦਾ ਰਿਐਕਸ਼ਨ ਕੀ ਹੈ, ਉਹਦੀ ਪ੍ਰਤੀਕਿਰਿਆ ਕਿੱਦਾਂ ਦੀ ਹੈ, ਕਿ ਉਹ ਗੁੱਸਾ ਗਿਲਾ ਨਹੀਂ ਕਰਦਾ। ਉਹ ਦੇਖੋ ਕਿ ਮਨੋ ਸਥਿਤੀ ਨੂੰ ਇੱਕੋ ਹੀ ਸੈਂਟੈਂਸ ਦੇ ਵਿੱਚ ਕਿੰਨੀ ਬਾਰੀਕੀ ਨਾਲ ਫੜੇਗਾ। ਉਹ ਬੰਦਾ ਗੁੱਸੇ ਵੀ ਹੋ ਸਕਦਾ ਕਿ ਇਹ ਕੀ ਕਰੀ ਜਾਂਦਾ, ਮੇਰੀ ਗੱਲ ਦਾ ਜਵਾਬ ਨਹੀਂ ਦਿੰਦਾ ਪਿਆ, ਕੋਈ ਜਾਂ ਪੁੱਛੀ ਜਾਂਦਾ, ਕੋਈ ਗੱਲ ਨਹੀਂ ਤਾਂ ਬੰਦਾ ਗਾਲੀ ਵੀ ਪੈ ਸਕਦਾ। ਲੇਕਿਨ ਉਹ ਕੁਛ ਨਹੀਂ, ਗੁਰਦਿਆਲ ਸਿੰਘ ਨੇ ਤੁਹਾਨੂੰ ਕੁਛ ਨਹੀਂ ਸਮਝਾਉਣਾ। ਉਹਨੂੰ ਇਹ ਭਰੋਸਾ ਕਿ ਤੁਸੀਂ ਉਹਨੂੰ ਪੜ੍ਹਦੇ ਪਏ ਹੋ ਨਾ, ਇੰਨੇ ਸਿਆਣੇ ਹੋਗੇ, ਸਮਝ ਜਾਓਗੇ। ਨਹੀਂ ਸਮਝਦੇ ਨਾ ਸਹੀ, ਕਹਾਣੀ ਤਾਂ ਚੱਲਦੀ ਪਈ ਹੈ ਨਾ, ਜਿੱਦਣ ਇਸ ਲਾਇਕ ਹੋ ਜਾਓਗੇ ਸਮਝ ਲਈਓ। ਫਿਰ ਅੱਖਾਂ, ਕਿੰਨਾ ਸੋਹਣਾ ਉਹ ਸੀਨ ਹੈ ਜਦੋਂ ਉਹ ਜਾ ਕੇ ਆਪਣੀ ਮਾਂ ਵਾਲੀ ਕੋਠੜੀ 'ਚ ਬੈਠਦਾ ਤੇ ਕੰਧਾਂ ਦੇਖਦਾ ਪਿਆ, ਕੰਧਾਂ ਦਾ ਹਾਲ ਕੀ ਹੈ, ਛੱਤ, ਬੂਹਾ ਕਿੰਨਾ ਨੀਵਾਂ ਹੈ। ਫਲੋਬੇਰ ਦੀ ਹੀਰੋਇਨ ਜਦੋਂ ਵਿਆਹ ਕਰਾ ਕੇ ਆਪਣੇ ਘਰ ਪਹੁੰਚਦੀ ਸਹੁਰਿਆਂ ਦੇ, ਤਾਂ ਸਭ ਤੋਂ ਪਹਿਲੇ ਫਲੋਬੇਰ ਦੱਸਦਾ ਕਿ ਉਹਨੇ ਕੀ ਦੇਖਿਆ। ਲੈ, ਮੈਂ ਵਿਆਹ ਕਰਾ ਕੇ ਇਸ ਘਰ ਆਉਣਾ ਸੀ। ਕਹਿੰਦਾ ਗਲੀ ਦੇ ਨਾਲ ਆਮ ਤੌਰ ਤੇ ਤਾਂ ਹੁੰਦਾ ਕਿ ਗੇਟ ਹੈ, ਪਿੱਛੇ ਘਰ ਸ਼ੁਰੂ ਹੁੰਦਾ ਹੈ, ਭਾਵੇਂ 4 ਫੁੱਟ ਦੀ ਥਾਂ ਹੋਵੇ, 9 ਫੁੱਟ ਦੀ ਥਾਂ ਹੋਵੇ। ਇੱਟਾਂ ਦੀ ਕੰਧ ਸਿੱਧੀ ਖੜੀ ਸੀ, ਨਾਲੀ ਦੇ ਨਾਲ ਬੂਹਾ ਖੁੱਲ੍ਹਾ ਸੀ। ਫਿਰ ਬੈਡਰੂਮ 'ਚ ਜਾਂਦੇ ਤਾਂ ਉਹ ਦੇਖਦੀ ਕਿ ਆਦਮੀ ਨੇ ਛੇਤੀ ਫੁੱਲਦਾਨ ਚੁੱਕਿਆ, ਜਿਹਦੇ 'ਚ ਉਹ ਕਾਗਜ਼ ਦੇ ਫੁੱਲ ਪਏ, ਜਿਹੜੇ ਉਹਦੇ ਵਿਆਹ ਤੇ ਜਦੋਂ ਉਹਦੀ ਪਿਛਲੀ ਤੀਵੀਂ ਨਾਲ ਵਿਆਹ ਹੋਇਆ ਸੀ ਉਹ ਮਿਲਿਆ ਸੀ, ਤੇ ਦੇਖਿਆ ਹੁਣ ਤਾਂ ਨਵੀਂ ਆ ਗਈ ਹੈ। ਫਟਾਫਟ ਚੁੱਕਿਆ, ਬਲਦੀ ਹੋਈ ਅੰਗੀਠੀ 'ਚ ਪਾ ਦਿੱਤਾ, ਤੇ ਉਹਦੀ ਜਿਹੜੀ ਸੁਆਹ ਉੱਡੀ ਉਹ ਤਿਤਲੀਆਂ ਦੀ ਤਰ੍ਹਾਂ ਉੱਡਦੀ ਹੋਈ ਫੈਲ ਗਈ। ਇਹਨੂੰ ਲੱਗਿਆ ਕਿ ਜੇ ਮੈਂ ਮਰ ਗਈ ਤਾਂ ਇਹਨੇ ਮੇਰਾ ਗੁਲਦਸਤਾ ਵੀ ਤਾਂ ਏਦਾਂ ਚੁੱਕ ਕੇ ਅੱਗ 'ਚ ਪਾ ਦੇਣਾ। ਦੇਖੋ ਨਿੱਕੀ ਜਿਹੀ ਗੱਲ ਤੋਂ ਕੀ ਬੰਦਾ ਨਿਕਲਦਾ। ਸੋ ਇੱਥੇ ਉਸ ਕੰਧ ਦਾ ਹਾਲ ਕੀ ਹੈ, ਉਹ ਛੱਤ ਕਿੱਦਾਂ ਦੀ ਹੈ, ਉਹ ਕੈਦ ਵਰਗੀ ਹੈ, ਉੱਥੇ ਕੁਛ ਵੀ ਨਹੀਂ ਬਦਲਿਆ, ਮਾਂ ਦੇ ਆਲੇ ਦੁਆਲੇ ਤੋਂ ਕੁਛ ਵੀ ਨਹੀਂ ਬਦਲਿਆ। ਸੋ ਮਾਂ ਦਾ ਉਹ ਐਗਜ਼ਾਈਲ ਹੈ ਜਿਹੜਾ ਇੱਥੇ ਆ ਕੇ ਹੋ ਗਿਆ। ਫਿਰ ਆਵਾਜ਼ਾਂ ਦੀ ਗੱਲ ਦੇਖੋ, ਕੁਛ ਆਵਾਜ਼ਾਂ ਨੂੰ ਸੁਣਦਾ ਤਾਂ ਲੱਗਦਾ ਕਿ ਪਛਾਣੀ ਹੋਈ ਹੈ, ਪਰ ਯਾਦ ਨਹੀਂ ਆਉਂਦਾ ਕਿਹਦੀ। ਪਰ ਸਿੰਨੀ ਦੀ ਆਵਾਜ਼ ਉਹ ਪਛਾਣ ਜਾਂਦਾ, ਮਾਂ ਦੀ ਆਵਾਜ਼ ਨਹੀਂ ਪਛਾਣਦਾ। ਇਸਨੇ ਕਮਾਲ ਦੀ ਗੱਲ ਹੈ। ਦੇਖੋ ਇਹ ਆਮ ਕੱਚਾ ਪਾਠਕ ਕੇ ਪੁੱਛ ਸਕਦਾ ਕਿ ਇਹ ਗੁਰਦਿਆਲ ਸਿੰਘ ਹੋਣੀ ਇਹ ਗਲਤ ਕੰਮ ਕਰਦੇ ਪਏ, ਕਿਸੇ ਹੋਰ ਔਰਤ ਦੀ ਆਵਾਜ਼ ਤਾਂ ਪਛਾਣ ਲਈ, ਪਰ ਆਪਣੀ ਮਾਂ ਦੀ ਕਿਉਂ ਨਹੀਂ ਪਛਾਣੀ। ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਉਮਰ ਦੇ ਨਾਲ ਤੇ ਦੁੱਖ ਦੇ ਨਾਲ ਆਵਾਜ਼ ਬਦਲ ਜਾਂਦੀ ਹੈ। ਤੁਸੀਂ ਪੁਰਾਣੇ ਸਿੰਗਰ ਦੇਖੋ, ਐਰੀਥਾ ਫਰੈਂਕਲਿਨ ਹੈ, ਉਹ ਇੱਕ ਦਿਨ ਮੈਂ ਉਹਦੀ YouTube ਦੇਖਦਾ ਪਿਆ ਸੀ, ਤੇ ਉਹ 85-86 ਸਾਲ ਦੀ ਹੋਣੀ ਹੈ ਹੁਣ, ਬਹੁਤ ਸੋਹਣਾ ਗਾਉਂਦੀ ਹੁੰਦੀ ਸੀ। ਤਾਂ ਮੈਂ ਸੋਚਿਆ ਕਿ ਅੱਜ ਕੱਲ੍ਹ ਵੀ ਬੜੀ ਪਪੂਲਰ, ਦੇਖੋ ਬਿਲਕੁਲ ਹੀ ਆਵਾਜ਼ ਫਟੀ ਹੋਈ ਹੈ। ਤੇ ਸੱਚਮੁੱਚ ਅਗਰ ਤੁਸੀਂ ਉਹ ਵੀਡੀਓ ਦੇਖਣ ਦੀ ਬਜਾਏ ਉਸਦੀ ਆਵਾਜ਼ ਸੁਣੋ, ਤੁਹਾਨੂੰ ਨਹੀਂ ਪਛਾਣੀ ਜਾਣੀ ਕਿੱਦਾਂ ਦੀ। ਇਹ ਉਮਰ ਨੇ ਤੇ ਸਮੇਂ ਨੇ ਆਵਾਜ਼ ਦਾ ਇੱਕ ਸਫ਼ਰ ਤੈਅ ਕੀਤਾ ਜਿਹੜਾ ਪੁੱਤਰ ਨੇ ਪਛਾਣਨਾ ਨਹੀਂ। ਦੇਖੋ ਉਹਨੇ ਏਦਾਂ ਨਹੀਂ ਪਛਾਣਨਾ, ਕਿਉਂਕਿ ਪੁੱਤਰ ਨੇ ਕਦੀ ਮਹਿਸੂਸ ਨਹੀਂ ਆਪਣੇ ਆਪ ਨੂੰ ਹੋਣ ਦੇਣਾ ਕਿ ਮੇਰੀ ਮਾਂ ਹੌਲੀ ਹੌਲੀ ਮੌਤ ਵੱਲ ਵੱਧਦੀ ਪਈ, ਬੁੱਢੀ ਹੁੰਦੀ ਪਈ।
ਕਿਉਂਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਮੰਨੋ ਇਹ, ਤੁਸੀਂ ਤਾਂ ਆਪਣਾ ਨਹੀਂ ਮੰਨਣਾ ਚਾਹੁੰਦੇ। ਇਸ ਕਰਕੇ ਜਦੋਂ ਤੁਸੀਂ ਆਪਣੀ ਤਸਵੀਰ ਦੇਖਦੇ ਹੋ ਕਿ ਜਦੋਂ ਤੁਸੀਂ 15-16 ਸਾਲ ਦੇ ਸੀ, 17 ਸਾਲ ਦੇ ਸੀ, ਤੇ ਹੁਣ ਕਿੱਦਾਂ ਦੇ ਹੋ, ਤਾਂ ਹੁੰਦਾ ਤਾਂ ਤੁਹਾਨੂੰ ਦੁੱਖ ਹੈ ਕਿ ਆਹ ਕੀ ਹੋ ਗਿਆ, ਪਰ ਤੁਸੀਂ ਹੱਸ ਪੈਂਦੇ ਹੋ, ਉਹ ਮੈਂ ਇਦਾਂ ਦਾ ਹੁੰਦਾ ਸੀ ਨਾ, ਅੰਦਰੋਂ ਸੇ ਰੋਂਦੇ ਹੋ ਕਿ ਹਾਏ ਮੇਰਾ ਕੀ ਹੋ ਗਿਆ, ਹੈ ਨਾ। ਖੰਡਰ ਬਣਦੇ ਪਏ ਔਰ ਇਹ ਸਾਲੋਂ ਸਾਲ ਬਦਲੀ ਜਾਂਦੇ, ਦੇਖੋ ਤੁਹਾਡੀ ਸ਼ਕਲਾਂ ਬਦਲ ਜਾਂਦੀਆਂ, ਸਭ ਕੁਝ ਬਦਲ ਜਾਂਦਾ। ਇਹ ਜਿਹੜੀ ਚੀਜ਼ ਹੈ, ਅਸੀਂ ਇੱਥੇ ਫਿਰ ਦੁਬਾਰਾ ਗੱਲ ਕਰਾਂਗੇ। ਹੁਣ ਅਸੀਂ ਆਉਂਦੇ ਹਾਂ ਕਿ ਜਿਹੜਾ ਰੀਅਲਿਜ਼ਮ ਹੈ ਕੰਟੈਂਟ ਦਾ ਹੈ, ਠੀਕ ਹੈ, ਇੱਕ ਬੰਦੇ ਦੀ ਕਹਾਣੀ ਹੈ, ਵਾਪਸ ਆ ਰਿਹਾ ਹੈ, ਇੱਕ ਸ਼ਰੀਕੇ ਬੰਦ ਦੀ ਕਹਾਣੀ ਹੈ, ਜਾਇਦਾਦ ਦੀ ਕਹਾਣੀ ਹੈ, ਕੰਪੀਟੀਸ਼ਨ ਦੀ ਕਹਾਣੀ ਹੈ, ਪਿੰਡ ਦੇ ਮਾਹੌਲ ਦੀ ਕਹਾਣੀ, ਸਭ ਕੁਝ ਠੀਕ ਹੈ, ਧਰਤੀ ਤੇ ਹੀ ਹੈ ਸਾਰਾ ਕੁਝ, ਕੋਈ ਬਦਲਣਾ ਚ ਨਹੀਂ ਹੈਗਾ, ਰੀਅਲਿਜ਼ਮ ਹੈ, ਓਕੇ। ਨਿੱਕੀ ਨਿੱਕੀ ਡਿਟੇਲ ਹੈਗੀ ਹੈ, ਰੀਅਲਿਜ਼ਮ ਆਫ ਪ੍ਰੈਜੈਂਟੇਸ਼ਨ ਹੈਗੀ ਹੈ, ਪਰ ਇਸ ਤੋਂ ਪਰੇ ਕੀ ਹੈ, ਥਾਂ ਥਾਂ ਤੇ ਜਿਹੜੀ ਰਿਐਲਿਟੀ ਹੈ ਨਾ, ਉਹਨੂੰ ਦੇਖੀਓ ਵੀ ਉਹ ਕ੍ਰੈਕ ਹੋ ਰਹੀ ਹੈ, ਦਰਾਰ ਆ ਰਹੀ ਉਹਦੇ ਚ, ਵਿੱਚੋਂ ਕੀ ਨਿਕਲਦਾ ਪਿਆ, ਕਦੀ ਤਾਂ ਫੁੱਟ ਕੇ ਉਹਦੇ ਚੋਂ ਅੰਮ੍ਰਿਤ ਨਿਕਲਦਾ ਪਿਆ, ਕਦੀ ਕੋੜ ਨਿਕਲਦਾ ਪਿਆ। ਦੇਖੋ ਮੈਂ ਦੇਖ ਰਿਹਾ ਸੀ ਬਈ ਸੋਹਣੀ ਚੀਜ਼ ਕਿੱਥੋਂ ਨਿਕਲਦੀ, ਉਹ ਮਿੱਟੀ ਦੀ ਖੁਸ਼ਬੂ ਦੀ ਗੱਲ ਕਰਦਾ। ਇਸ ਤਰ੍ਹਾਂ ਦੇ ਭੈਭੀਤ ਕਰਨ ਵਾਲੇ ਮਾਹੌਲ ਦੇ ਵਿੱਚ ਮਿੱਟੀ ਦੀ ਖੁਸ਼ਬੂ ਕੀ ਕਰਦੀ ਪਈ, ਇੱਕ ਤਾਂ ਉਸ ਭੈ ਨੂੰ ਹੋਰ ਡੂੰਘਿਆਂ ਕਰਦੀ, ਦੂਸਰੇ ਉਹ ਤੁਹਾਨੂੰ ਇੱਕ ਐਸੀ ਚੀਜ਼ ਫੜਾਉਂਦੀ ਪਈ ਹੈ ਜਿਹਦੇ ਸਹਾਰੇ ਤੁਸੀਂ ਕਿਤਾਬ ਨੂੰ ਪੂਰੇ ਕਰ ਸਕੋਗੇ, ਕਿਉਂਕਿ ਤੁਹਾਨੂੰ ਕੋਈ ਸੋਹਣੀ ਚੀਜ਼, ਕੋਈ ਹਸੀਨ ਚੀਜ਼, ਕੋਈ ਅੰਮ੍ਰਿਤਾ ਦਾ ਸਵਾਦ ਵੀ ਹੋਣਾ ਚਾਹੀਦਾ ਹੈ, ਇਸ ਲਈ ਅੰਮ੍ਰਿਤ ਵੀ ਹੋਣਾ ਚਾਹੀਦਾ ਉਹਦੇ ਵਿੱਚ, ਔਰ ਉਹਦੇ ਅਲੱਗ-ਅਲੱਗ ਪੱਧਰ ਹੈ। ਮਿੱਟੀ ਦੀ ਖੁਸ਼ਬੂ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਤੁਹਾਨੂੰ ਪਤਾ ਕਿ ਬਦਲਦੇ ਮੌਸਮ 'ਚ ਅਲੱਗ-ਅਲੱਗ ਹੁੰਦੀ ਹੈ, ਅਲੱਗ-ਅਲੱਗ ਬੰਦਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀ ਖੁਸ਼ਬੂ ਆਉਂਦੀ ਹੈ, ਕਈਆਂ ਨੂੰ ਬਿਲਕੁਲ ਹੀ ਨਹੀਂ ਆਉਂਦੀ। ਇੱਕ ਇਤਰ ਵੀ ਹੁੰਦਾ ਹੈ ਨਾ, ਜਿਹੜਾ ਮਿੱਟੀ ਦੀ ਖੁਸ਼ਬੂ ਦਿੰਦਾ ਹੈ। ਇੱਕ ਪੱਧਰ ਤਾਂ ਇਹ ਹੈ। ਇੱਕ ਪੱਧਰ ਹੈ ਜਦੋਂ ਉਹ ਕਹਿੰਦਾ ਹੈ ਕਿ ਮੈਨੂੰ ਇੱਦਾਂ ਲੱਗਿਆ ਕਿ ਵਾਰਤਕ ਦੇ ਵਿੱਚੋਂ ਨਾ ਕਵਿਤਾ ਜਿਵੇਂ ਫੁੱਟ ਕੇ ਬਾਹਰ ਨਿਕਲੀ, ਔਰ ਨਾਲ ਹੀ ਢੱਕਣ ਲਾਤਾ ਗੁਰਦਿਆਲ ਸਿੰਘ ਨੇ ਕਿ ਨਾ ਇਸ ਤੋਂ ਵੱਧ ਨਹੀਂ ਕਰਨੀ, ਕਿਉਂਕਿ ਦੇਖੋ ਕੱਚਾ ਨਾਵਲਿਸਟ ਕੀ ਕਰੇਗਾ, ਉਹ ਫਿਰ ਹੋਰ ਲਾਈਨਾਂ ਤੋਂ ਲਿਖ ਦੇਗਾ, ਫਿਰ ਇੱਕ ਹੋਰ ਲਿਖ ਦੇਗਾ, ਉਹਨੂੰ ਸਵਾਦ ਬੜਾ ਆਉਂਦਾ ਪਿਆ, ਮੇਰਾ ਨਾ ਪਾਠਕ ਨਿਹਾਲ ਹੋ ਜਾਏਗਾ, ਇਹਨੇ ਕੋਈ ਨਿਹਾਲ ਨਹੀਂ ਕਰਨਾ। ਗੁਰਦਿਆਲ ਸਿੰਘ ਉਹਨਾਂ ਦਾ ਉਦੇਸ਼ ਵੱਡਾ ਹੈ। ਉਹ ਲਾਈਨ ਕਿਹੜੀ ਹੈ, ਇੱਕ ਬੜਾ ਓਪਰਾ ਖਿਆਲ ਅੱਗ ਦੀ ਲਾਟ ਵਾਂਗ ਸਾਰੇ ਪਿੰਡੇ ਨੂੰ ਲੂ ਗਿਆ। ਖਿਆਲ ਕਦੀ ਪਿੰਡੇ ਨੂੰ ਲੂੰਦਾ ਹੈ? ਦੇਖੋ ਹੁੰਦਾ ਕੀ ਪਿਆ, ਲੌਜੀਕਲੀ ਇਹ ਬਿਲਕੁਲ ਹੀ ਗਲਤ ਗੱਲ ਹੈ। ਖਿਆਲ ਅੱਗ ਵਰਗੇ ਹੁੰਦੇ ਆ, ਅੱਗ ਜਿਸਮ ਨੂੰ ਜਲਾਉਂਦੀ ਹੈ। ਪਰ ਜੇ ਤੁਸੀਂ ਇਹਦਾ ਜਵਾਬ ਲੱਭਣ ਚਲੋ ਤਾਂ ਸਪਿਨੋਜ਼ਾ ਦੀ ਬੜੀ ਲੰਬੀ ਚੌੜੀ ਥਿਊਰੀ ਸੀ ਅਫੈਕਟ ਦੀ, ਜਿਹੜੀ ਨੀਚੇ ਨੇ ਅਡਾਪਟ ਕੀਤੀ, ਕਿ ਦਰਅਸਲ ਖਿਆਲ ਔਰ ਜਿਸਮ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਤੁਹਾਡਾ ਛੋਟਾ ਭੈਣ ਭਰਾ, ਤੁਹਾਡੇ ਘਰ 'ਚ ਕੋਈ ਬੱਚਾ ਜਦੋਂ ਕਿਸੇ ਖਤਰੇ 'ਚ ਹੁੰਦਾ ਹੈ ਤਾਂ ਤੁਸੀਂ ਸੋਚਦੇ ਨਹੀਂ ਸੀ, ਤੁਹਾਡਾ ਜਿਸਮ ਪਹਿਲੇ ਕੰਮ ਕਰ ਦਿੰਦਾ, ਵਿਚਾਰ ਬਾਅਦ ਜਾਂਦੇ ਆ। ਤੁਹਾਨੂੰ ਗੁੱਸਾ ਆਉਂਦਾ ਹੈ, ਜਿਸਮ ਪਹਿਲੇ ਜਵਾਬ ਦਿੰਦਾ ਹੈ, ਖਿਆਲ ਬਾਅਦ ਆਉਂਦਾ ਹੈ। ਤੁਸੀਂ ਕੋਈ ਖਿਆਲ ਸੋਚਦੇ ਹੁੰਦੇ ਹੋ ਤਾਂ ਜਿਸਮ ਤੁਹਾਡਾ ਰਿਐਕਟ ਕਰ ਰਿਹਾ ਹੁੰਦਾ। ਕਈ ਖਾਸ ਤਰ੍ਹਾਂ ਦੇ ਖਿਆਲਾਂ ਦੇ ਵਿੱਚ ਤੁਹਾਡਾ ਜਿਸਮ ਬਦਲ ਜਾਂਦਾ, ਜਿੱਦਾਂ ਮੈਥਮੈਟਿਕਸ ਦਾ ਜਦੋਂ ਕੋਈ ਬਹੁਤ ਵੱਡਾ ਸਵਾਲ ਨਿਕਲ ਜਾਏ ਤਾਂ ਜਿਸਮ ਹੀ ਖਿੜ ਜਾਂਦਾ ਹੁੰਦਾ ਹੈ ਨਾ। ਖਾਸ ਤਰ੍ਹਾਂ ਦੇ ਖਿਆਲਾਂ ਦੇ ਵਿੱਚ ਬਲੱਡ ਪ੍ਰੈਸ਼ਰ ਡ੍ਰੌਪ ਕਰ ਜਾਂਦਾ ਜਾਂ ਵੱਧ ਜਾਂਦਾ ਹੈ। ਪ੍ਰੋਸ ਦੇ ਵਿੱਚ ਕਵਿਤਾ ਦਾ ਇਸ ਤਰ੍ਹਾਂ ਫੁੱਟ ਕੇ ਨਿਕਲਣਾ, ਫੁੱਟ ਕੇ ਵੀ ਕਿਸ ਤਰ੍ਹਾਂ ਦੀ ਕਵਿਤਾ ਦਾ ਨਿਕਲਣਾ ਪਈ, ਉਹ ਇੱਕ ਚੰਗੀ ਚੀਜ਼ ਦਾ, ਜਿਹਨੂੰ ਅਸੀਂ ਆਸਪੀਸ਼ੀਅਸ ਕਹਿੰਦੇ ਹਾਂ, ਚੰਗੇ ਸ਼ਗਨਾਂ ਵਾਲਾ ਇਮੇਜ ਨਹੀਂ, ਓਪਰਾ ਖਿਆਲ ਹੈ। ਕੀ ਉਹ ਕਿਸੇ ਪ੍ਰੇਤ ਆਤਮਾ ਦੁਆਰਾ ਪ੍ਰੇਰਿਤ ਖਿਆਲ ਹੈ ਕਿ ਓਪਰਾ ਇਸ ਕਰਕੇ, ਜਾਂ ਕੁਝ ਐਸਾ ਖਿਆਲ ਹੈ ਜਿਸ ਤਰ੍ਹਾਂ ਦੇ ਖਿਆਲਾਂ ਦੀ ਉਹਦੇ ਆਪਣੀ ਚੇਤਨਾ ਦੇ ਵਿੱਚ ਕੋਈ ਥਾਂ ਹੀ ਨਹੀਂ, ਕਿ ਉਹਨੂੰ ਲੱਗਿਆ ਵੀ ਇਹ ਖਿਆਲ ਬਾਹਰੋਂ ਦੀ ਆਉਂਦਾ ਪਿਆ ਕਿਤੇ। ਅੱਗ ਦੀ ਲਾਟ ਵਾਂਗ ਸਾਰੇ ਪਿੰਡੇ ਨੂੰ ਲੂ ਗਿਆ। ਫਿਰ ਦੇਖੋ ਜਦੋਂ ਉਹਨੂੰ ਥੋੜ ਦਾ ਕੰਡਾ ਲੱਗਦਾ, ਉਹ ਬੰਦਾ ਜੇਲ੍ਹ ਕੱਟ ਕੇ ਆਇਆ, ਕੰਡਾ ਲੱਗਿਆ, ਤੇ ਅੱਖਾਂ 'ਚ ਪਾਣੀ ਆ ਗਿਆ, ਉਹ ਕਹਿੰਦਾ ਯਾਰ ਜਵਾਨ ਆਦਮੀ ਹੈ, ਕੰਡੇ ਨਾਲ ਹੀ ਰੋਣ ਲੱਗ ਪਿਆ, ਲੜਨ ਦੇ ਤੇਰੇ ਤੇ ਤਾਂ ਨਿਆਣੇ ਵੀ ਨਹੀਂ ਰੋਂਦੇ, ਹੈ ਨਾ, ਇੰਪੋਸੀਬਿਲਿਟੀ। ਪਰ ਜਿਵੇਂ ਅਰਸਤੂ ਕਹਿੰਦਾ ਹੈ ਨਾ ਕਿ ਕਲਾਕਾਰ ਦੀ ਕਲਾ ਇਹ ਹੁੰਦੀ ਹੈ ਕਿ ਉਹਨੇ ਇੰਪੋਸੀਬਿਲਿਟੀ ਨੂੰ ਵੀ ਪ੍ਰੋਬੇਬਲ ਬਣਾਉਣਾ। ਉਹ ਕਰਦਾ ਕਿ ਪੀੜ ਨਾਲ ਅੱਖਾਂ 'ਚੋਂ ਪਾਣੀ ਸਿਮ ਆਇਆ,
ਕੰਡੇ ਦੀ ਐਨੀ ਪੀੜ। ਫਿਰ ਕਹਿੰਦਾ ਕੋਈ ਸਮਝ ਨਾ ਆਈ। ਤੁਸੀਂ ਬਿਲਕੁਲ ਉਹਦੀ ਚੇਤਨਾ 'ਚ ਬੈਠੇ ਹੋ, ਉਹਨੂੰ ਆਪ ਨਹੀਂ ਸਮਝ ਆਉਂਦਾ ਵੀ ਯਾਰ ਮੇਰੀ ਅੱਖਾਂ 'ਚ ਪਾਣੀ ਕੰਡੇ ਨਾਲ ਆ ਗਿਆ, ਹੋਇਆ ਕੀ ਹੈ। ਉਹ ਕਿਹੜਾ ਕੰਡਾ ਨਾਲ ਉਹਨੂੰ ਚੁੱਭਦਾ ਪਿਆ ਜਿਹੜਾ ਇਸ ਕੰਡੇ ਦੇ ਨਾਲ ਚੁੱਭ ਗਿਆ ਤੇ ਅੱਖਾਂ 'ਚ ਪਾਣੀ ਆ ਗਿਆ। ਦੇਖੋ, ਜੇ ਕੋਈ ਹੋਰ ਕਹਾਣੀਕਾਰ ਹੋਵੇ, ਨਾਵਲਕਾਰ ਹੋਵੇ, ਤਾਂ ਉਹਨੇ ਸਮਝਾਉਣ ਲੱਗ ਪੈਣਾ ਕਿ ਇਹ ਕੰਡੇ ਤੋਂ ਉਹਨੂੰ ਆਪਣੇ ਪਰਿਵਾਰ ਦੀ ਗੱਲ ਯਾਦ ਫਿਰ ਆ ਗਈ ਕਿ ਮੈਨੂੰ ਤਾਂ ਅੱਜ ਕੋਈ ਲੈਣ ਹੀ ਨਹੀਂ ਆਇਆ। ਤਜਰਬਾ ਕਈ ਤਰ੍ਹਾਂ ਦੇ ਖਿਆਲਾਂ ਨੂੰ ਪ੍ਰਗਟ ਕੀਤੇ ਬਗੈਰ ਉਹ ਤੁਹਾਡੇ ਸਾਹਮਣੇ ਲੈ ਆਉਂਦਾ। ਕਹਿੰਦੇ ਦੇਖੋ ਫਿਰ ਨੂੰ ਮੁੜ ਕੇ ਕਿਹਾ ਗਿਆ। ਇਸ ਕਰਕੇ ਹੀ ਇਹ ਜਿਹੜੀ ਐਸੀ ਵਾਰਤਕ ਹੈ ਜਿਹੜੀ ਬਿਲਕੁਲ ਗੁੱਝੀ ਕਵਿਤਾ ਦੇ ਪੱਧਰ ਚੱਲ ਰਹੀ। ਸੋ ਦੂਜਾ ਇੱਕ ਸ਼ਬਦ ਇਹ ਵੀ ਹੈ ਓਪਰਾ ਦੇ ਨਾਲ ਗੁੱਝਾ, ਤਕਰੀਬਨ ਮੇਰੇ ਖਿਆਲ 3 ਵਾਰੀ ਪਹਿਲੇ ਚੈਪਟਰ ਦੇ ਵਿੱਚ ਗੁਰਦਿਆਲ ਸਿੰਘ ਨੇ ਯੂਜ਼ ਕੀਤਾ। ਔਰ ਹੈ ਨਾ ਅਜੀਬ ਗੱਲ, ਓਪਰਾ ਤੇ ਗੁੱਝਾ, ਔਰ ਦੋਨੋਂ ਹੀ ਐਬਸਟ੍ਰੈਕਸ਼ਨਸ ਹੈ। ਫਿਰ ਚੰਦਰਮਾ, ਮੈਂ ਗੁਰਵਿੰਦਰ ਨੂੰ ਪੁੱਛਿਆ ਸੀ, ਮੈਂ ਕਿਹਾ ਤੇਰੀ ਫਿਲਮ ਦੇ ਵਿੱਚ ਚੰਦਰਮਾ ਤਾਂ ਹੈ ਹੀ ਨਹੀਂ, ਕਿਉਂ ਨਹੀਂ? ਗੁਰਦਿਆਲ ਸਿੰਘ ਹੋਰਾਂ ਨੇ ਤਾਂ ਘੱਟੋ ਘੱਟ ਵੀ 4 ਵਾਰੀ ਚੰਦਰਮਾ ਚਾੜਿਆ ਹੈ। ਔਰ ਦੇਖੋ, ਸਭ ਤੋਂ ਪਹਿਲੇ ਤਾਂ ਇੱਥੇ ਆਉਂਦਾ ਕਿ ਛਿਪਦੇ ਚੰਨ ਦੀ ਕਸਮੈਲੀ ਜਿਹੀ ਚਾਨਣੀ। ਕਿੰਨਾ ਅਜੀਬ ਇਮੇਜ ਹੈ, ਕਿੰਨਾ ਅਜੀਬ ਹੈ, ਕਸਮੈਲੀ ਜਿਹੀ ਚਾਨਣੀ, ਜਿਸ ਤਰ੍ਹਾਂ ਸਭ ਕੁਝ ਥੱਕ ਗਿਆ ਹੈ, ਪੁਰਾਣਾ ਮੈਲਾ ਹੋ ਗਿਆ, ਘਸਿਆ ਜਿਹਾ ਹੈ। ਫਿਰ ਛਿਪਦਾ ਹੋਇਆ ਚੰਨ ਹੈ। ਰਾਤ ਹੁਣੇ ਥੋੜੀ ਦੇਰ ਪਹਿਲਾਂ ਹੀ ਪਈ ਹੈ, ਕਿਉਂਕਿ ਉਹ ਗੱਲ ਆਉਂਦੀ ਹੈ ਪਈ ਲੋਕ ਪੈ ਗਏ ਸੀ, ਜਿਸ ਦਾ ਮਤਲਬ ਹੈ ਕਿ ਬਹੁਤ ਹੀ ਲੇਟ ਰਾਤ ਦੀ ਗੱਲ ਨਹੀਂ ਹੈ। ਫਿਰ 57ਵੇਂ ਸਫ਼ੇ ਤੇ ਆਉਂਦਾ, ਦਾਤਰੀ ਦੇ ਟੁੰਡ ਵਰਗੀ ਇੱਕ ਸੂਹੀ ਸ਼ੈ। ਚੰਦ ਨੂੰ ਸ਼ੈ ਕਿਹਾ ਗਿਆ। ਸ਼ੈ ਉਪਰੀ ਸ਼ੈ ਨੂੰ ਵੀ ਕਹਿੰਦੇ। ਫਿਰ ਉਹੀ ਚੰਦ 90 ਸਫ਼ਿਆਂ ਤੋਂ ਬਾਅਦ ਤਕਰੀਬਨ 145ਵੇਂ ਸਫ਼ੇ ਤੇ ਫੋੜੇ ਵਰਗਾ ਖੰਨਾ ਕੋਈ ਚੰਦ ਹੋਇਆ ਹੁੰਦਾ ਹੈ। ਫੋੜੇ ਵਰਗਾ ਹੋ ਗਿਆ। ਇਹ ਕੀ ਹੁੰਦਾ ਪਿਆ ਕਿ ਚੰਦ ਕਦੀ ਏਦਾਂ ਦਾ ਹੋ ਗਿਆ, ਕਦੀ ਉੱਦਾਂ ਦਾ ਹੋ ਗਿਆ। ਔਰ ਆਖਰੀ ਵਾਰ ਜਦੋਂ ਇਹ ਨਾਵਲ ਖਤਮ ਹੋਣ ਲੱਗਾ, ਨਾਵਲਾ ਖਤਮ ਹੋਣ ਲੱਗਾ, ਕਹਿੰਦੇ ਬੇਰੀ ਦੇ ਉਤਲੇ ਪਾਸੇ ਜਰੇ ਹੋਏ ਦਾਤੀ ਦੇ ਟੁੰਡ ਵਰਗਾ ਚੰਦ, ਧਰਮ ਰਾਜ ਦੇ ਅੱਧੇ ਲੋਹੇ ਦੇ ਤੇ ਅੱਧੇ ਸੋਨੇ ਦੇ ਚਿਹਰੇ ਦੇ ਲੋਹੇ ਵਾਲੇ ਪਾਸੇ ਦੀ ਫੁੱਟੀ ਅੱਖ ਵਰਗਾ ਜਾਪਿਆ। ਹਲੋ, ਇਹਨੂੰ ਮੈਂ ਸਮਝਦਾ ਵੀ ਸਾਹਿਤ ਦਾ ਚਮਤਕਾਰ ਇਹ ਹੁੰਦਾ। ਇਹਦੇ 'ਚ ਕੀ ਕੁਛ ਆ ਗਿਆ ਔਰ ਕਿੱਦਾਂ ਦਾ ਹੈ। ਇੱਕ ਤਾਂ ਇਹਦੇ 'ਚ ਇਹ ਗੱਲ ਹੈ ਕਿ ਇਹ ਸਾਹਿਤਕ ਵਾਕ ਇਸ ਕਰਕੇ ਕਿ ਇਸ ਦੇ ਵਿੱਚ ਜਿਹਨੂੰ ਅਸੀਂ ਪ੍ਰੋਪੋਜ਼ਿਸ਼ਨਲ ਕੰਟੈਂਟ ਕਹਿੰਦੇ ਹਾਂ, ਉਹ ਹੈ। ਪ੍ਰੋਪੋਜ਼ਿਸ਼ਨਲ ਕੰਟੈਂਟ ਹੁੰਦਾ ਹੈ ਕਿ ਸਾਹਿਤ ਦੇ ਚੰਗੇ ਵਾਕ ਦੇ ਵਿੱਚ ਬਹੁਤ ਸਾਰੇ ਅਰਥ ਹੁੰਦੇ ਆ। ਉਹ ਸਿਰਫ ਸਤਹੀ ਜਿਹੀਆਂ ਗੱਲਾਂ ਤੇ ਥੋੜੀ ਜਿਹੀਆਂ ਗੱਲਾਂ ਨਹੀਂ ਕਰਦਾ। ਕਿੰਨਾ ਕੁਛ ਕਹਿੰਦਾ, ਧਰਮਰਾਜ ਵੀ ਆ ਗਿਆ, ਧਰਮ ਦਾ ਚਿਹਰਾ ਵੀ ਹੈ, ਧਰਮਰਾਜ ਦੇ ਫਿਰ ਉਹ ਚਿਹਰੇ ਦੇ 2 ਹਿੱਸੇ ਵੀ ਆ ਗਏ, ਸੋਨੇ ਦਾ ਤੇ ਲੋਹੇ ਦਾ, ਤੇ ਜਿਹੜਾ ਲੋਹੇ ਵਾਲਾ ਪਾਸਾ ਹੈ ਉਸ ਵਾਲੇ ਪਾਸੇ ਦੀ ਫੁੱਟੀ ਅੱਖ ਹੈ। ਔਰ ਇਸ ਨੂੰ ਐਕਸਪਲੇਨ ਕਰਨ ਲਈ, ਸਥਾਪਿਤ ਕਰਨ ਲਈ ਗੁਰਦਿਆਲ ਸਿੰਘ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਮੰਨ ਲਿਆ ਕਿ ਤੁਹਾਨੂੰ ਸਮਝ ਆਏਗੀ, ਨਾ ਵੀ ਆਵੇ ਕੋਈ ਗੱਲ ਨਹੀਂ, ਜੇ ਨਹੀਂ ਵੀ ਆਈ ਤਾਂ ਕੀ ਇਹ ਇਮੇਜ ਆਪਣੇ ਆਪ ਕੋਈ ਛੋਟਾ ਹੋ ਗਿਆ? ਦੇਖੋ, ਮੈਂ ਕਿਹਾ ਕਿ ਉਹ ਕ੍ਰੈਕ ਇਨ ਰਿਐਲਿਟੀ ਹੈ। ਚੰਦਰਮਾ ਨੂੰ ਸ਼ੇਕਸਪੀਅਰ ਨੇ ਕਿਹਾ ਸੀ ਇਹ ਪਾਗਲਪਨ ਦਾ ਦੇਵਤਾ ਹੈ, ਆਸ਼ਕੀ ਦਾ ਦੇਵਤਾ ਹੈ, ਇਸ਼ਕ ਦਾ ਦੇਵਤਾ ਹੈ, ਔਰ ਕਵਿਤਾ ਦਾ ਦੇਵਤਾ, ਸ਼ਾਇਰੀ ਦਾ। ਪੋਇਟਰੀ, ਮੈਡਨੈਸ ਐਂਡ ਲਵ। ਧਰਮਰਾਜ ਦੀ ਫੁੱਟੀ ਅੱਖ ਵਰਗਾ ਚੰਦਰਮਾ, ਇੱਕ ਪੱਖੋਂ ਇਹ ਜਿਹੜਾ ਇਮੇਜ ਹੈ, ਇਹ ਸਾਰੀ ਦੀ ਸਾਰੀ ਕਹਾਣੀ ਕਹਿ ਦਿੰਦਾ ਕਿ ਅਗਰ ਤੁਹਾਡੀ ਜ਼ਿੰਦਗੀ, ਤੁਹਾਡੀ ਕਿਸਮਤ ਦੇ ਉੱਪਰ ਕੋਈ ਪ੍ਰੀਜ਼ਾਈਡਿੰਗ ਡੀਟੀ ਬੈਠਾ ਹੈ, ਜੇ ਕੋਈ ਰੱਬ ਦੇਖਦਾ ਪਿਆ ਹੈ, ਤਾਂ ਉਹ ਸੜਿਆ ਭੁਜਿਆ ਕਾਣਾ ਰੱਬ ਹੈ। ਉਹਨੂੰ ਤੁਹਾਡੇ ਨਾਲ ਤਕਲੀਫ ਹੈ, ਜੋ ਦੇਖੋ ਗ੍ਰੀਕ ਟ੍ਰੈਜਡੀ ਦਾ ਸੈਂਟਰਲ ਕਨਸੈਪਟ ਹੈ ਕਿ ਦੇਵਤੇ ਬੰਦੇ ਨਾਲ ਔਖੇ ਆ ਕਿ ਤਾਂ ਬੜੀ ਐਸ਼ ਕਰਦੇ, ਆਪਾਂ ਤਾਂ ਨਹੀਂ ਕਰਦੇ। ਇੱਕ ਗੱਲ ਹੈ। ਤੇ ਜਿਹੜੇ ਫਿਰ ਬੰਦੇ ਆ, ਉਹਨਾਂ 'ਚੋਂ ਬੰਦਾ ਉਹੀ ਹੁੰਦਾ ਜਿਹੜਾ ਕਹਿੰਦਾ ਫਿਰ ਆਪਾਂ ਤੁਹਾਨੂੰ ਦੇਖ ਲਾਂਗੇ, ਕੋਈ ਗੱਲ ਨਹੀਂ। ਉਹ ਪੰਗਾ ਲੈਂਦੇ ਵੀ ਤਾਂ ਫਿਰ ਫਰਿਸ਼ਤਿਆਂ ਨਾਲ ਹੈ, ਪਤਾ ਆਪਾਂ ਹਾਰ ਜਾਵਾਂਗੇ, ਮਰ ਜਾਵਾਂਗੇ, ਬਰਬਾਦ ਹੋ ਜਾਵਾਂਗੇ, ਪਰ ਆਪਾਂ ਖੜੇ ਹਾਂ ਤਾਂ ਖੜੇ ਹਾਂ। ਉਹ ਟ੍ਰੈਜਿਕ ਹੀਰੋ ਹੈ।
ਸੋ ਜ਼ਿੰਦਗੀ ਦੇ ਵਿੱਚ ਕੋਈ ਪੋਇਟਿਕ ਜਸਟਿਸ ਨਹੀਂ ਹੁੰਦਾ। ਧਰਮਰਾਜ ਦੇ ਬਾਰੇ ਅਸੀਂ ਮੰਨਦੇ ਕੀ ਹੈ ਵੀ ਧਰਮਰਾਜ ਨੇ ਠੀਕ ਨਾ, ਸਹੀ ਬੰਦੇ ਨੇ ਸਹੀ ਥਾਂ ਭੇਜਦਾ, ਗਲਤ ਨੂੰ ਗਲਤ ਵਾਲੇ ਪਾਸੇ ਭੇਜ ਦੇਣਾ ਤਾਂ ਬਰਾਬਰ ਕਰ ਦੇਣਾ। ਵੀ ਇੱਥੇ ਕੀ ਹੈ, ਉਹ ਇਨਸਾਫ ਨਾਲ ਬਾਈ ਨਹੀਂ ਦੇਖਦਾ, ਔਰ ਦੇਖਦਾ ਸਭ ਕੁਝ ਪਿਆ ਹੈ। ਫਿਰ ਉਸ ਤੋਂ ਬਾਅਦ ਗੱਲ ਹੈ ਕਿ ਗੁਰਦਿਆਲ ਸਿੰਘ ਦੇ ਰੂਪਕ ਅਗਰ ਗੌਰ ਨਾਲ ਦੇਖੋ ਤਾਂ ਕੋਈ ਵੀ ਕਦੀ ਵੀ ਉਧਾਰ ਨਹੀਂ ਲੈ ਗਏ। ਅਸੀਂ ਕਹਿੰਦੇ ਹੁੰਦੇ ਕਿ ਸਾਹਿਤਕ ਪਰੰਪਰਾ ਹੁੰਦੀ ਹੈ, ਇਹ ਫਲਾਣੇ 'ਚ ਆਇਆ ਸੀ, ਫਿਰ ਫਲਾਣੇ 'ਚ ਆਇਆ, ਫਿਰ ਫਲਾਣੇ 'ਚ ਆਇਆ, ਫਿਰ ਇਹਨੇ ਵੀ ਲੈ ਆਂਦਾ। ਨਾ, ਆਏ ਹੋਣਗੇ ਜਿੱਥੇ ਮਰਜ਼ੀ ਆਏ ਹੋਣਗੇ, ਲੇਕਿਨ ਹਰ ਇੱਕ ਰੂਪਕ ਕਹਾਣੀ ਦੇ ਵਿੱਚ ਪੁੰਗਰਦਾ ਹੈ, ਉੱਥੇ ਫਲਦਾ ਹੈ, ਇਵੋਲਵ ਹੁੰਦਾ ਪਿਆ ਹੈ। ਚੰਦਰਮਾ ਇਸ ਕਰਕੇ ਇੰਪੋਰਟੈਂਟ ਹੈ ਇੱਥੇ ਕਿ ਉਹ ਇਵੋਲਵ ਹੁੰਦਾ ਹੈ, ਵਿਕਸਿਤ ਹੁੰਦਾ ਹੈ, ਅਰਥ ਬਦਲਦੇ ਵੀ ਹੈ ਉਹਦੇ, ਲੇਕਿਨ ਉਹ ਖੁੱਲਦੇ ਵੀ ਪਏ। ਇਸ ਕਰਕੇ ਸਾਰੇ ਦੇ ਸਾਰੇ ਦੇ ਵਿੱਚ ਕਿਤੇ ਵੀ ਚੰਦਰਮਾ ਸੋਹਣਾ ਨਹੀਂ ਹੈ। ਔਰ ਜਿਹੜਾ ਆਖਰੀ ਹੈ ਨਾ, ਇਹਦੇ 'ਚ ਤੁਸੀਂ ਅਗਰ ਬਾਕੀ ਦਾ ਵੀ ਪੜ੍ਹੋ ਕਿਤਾਬ, ਤਾਂ ਮੇਰੇ ਕੋਲ ਤੁਸੀਂ ਆਪ ਹੀ ਪੜ੍ਹ ਲਈਓ ਵੀ ਉਹ ਆਖਰੀ ਲਾਈਨ 'ਚ ਮਤਲਬ ਉਹਦਾ ਰੰਗ ਕੋਈ ਵੀ ਨਹੀਂ ਹੈ। ਉਸ ਤੋਂ ਬਾਅਦ ਉਹ ਕਾਲਾ ਹੋ ਜਾਂਦਾ ਹੈ, ਉਸ ਤੋਂ ਪਹਿਲੇ ਲਾਲ ਵੀ ਸੀ। ਕਾਲਾ ਚੰਦਰਮਾ ਕਿਹੜਾ ਹੁੰਦਾ ਹੈ? ਮੈਂ ਤਾਂ ਕਦੀ ਦੇਖਿਆ ਨਹੀਂ। ਇੰਨਾ ਕੁ ਤਾਂ ਹੋਇਆ ਕਿ ਚੰਦਰਮਾ ਦੇ ਉੱਪਰ ਉਹਦੀ ਕਾਲੀ ਬਦਲੀ ਲੰਘ ਗਈ ਤਾਂ ਠੀਕ ਹੈ, ਪਰ ਚੰਦਰਮਾ ਥੋੜ੍ਹੀ ਕਾਲਾ ਹੁੰਦਾ ਹੈ। ਕੋਈ ਚੰਦਰ ਗ੍ਰਹਿਣ ਦੇ ਵਿੱਚ ਵੀ ਤਾਂ ਕਾਲਾ ਨਹੀਂ ਹੁੰਦਾ, ਪਰ ਕਹਾਣੀ 'ਚ ਹੋ ਜਾਂਦਾ ਹੈ ਨਾ, ਕਿਉਂਕਿ ਉਹ ਰਿਐਲਿਟੀ ਦੇ ਵਿੱਚ ਉਹ ਕਰੈਕ ਹੈ ਜਿਹੜਾ ਰਿਐਲਿਟੀ ਦੇ ਵਿੱਚ ਲੁਕੀ ਹੋਈ ਰਿਐਲਿਟੀ ਦੇ ਦਰਸ਼ਨ ਕਰਾਉਂਦਾ ਹੈ। ਜਿਸ ਦਾ ਮਤਲਬ ਹੈ ਕਿ ਜੋ ਅਸੀਂ ਦੇਖ ਰਹੇ ਹਾਂ ਇਹ ਕਾਫੀ ਨਹੀਂ ਹੈ, ਇਸ ਨੂੰ ਧਿਆਨ ਨਾਲ ਦੇਖੋ ਤਾਂ ਇਹ ਵਿੱਚੋਂ ਕੁਝ ਤਾਂ ਫਟੀ ਹੋਈ ਰਿਐਲਿਟੀ ਹੈ, ਔਰ ਉਹ ਕੋਈ ਰਿਐਲਿਟੀ ਸਾਡੀ ਨਹੀਂ ਹੈ। ਮਤਲਬ ਇਹ ਐਵੇਂ ਹੈ ਕਿ ਜਿੱਦਾਂ ਦੁਨੀਆ ਬਣੀ, ਸਾਨੂੰ ਲਿਆ ਕੇ ਇੱਥੇ ਪਾ ਦਿੱਤਾ ਗਿਆ, ਤੇ ਸਾਡਾ ਘਰ ਤਾਂ ਹੈ ਨਹੀਂ। ਸੇ ਦੁਨੀਆ ਹੀ ਸਾਡੇ ਲਈ ਉਪਰੀ ਹੈ, ਅਸੀਂ ਦੁਨੀਆ ਲਈ ਉਪਰੇ ਹਾਂ। ਇਸੇ ਕਰਕੇ ਮੈਂ ਉਹਨਾਂ ਇੰਟਰਪ੍ਰੀਟੇਸ਼ਨਸ ਨੂੰ ਸਵੀਕਾਰ ਹੀ ਨਹੀਂ ਕਰ ਸਕਦਾ ਕਿ ਇਹ ਇੱਕ ਸੋਸ਼ਲ, ਪੋਲੀਟੀਕਲ, ਇਕਨੋਮਿਕ ਟੈਕਸਟ ਹੈ। ਨਹੀਂ, ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਇਹਦੇ 'ਚ ਹੈਗੀਆਂ, ਠੀਕ ਹੈ, ਲੇਕਿਨ ਇਹ ਇੱਕ ਵੱਡੇ ਪੱਧਰ ਤੇ ਫਿਲੋਸੋਫੀਕਲ, ਕਾਜ਼ਮਿਕ ਟੈਕਸਟ ਹੈ, ਤੇ ਇਹਨੂੰ ਉੱਥੇ ਹੀ ਸਮਝਿਆ ਜਾ ਸਕਦਾ। ਦੁਨੀਆ ਬਦਲ ਜਾਏਗੀ, ਵਿਵਸਥਾਵਾਂ ਬਦਲ ਜਾਣਗੀਆਂ, ਠੀਕ, ਅਰਥਚਾਰੇ ਬਦਲ ਜਾਣਗੇ, ਲੇਕਿਨ ਇਸ ਤਰ੍ਹਾਂ ਦੀਆਂ ਕਿਤਾਬਾਂ ਦੇ ਅਰਥ ਕਦੀ ਮੁੱਕਦੇ ਨਹੀਂ, ਕਿਉਂਕਿ ਉਹ ਸਮੇਂ ਨਾਲ ਨਹੀਂ ਬਣੇ ਹੋਏ, ਉਹ ਕਰੈਕ ਕਰਕੇ ਉਸ ਤੋਂ ਅੱਗੇ ਦਿਖਾਉਂਦੇ। ਫਿਰ ਉਸ ਤੋਂ ਬਾਅਦ ਗੱਲ ਹੈ ਕਿ ਰਿਐਲਿਟੀ ਕਰੈਕ ਹੁੰਦੀ, ਉਹਦੇ ਪੈਰਲਲ ਇੱਕ ਹੋਰ ਕੰਮ ਚੱਲਦਾ ਪਿਆ ਕਿ ਜਿਹੜਾ ਜਿਵੇਂ ਅਸੀਂ ਕਹਿੰਦੇ ਕੈਮਰਾ ਪੈਨ ਕਰਦਾ ਹੈ, ਗੁਰਦਿਆਲ ਸਿੰਘ ਦੀ ਦ੍ਰਿਸ਼ਟੀ ਦਾ ਕੈਮਰਾ ਪੈਨ ਕਿੱਦਾਂ ਕਰਦਾ ਕਿ ਉਹ ਇਸ ਰਿਐਲਿਟੀ ਨੂੰ, ਉਹਦੇ ਕਰੈਕ ਨੂੰ ਦਿਖਾਉਂਦੇ ਦਿਖਾਉਂਦੇ ਅੱਗੇ ਲੰਘ ਜਾਂਦਾ ਹੈ। ਔਰ ਫਿਰ ਸਾਨੂੰ ਕੀ ਦਿਖਾਉਂਦਾ ਪਿਆ? ਮੌਤ ਕੀ ਹੈ, ਕਿ ਜ਼ਿੰਦਗੀ ਦੇ ਸਾਰੇ ਨਾਟਕ ਤੁਹਾਨੂੰ ਮਨਜ਼ੂਰ ਹੋ ਜਾਂਦੇ ਜਦੋਂ ਤੁਸੀਂ ਮੰਨ ਜਾਂਦੇ ਹੋ ਇੱਕ ਦਿਨ ਸਭ ਖਤਮ ਹੋ ਜਾਂਦਾ। ਔਰ ਸ਼ੁਰੂ 'ਚ ਦਿਖਾ ਦਿੰਦਾ, ਇਹ ਨਹੀਂ ਵੀ ਉਹ ਕਹਾਣੀ ਮੁੱਕੇਗੀ ਉਸ ਵੇਲੇ ਕਹਾਂਗੇ ਅਜੇ ਤੋੜ ਛੱਡ ਦੇ, ਨਾ, ਸ਼ੁਰੂ ਦੇ ਵਿੱਚ ਹੀ ਦੇਖੋ, ਇੱਕ ਤਾਂ ਸਭ ਕੁਝ ਬਦਲਦਾ ਪਿਆ, ਉਹ ਬਾਰ-ਬਾਰ ਗੱਲ ਆਉਂਦੀ ਹੈ ਵੀ ਘਰ ਬਦਲ ਗਏ ਸੀ, ਪਰ ਛੱਤੀਆਂ ਬਦਲ ਗਈਆਂ। ਸਿਰਫ ਉਹ ਗਰੀਬਾਂ ਦੇ ਘਰ ਜਿਹੜੇ ਮਾਰਜਨਲਾਈਜ਼ਡ ਹੈ, ਜਿਹੜੇ ਹਾਸ਼ੀਏ ਤੇ ਹੈ, ਉਹਨਾਂ ਵਿਚਾਰਿਆਂ ਦੇ ਘਰ ਨਹੀਂ ਬਦਲੇ, ਬਲਕਿ ਉਹ ਹੋਰ ਵੀ ਉਹਨਾਂ ਦੀ ਹਾਲਤ ਖਸਤਾ ਹੋ ਗਈ। ਜਿਸ ਦਾ ਮਤਲਬ ਹੈ ਕਿ ਸਮੇਂ ਤੇ ਇਤਿਹਾਸ ਤੇ ਉਲਟ ਗਤੀ ਉੱਥੇ ਚੱਲਦੀ ਹੈ ਜਿੱਥੇ ਸਮਾਜ ਦੇ ਵਿੱਚ ਇਨਸਾਫ ਨਹੀਂ ਹੈ। ਪਰ ਵੱਡੇ ਫਰੇਮ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਕਾਮਯਾਬ ਹੋ ਗਏ, ਜਾਂ ਸਾਡੀ ਪੁਸ਼ਤ ਪਿਛਲੀਆਂ ਪੁਸ਼ਤਾਂ ਦੇ ਨਾਲੋਂ ਬੜੀ ਜ਼ਿਆਦਾ ਤਰੱਕੀ ਕਰ ਗਈ, ਸਾਡੇ ਕੋਲ ਹੁਣ ਇੰਨੀਆਂ ਜਾਇਦਾਦਾਂ ਹੋ ਗਈਆਂ ਤੇ ਇੰਨੇ ਸਾਡੇ ਕੋਲ ਉਹ ਸ਼ੋਰੂਮ ਖੁੱਲ ਗਏ, ਉਹਨਾਂ ਦੇ ਲਈ ਦਰਸ਼ਨ ਦੀ ਚੀਜ਼ ਕਿਹੜੀ ਹੈ? ਦੇਖੋ, ਸਮੇਂ ਦਾ ਬੀਤਣਾ, ਦੂਸਰਾ ਮੌਤ ਦਾ ਆਉਣਾ। ਸੋ ਦੋ ਤਰ੍ਹਾਂ ਦੇ ਸਮੇਂ ਹੈ, ਇੱਕ ਤਾਂ ਇਤਿਹਾਸਕ, ਇੱਕ ਮਿਥੀਕਲ ਸਮਾਂ ਮਿਥ ਨਹੀਂ ਹੁੰਦਾ। ਮਿਥੀਕਲ ਸਮਾਂ ਉਹ ਹੈ ਜਿਹਨੂੰ ਸਿਰਫ ਮਿਥ ਹੀ ਦਿਖਾ ਸਕਦੀ ਹੈ, ਹਿਸਟਰੀ ਨਹੀਂ ਦਿਖਾ ਸਕਦੀ, ਜਿਹਨੂੰ ਅਸੀਂ ਸਾਈਕਲੀਕਲ ਵੀ ਕਹਿੰਦੇ ਹਾਂ। ਸਮਾਂ ਉਹ ਜਿਹੜਾ ਅਨੰਤਤਾ ਦੀ ਤਰ੍ਹਾਂ ਤੁਹਾਡੇ ਅੱਗੇ ਚੱਲਦਾ ਪਿਆ ਹੈ, ਤੇ ਇਤਿਹਾਸ ਉਹਦੇ ਵਿੱਚ ਇੱਕ ਛੋਟਾ ਜਿਹਾ ਨਾਟਕ ਹੈ, ਕਿਉਂਕਿ ਉਸ ਤੋਂ ਬਗੈਰ ਇਤਿਹਾਸ ਦਾ ਕੋਈ ਅਰਥ ਨਹੀਂ। ਉਸ ਤੋਂ ਬਗੈਰ ਜ਼ਿੰਦਗੀ ਨੂੰ ਜੀਣ ਦੀ ਸਮਰੱਥਾ ਵੀ ਨਹੀਂ ਮਿਲਣੀ। ਜੇ ਅਸੀਂ ਇਤਿਹਾਸ ਹੀ ਕੈਦ ਰਹਿ ਜਾਵਾਂਗੇ ਨਾ, ਤਾਂ ਅਸੀਂ ਤਾਂ ਦੁੱਖ ਨਾਲ ਮਾਰੇ ਜਾਵਾਂਗੇ। ਇਸ ਲਈ ਬੁੱਧ ਸ਼ਾਂਤ ਕਦੋਂ ਹੁੰਦੇ ਆ? ਜਦੋਂ ਦੇਖਦੇ ਸਭ ਕੁਝ ਬਦਲਦਾ ਪਿਆ, ਕੁਝ ਵੀ ਤਾਂ ਨਹੀਂ ਰਹਿੰਦਾ। ਜੇ ਬਦਲਦਾ ਹੀ ਪਿਆ ਤਾਂ ਦੁੱਖ ਕਾਹਦਾ ਭਾਈ? ਕਿਉਂਕਿ ਸੁੱਖ ਵੀ ਨਹੀਂ ਹੈ, ਦੁੱਖ ਵੀ ਨਹੀਂ, ਕੁਝ ਵੀ ਨਹੀਂ, ਸਭ ਕੁਝ ਜਾਂਦਾ ਪਿਆ।
ਸੋ ਜਦੋਂ ਔਰਤ ਲਿਆ ਕੇ ਉਹਨੂੰ ਖਾਣ ਨੂੰ ਦਿੰਦੀ ਹੈ, ਬੜੇ ਪਿਆਰ ਨਾਲ, ਉਹਨੂੰ ਪਤਾ ਕਿ ਸੜਿਆ ਹੋਇਆ ਬਦਬੂ ਮਾਰਦਾ ਮੀਟ ਹੈ, ਉਹ ਖਾ ਜਾਂਦੇ। ਕਿਉਂ? ਇਹ ਵੀ ਵਕਤ ਆ ਗਿਆ, ਹੁਣ ਆਪਾਂ ਜਾਣਾ ਹੀ, ਕੋਈ ਨਾਰਾਜ਼ਗੀ ਨਹੀਂ। ਸੋ ਉਹ ਜਿਹੜਾ ਗੀਤ ਉਹ ਬੰਦਾ ਗਾਉਂਦਾ ਕਿ ਪੀੜੀਆਂ ਸੁਣੀਂਦੀਆਂ ਗਲੀਆਂ ਜਿੱਥੋਂ ਦੀ ਜੰਮ ਲੈ ਜਾਣਗੇ, ਬਈ ਲੈ ਜਾਣਗੇ। ਇਹ ਹੁੰਦੀ ਹੈ ਫਰੇਮਿੰਗ। ਮੈਂ ਇਹਨੂੰ ਕਹਿੰਦਾ ਹੁੰਦਾ ਕਿ ਐਨਫਰੇਮਿੰਗ ਮਿਸਟਰੀ, ਹਾਈਡੈਗਰ ਦਾ ਇੱਕ ਵਰਡ ਹੈ ਐਨਫਰੇਮਿੰਗ। ਸਾਰੇ ਇਤਿਹਾਸ ਨੂੰ ਫਰੇਮ ਦੀ ਤਰ੍ਹਾਂ ਇੱਕ ਰਹੱਸ ਨੇ ਸਮੇਟਿਆ ਹੋਇਆ ਹੈ, ਔਰ ਕਿਉਂਕਿ ਉਹ ਰਹੱਸ ਹੈ, ਉਸ ਫਰੇਮ ਦੀਆਂ ਕੋਈ ਸੀਮਾਵਾਂ ਨਹੀਂ ਹੈ, ਨਾ ਇੱਧਰ ਨਾ ਉੱਧਰ। ਲੇਕਿਨ ਉਸ ਤੋਂ ਬਗੈਰ ਇਹ ਜਿਹੜੀ ਵਾਸਤਵਿਕਤਾ ਹੈ, ਇਹ ਜਿਹੜਾ ਇਤਿਹਾਸ ਹੈ, ਇਹ ਚੱਲਿਆ ਨਹੀਂ ਜਾ ਸਕਦਾ। ਸੋ ਵਕਤ ਦਾ ਜਿਹੜਾ ਇਹ ਲੰਘਣਾ ਹੈ, ਇਹ ਹੌਲੀ 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 ਲਗਾਤਾਰ ਸਭ ਕੁਝ ਖੋਰਦਾ ਪਿਆ ਹੈ। ਹੁਣ ਅਸੀਂ ਥੋੜ੍ਹੀਆਂ ਜਿਹੀਆਂ ਗੱਲਾਂ ਕਰ ਲਈਏ ਕ੍ਰਾਫਟ ਦੀਆਂ, ਕਿ ਕਾਰੀਗਰ ਦੇ ਤੌਰ ਤੇ ਜੋ ਗੁਰਦਿਆਲ ਸਿੰਘ ਹੋਰਾਂ ਨੇ ਕੀਤਾ। ਇੱਕ ਤਾਂ ਦੇਖੋ ਵੀ ਇਕੋਨਮੀ ਆਫ ਐਕਸਪ੍ਰੈਸ਼ਨ ਜਿਹੜੀ ਉਹਨਾਂ ਦੀ, ਜੋ ਗੱਲਾਂ ਕਹਿੰਦੇ ਕਿੰਨੇ ਥੋੜੇ ਸ਼ਬਦਾਂ 'ਚ ਕਹਿੰਦੇ ਪਏ, ਇੱਕ ਵੀ ਸ਼ਬਦ ਤੁਸੀਂ ਕੱਢ ਨਹੀਂ ਸਕਦੇ ਬਾਹਰ। ਉਹਨਾਂ ਨੇ ਆਪ ਜਿਹੜੇ ਕੱਢਦੇ ਹੋਣਗੇ, ਮੇਰੇ ਤੁਹਾਡੇ ਵਰਗੇ ਬੰਦੇ ਨਹੀਂ ਕੱਢ ਸਕਦੇ। ਜੇ ਅਸੀਂ ਕੱਢਾਂਗੇ ਤਾਂ ਮਤਲਬ ਇਹ ਕਿ ਸਾਨੂੰ ਸਮਝ ਨਹੀਂ ਆਈ ਕੀ ਕਰਦੇ ਪਏ। ਦੂਸਰੇ, ਇਰਰੀਡਿਊਸਿਬਿਲਿਟੀ ਹੁੰਦੀ ਹੈ। ਇਰਰੀਡਿਊਸਿਬਿਲਿਟੀ ਦਾ ਮਤਲਬ ਹੈ ਵੀ ਜੋ ਉਹਨਾਂ ਨੇ ਕਹਿਤਾ ਉਸ ਨੂੰ ਤੁਸੀਂ ਕਿਸੇ ਹੋਰ ਲਫ਼ਜ਼ਾਂ 'ਚ ਘਟਾ ਕੇ ਨਹੀਂ ਬਿਆਨ ਕਰ ਸਕਦੇ। ਸਾਹਿਤ ਦੀ ਪਛਾਣ ਇਹ ਹੁੰਦੀ ਹੈ ਕਿ ਜਿਹਨੂੰ ਸਮਰਾਈਜ਼ ਨਹੀਂ ਕੀਤਾ ਜਾ ਸਕਦਾ। ਸਾਹਿਤ ਨੂੰ ਜੇ ਕਿਸੇ ਨੇ ਸਮਝਣਾ ਹੋਵੇ, ਕਿਰਤ ਨੂੰ ਸਮਝਣਾ ਹੋਵੇ, ਉਹ ਕਿਰਤ ਹੀ ਪੜ੍ਹ ਲਏ। ਇਹ ਨਹੀਂ ਕਿ ਇਹਦੇ 'ਚ ਇਹ ਹੁੰਦਾ, ਇਹ ਨਹੀਂ ਹੁੰਦਾ। ਉਹ ਸੀਰੀਅਲ 'ਚ ਹੁੰਦਾ ਹੋਵੇਗਾ, ਸਾਹਿਤ 'ਚ ਨਹੀਂ ਹੁੰਦਾ। ਦੂਸਰੇ, ਸਭ ਕੁਝ ਇਰਰਿਪਲੇਸੇਬਲ ਹੈ। ਕਿਸੇ ਨੂੰ ਵੀ ਕਿਸੇ ਹੋਰ ਦੀ ਥਾਂ ਤੇ ਨਹੀਂ ਲਾਇਆ ਜਾ ਸਕਦਾ, ਕੁਝ ਨਹੀਂ ਬਦਲਿਆ ਜਾ ਸਕਦਾ। ਇਸ ਨੂੰ ਅਸੀਂ ਕਾਵਿ ਪਾਕ ਕਹਿੰਦੇ ਹਾਂ ਵੀ ਹਰ ਇੱਕ ਸ਼ਬਦ, ਹਰ ਇੱਕ ਅਰਥ ਬਰਾਬਰ ਦੇ ਮੇਚਦੇ। ਜਿਸ ਥਾਂ ਤੇ ਜਿਹੜਾ ਬੈਠ ਗਿਆ ਉੱਥੇ ਹੀ ਉਹਨੇ ਬਹਿਣਾ ਸੀ, ਹੋਰ ਕਿਤੇ ਨਹੀਂ ਜਾ ਸਕਦਾ। ਇਹ ਹੁੰਦੀ ਹੈ ਇੱਕ ਕਾਵਿ ਪਾਕ ਦੀ ਕੁਆਲਿਟੀ, ਪੱਕੇ ਹੋਏ ਫਲ ਦੀ ਵਰਗਾ ਸਾਹਿਤ। ਫਿਰ ਯਾਦ, ਦੇਖੋ ਯਾਦ ਵੀ ਕਿੱਦਾਂ ਦੀ। ਐਕਚੁਅਲੀ ਮੈਂ ਦੇਖ ਰਿਹਾ ਸੀ ਵੀ ਇਹ ਤਾਂ ਪੂਰੇ ਦਾ ਪੂਰਾ ਇੱਕ ਸਟੱਡੀ ਹੋ ਸਕਦੀ ਕਿ ਗੁਰਦਿਆਲ ਸਿੰਘ ਦੇ ਵਿੱਚ ਕੰਟਰਾਡਿਕਸ਼ਨਸ ਕਿੰਨੀਆਂ, ਔਰ ਸਾਰਾ ਦਾ ਸਾਰਾ ਢਾਂਚਾ ਹੀ ਉਹਨਾਂ ਦੀ ਕਹਾਣੀ ਦਾ ਕੰਟਰਾਡਿਕਸ਼ਨ ਵਿੱਚ ਹੈ। ਇੱਕ ਪਾਸੇ ਉਹਨੂੰ ਯਾਦਾਂ ਮਤਲਬ ਹੜ੍ਹ ਦੀ ਤਰ੍ਹਾਂ ਆਉਂਦੀਆਂ ਪਈਆਂ, ਦੂਜੇ ਪਾਸੇ ਉਹ ਯਾਦ ਨਾਲ ਸੰਘਰਸ਼ ਕਰਦਾ ਪਿਆ ਕਿਉਂਕਿ ਯਾਦ ਕਾਬੂ ਨਹੀਂ ਆਉਂਦੀ ਪਈ। ਛੋਟੇ ਭਰਾ ਦਾ ਗੋਲ ਮੂੰਹ ਯਾਦ ਆਉਂਦਾ ਪਿਆ, ਗੋਲੂ ਹੀ ਆ, ਪਰ ਮਾਂ ਦੀ ਆਵਾਜ਼ ਨਹੀਂ ਯਾਦ ਆਉਂਦੀ ਪਈ। ਤਾਈ ਦੇ ਜਿਸਮ ਦੀ ਖੁਸ਼ਬੂ ਯਾਦ ਆਉਂਦੀ ਪਈ, ਮਾਂ ਦੇ ਦੁੱਧ ਦਾ ਸਵਾਦ ਯਾਦ ਆਉਂਦਾ ਪਿਆ, ਪਰ ਮਾਂ ਦੀ ਆਵਾਜ਼ ਨਹੀਂ ਯਾਦ ਆਉਂਦੀ ਪਈ। ਇਹ ਕਿਵੇਂ ਹੁੰਦਾ? ਕਿਉਂਕਿ ਯਾਦ ਵੀ ਕੋਈ ਸਿੱਧੀ ਸਿੱਧੀ ਚੀਜ਼ ਨਹੀਂ ਹੈ, ਔਰ ਯਾਦ ਤਾਂ ਬਣਦੀ ਵੀ ਹੈ, ਜੋ ਨਹੀਂ ਸੀ ਉਹਦੀ ਵੀ ਯਾਦ ਹੋ ਜਾਂਦੀ ਹੈ। ਫਿਰ ਕਿਹਾ ਗਿਆ ਕਿ ਆਂਚਲਿਕ ਨਾਵਲਕਾਰ ਹੈ ਨਾ। ਦੇਖੋ ਇਹ ਗੁਰਦਿਆਲ ਸਿੰਘ ਦੇ ਵਿੱਚ ਤੁਸੀਂ ਦੇਖ ਲਓਗੇ ਵੀ ਆਂਚਲਿਕਤਾ ਇੱਥੇ ਕੋਈ ਲਿਮਿਟੇਸ਼ਨ ਨਹੀਂ ਹੁੰਦੀ। ਹਾਲਾਂਕਿ ਫਣੀਸ਼ਵਰ ਨਾਥ ਰੇਣੂ 'ਚ ਹੈਗੀ ਹੈ। ਫਣੀਸ਼ਵਰ ਨਾਥ ਰੇਣੂ ਨੂੰ ਜਦੋਂ ਮੈਂ ਪੜ੍ਹਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਅਸੀਂ ਯੂਨੀਵਰਸਲ ਕਹਿ ਸਕਦੇ ਹਾਂ। ਇਤਿਹਾਸ ਬਾਰੇ ਇਹ ਗੱਲ ਮੰਨੀ ਗਈ ਹੈ ਕਿ ਦੇਖੋ ਇਹ ਹੈਮਿੰਗਵੇ ਨੂੰ ਵੀ ਕਿਸੇ ਨੇ ਕਹੀ ਸੀ, ਜਿਹਨੂੰ ਕਿਹਾ ਕਿ ਜੀ ਮੇਰੇ ਕੋਲ ਕਹਾਣੀਆਂ ਦਾ ਸਮਾਨ ਮੁੱਕ ਜਾਂਦਾ ਤੇ ਮੈਂ ਤਾਂ ਕਦੀ ਜਾ ਕੇ ਬੁੱਲ ਫਾਈਟ ਦੇਖਦਾ, ਕਦੀ ਬਾਕਸਿੰਗ ਦੇਖਦਾ, ਕਦੀ ਮੈਂ ਵਾਰ 'ਚ ਚਲਾ ਜਾਂਦਾ ਕਿਉਂਕਿ ਅਗਲਾ ਨਾਵਲ ਲਿਖਣਾ। ਤੁਹਾਨੂੰ ਕਿਹਾ ਕਿ ਨਾ, ਕਿਤੇ ਜਾਣ ਦੀ ਲੋੜ ਨਹੀਂ, ਆਪਣੇ ਆਲੇ ਦੁਆਲੇ ਦੇਖੀ, ਇੱਥੇ ਸਭ ਪਿਆ ਹੈ। ਲੋਕਲ ਨੂੰ ਯੂਨੀਵਰਸਲ ਕਿਵੇਂ ਬਣਾਉਣਾ ਹੈ? ਜੇ ਲੋਕਲ ਨੂੰ ਧਿਆਨ ਨਾਲ ਦੇਖੋ, ਯੂਨੀਵਰਸਲ ਉੱਥੇ ਹੀ ਪਿਆ ਹੈ। ਇਹ ਕੋਈ ਵਿੱਚ ਫਾਰਮੂਲੇ ਦੇਣ ਦੀ ਲੋੜ ਨਹੀਂ ਕਿ ਤੁਸੀਂ ਹੀਰੋ ਨੂੰ ਜ਼ਰੂਰ ਵੈਨਕੂਵਰ ਭੇਜਣਾ ਹੀ ਭੇਜਣਾ ਹੈ। ਕੋਈ ਨਹੀਂ, ਉਹ ਨਾਲ ਦੇ ਪਿੰਡ ਵੀ ਨਾ ਜਾਵੇ, ਲੇਕਿਨ ਜੇ ਯੂਨੀਵਰਸਲ ਹੋਣਾ ਤਾਂ ਉਹਨੇ ਹੋ ਜਾਣਾ। ਇਹ ਹੁੰਦਾ ਹੈ। ਗੁਰਦਿਆਲ ਸਿੰਘ ਇਸ ਚੀਜ਼ ਦਾ ਸਬੂਤ ਹੈ। ਫਿਰ ਹੁਣ ਅਸੀਂ ਦੇਖੀਏ ਇਹਦੇ 'ਚ ਬੁਝਾਰਤਾਂ ਕਿੰਨੀਆਂ। ਬਸ ਇਹ ਸਾਡਾ ਆਖਰੀ ਹਿੱਸਾ ਹੀ ਹੈ। ਇੱਕ ਤਾਂ ਮੈਂ ਗੱਲ ਕੀਤੀ ਵੀ ਗੁੱਜਾ ਤੇ ਓਪਰਾ ਦੋ ਲਫ਼ਜ਼ ਹੈ, ਬੁਝਾਰਤਾਂ ਦੇ ਹੈ। ਫਿਰ ਨੋਵੇਲਾ ਸ਼ੁਰੂ ਹੀ ਇੱਥੋਂ ਹੁੰਦਾ ਹੈ ਨਾ, ਕਿੱਥੇ ਜਾਣਾ ਸਿੰਘ ਨੇ, ਸਵਾਲ ਤੋਂ ਸ਼ੁਰੂ ਹੁੰਦਾ ਪਿਆ, ਜਿਹਦਾ ਜਵਾਬ ਵੀ ਨਹੀਂ ਮਿਲਦਾ ਪਿਆ। ਫਿਰ ਲੈਣ ਨੂੰ ਕੋਈ ਨਹੀਂ ਆਇਆ, ਇਹ ਵੀ ਇੱਕ ਬੁਝਾਰਤ ਹੈ, ਕਿਉਂ ਨਹੀਂ ਆਇਆ। ਫਿਰ ਪੁਰਾਣੇ ਰਸਤੇ ਗਾਇਬ ਹੋ ਗਏ ਹੈ ਤੇ ਜਿਹੜੇ ਸੀ ਉਹ ਪਛਾਣੇ ਨਹੀਂ ਜਾਂਦੇ ਪਏ। ਫਿਰ ਮਿੱਟੀ ਦੇ ਨਾਲ ਉਹਦੀ ਅਟੈਚਮੈਂਟ ਹੈ ਨਾ, ਉਹ ਕਹਿੰਦਾ ਵੀ ਇਹ ਮੋਹ ਹੁੰਦਾ ਕਿ ਕਿਉਂ ਹੈ, ਸਮਝ ਨਹੀਂ ਆਉਂਦੀ। ਉਸ ਤੋਂ ਇਲਾਵਾ ਥੋੜਾ ਜਿਹਾ ਹਿਊਮਰ ਵੀ ਇਹਦੇ ਵਿੱਚ। ਉਹ ਕਹਿੰਦਾ ਵੀ ਕਿਹੋ ਜਿਹੇ ਬੰਦੇ ਦੁਨੀਆ 'ਚ ਪਏ ਹੈ, ਹੈਗੇ ਹੈ ਨਹੀਂ, ਪਏ ਹੈ। ਮਤਲਬ ਜਿੱਦਾਂ ਨਾ ਉਹ
ਜਲੇਬੀਆਂ ਪਈਆਂ ਹੁੰਦੀਆਂ, ਸਮੋਸੇ ਪਏ ਹੁੰਦੇ, ਬੰਦੇ ਵੀ ਪਏ ਹੈ। ਜਿੱਦਾਂ ਰੱਬ ਨੇ ਨਾ ਇੱਕ ਨੁਮਾਇਸ਼ ਹੀ ਲਾਈ ਹੋਈ ਆ, ਦੇਖ ਏਦਾਂ ਦੇ ਬੰਦੇ ਰੱਖ ਦਿੱਤੇ ਇੱਥੇ ਕਿ ਇਹਨਾਂ ਨੂੰ ਦੇਖ ਕੇ ਹੱਸ ਲਿਆ ਕਰੋ। ਬਿਲਕੁਲ ਇਹ ਲੁਕਿਆ ਹੋਇਆ ਹਿਊਮਰ ਹੈ ਜਿਹੜਾ ਹਨੇਰੇ ਨੂੰ ਹੋਰ ਹਨੇਰਾ ਕਰਦਾ। ਫਿਰ ਉਹਨੂੰ ਲੱਗੇ ਪਿੱਛੇ ਕੋਈ ਆਉਂਦਾ ਪਿਆ, ਉਹਨੇ ਮੁੜ ਕੇ ਦੇਖਿਆ ਹੈ ਨਹੀਂ। ਕਿਉਂ ਲੱਗਦਾ ਪਿਆ ਹੈ? ਕੋਈ ਜਵਾਬ ਨਹੀਂ। ਫਿਰ ਉਹ ਫਿਰ ਇਹ ਰਿਡਲ ਹੈ। ਫਿਰ ਮੈਂ ਉਹ ਕੰਡੇ ਦੀ ਗੱਲ ਕੀਤੀ, ਵੀ ਕੰਡੇ ਦੀ ਦਰਦ ਇੱਦਾਂ ਦੀ ਕਿਉਂ ਹੁੰਦੀ ਹੈ ਕਿ ਅੱਖਾਂ 'ਚ ਪਾਣੀ ਆ ਜਾਂਦਾ? ਕੋਈ ਜਵਾਬ ਨਹੀਂ। ਪਰ ਇਹ ਸਾਰੀਆਂ ਬੁਝਾਰਤਾਂ, ਸਾਰੀਆਂ ਰਿਡਲਸ ਕਰਦੀਆਂ ਕੀ ਹੈ ਕਿ ਜਿਹੜਾ ਓਪਰਾਪਨ ਹੈ ਨਾ ਅਹਿਸਾਸ ਦਾ, ਇਹ ਉਸ ਨੂੰ ਹੋਰ ਡੂੰਘਾ ਬਣਾਉਂਦੀਆਂ ਪਈਆਂ। ਇੰਨੀਆਂ ਸਾਰੀਆਂ ਬੁਝਾਰਤਾਂ ਇੱਕ ਚੈਪਟਰ 'ਚ ਪਾ ਦੇਣਾ, ਇਹ ਕੋਈ ਵੱਡਾ ਕਲਾਕਾਰੀ ਕਰ ਸਕਦਾ, ਛੋਟੇ ਦੇ ਵੱਸ ਦੀ ਗੱਲ ਨਹੀਂ। ਦੂਸਰੀ ਗੱਲ ਹੈ ਕਿ ਰਿਡਲਸ ਦਾ ਮਤਲਬ ਹੈ ਕਿ ਸਾਨੂੰ ਜਵਾਬ ਨਹੀਂ ਮਿਲਦੇ ਪਏ, ਅਸੀਂ ਗਵਾਚ ਗਏ, ਕਿਉਂਕਿ ਗੁੰਮ ਹੋ ਜਾਣਾ ਹੀ ਦਰਅਸਲ ਇਸ ਦੇ ਕੇਂਦਰ ਦੇ ਵਿੱਚ ਪਿਆ ਹੋਇਆ। ਫਿਰ ਇਹ ਸੈਂਟੈਂਸ ਦੇਖੋ ਬਹੁਤ ਹੌਂਟਿੰਗ ਹੈ ਜਿਹੜੇ ਰਸਿਆਂ ਦੇ ਬਾਰੇ, ਵੀ ਘਰ ਤਾਈਂ ਅਪੜਨ ਲਈ ਕਿਸੇ ਪਾਸਿਓਂ ਰਾਹ ਨਹੀਂ ਸੀ ਦਿਸਿਆ। ਤੁਸੀਂ ਇਸ ਨੂੰ ਲਿਖ ਕੇ ਕੰਧ ਤੇ ਲਾ ਲਓ ਤੇ ਆਂਦੇ ਜਾਂਦੇ ਨੂੰ ਪੜ੍ਹ ਲਿਆ ਕਰੋ, ਤੁਸੀਂ ਦੇਖਿਓ ਵੀ ਇਸ ਦੇ ਅਰਥ ਕਿੱਦਾਂ ਖੁੱਲਦੇ। ਉਹ ਕਿਹੜਾ ਘਰ ਹੈ ਜਿੱਥੇ ਅਸੀਂ ਜਾਣਾ ਚਾਹੁੰਦੇ ਪਰ ਉੱਥੇ ਜਾਣ ਦੇ ਲਈ ਰਾਹ ਨਹੀਂ ਦਿਸਦੀ ਪਈ? ਇਹ ਸਾਡੇ ਸਾਰਿਆਂ ਨਾਲ ਹੁੰਦਾ ਹੈ। ਅਸੀਂ ਸਭ ਨੇ ਕਿਸੇ ਘਰ ਜਾਣਾ, ਪਰ ਰਾਹ ਨਹੀਂ ਹੈਗੀ, ਜਾਂ ਬਣਾਵਾਂਗੇ ਜਾਂ ਭੁਲੇਖੇ 'ਚ ਰਹਾਂਗੇ ਵੀ ਇਹ ਰਾਹ ਹੈਗੀ ਆ, ਉਹ ਜਾਂਦੀ ਨਹੀਂ, ਤੁਰੇ ਰਹਾਂਗੇ, ਬਾਅਦ ਸਮਝ ਆਏਗੀ ਇਹ ਤਾਂ ਰਾਹ ਜਾਂਦੀ ਨਹੀਂ ਸੀ ਉੱਥੇ। ਹੋ ਸਕਦਾ ਕਿ ਅਸੀਂ ਜਦੋਂ ਘਰ ਪਹੁੰਚ ਜਾਈਏ ਤਾਂ ਪਤਾ ਲੱਗੇ ਘਰ ਤਾਂ ਹੁੰਦਾ ਹੀ ਨਹੀਂ, ਭੁਲੇਖੇ ਜੀ ਆ ਗਏ ਵੀ ਘਰ ਹੁੰਦਾ ਹੋਊਗਾ ਕੋਈ, ਫਿਰ ਉਹਨੇ ਗੱਲ ਛੱਡ ਦਿੱਤੀ। ਫਿਰ ਹੈ ਹੁਣ ਗੱਲ ਕਿ ਜੇ ਇਹ ਰੀਅਲਿਜ਼ਮ ਦਾ ਨਾਵਲ ਹੈ ਤਾਂ ਇਹਦੇ 'ਚ ਅਗਿਆਤ ਇੰਨਾ ਜ਼ਿਆਦਾ ਕਿਉਂ ਹੈ? ਕਿ ਗੁਰਦਿਆਲ ਸਿੰਘ ਨੇ ਰੀਅਲਿਜ਼ਮ ਦੇ ਸਾਰੀ ਦੀ ਸਾਰੀ ਧਾਰਨਾ ਨੂੰ, ਸਾਰੀ ਦੀ ਸਾਰੀ ਪਰੰਪਰਾ ਨੂੰ ਢਾਹ ਨਹੀਂ ਕਰ ਦਿੱਤਾ? ਕਿ ਰੀਅਲਿਜ਼ਮ ਉਹ ਨਹੀਂ ਹੁੰਦਾ ਜਿਹੜਾ ਇੱਕ ਖਾਸ ਤਰ੍ਹਾਂ ਦੀ ਵਿਚਾਰਧਾਰਾ ਦੇ ਵਿੱਚ ਸੀਮਿਤ ਕਰਕੇ ਬੰਨ੍ਹ ਦਿੱਤਾ ਗਿਆ। ਨਹੀਂ, ਜੇ ਰੀਅਲਿਜ਼ਮ ਰਿਐਲਿਟੀ ਨਾਲ ਡੀਲ ਕਰਦਾ ਤਾਂ ਰਿਐਲਿਟੀ ਤੁਸੀਂ ਤੇ ਮੈਂ ਤਾਂ ਨਹੀਂ ਕਰ ਸਕਦੇ। ਅਸੀਂ ਐਡੇ ਵੱਡੇ ਨਹੀਂ ਹੋਏ ਕਿ ਸਾਰੀ ਰਿਐਲਿਟੀ ਅਸੀਂ ਲਿਖ ਕੇ ਦੇਤੀ ਹੈ, ਕਿਸੇ ਨੇ ਵਿਦਵਾਨ ਨੇ ਲਿਖ ਕੇ ਦੇਤੀ। 19ਵੀਂ ਸ਼ਤਾਬਦੀ 18ਵੀਂ ਸ਼ਤਾਬਦੀ ਦੀ ਰਿਐਲਿਟੀ ਹੁੰਦੀ ਤਾਂ ਇਹੀ ਹੁੰਦੀ ਹੈ, ਕਿਉਂਕਿ ਸਾਨੂੰ ਕਿਸੇ ਨੇ ਪੜ੍ਹਾਤੀ ਕਿਤਾਬਾਂ 'ਚ ਨਾ। ਜੋ ਵੀ ਰਿਐਲਿਟੀ ਹੈ ਆਖਰਕਾਰ ਉਹ ਰਹਿੰਦੀ ਅਗਿਆਤ ਹੀ ਹੈ। ਔਰ ਜੇ ਅਸੀਂ ਮੰਨ ਲੈਂਦੇ ਕਿ ਮੈਨੂੰ ਪਤਾ ਰਿਐਲਿਟੀ ਕੀ ਹੈ, ਤਾਂ ਉੱਥੋਂ ਸਾਰਾ ਫਨੈਟਿਸਿਜ਼ਮ, ਉੱਥੋਂ ਸਾਰਾ ਫੰਡਾਮੈਂਟਲਿਜ਼ਮ, ਉੱਥੋਂ ਸਾਰਾ ਫਾਸਿਜ਼ਮ ਸ਼ੁਰੂ ਹੁੰਦਾ। ਫਿਰ ਟਾਈਟਲ ਦੇਖੋ, ਅੰਗਰੇਜ਼ੀ ਦਾ ਟਾਈਟਲ ਦਾ ਕੀ ਕੀਤਾ? ਨਾਈਟ ਆਫ ਦੀ ਹਾਫ ਮੂਨ। ਗੁਰਦਿਆਲ ਦਾ ਤਾਂ ਨਾਵਲ ਹੈ ਹੀ ਨਹੀਂ, ਇਹ ਟਾਈਟਲ ਹੈ ਹੀ ਨਹੀਂ। ਅੱਧ ਚਾਨਣੀ ਰਾਤ ਹੈ, ਅੱਧ ਚੰਦ ਦੀ ਰਾਤ ਤਾਂ ਉਹਨੇ ਕਿਹਾ ਨਹੀਂ। ਅੱਧ ਚਾਨਣੀ ਕਿੱਥੇ ਹੁੰਦੀ ਮੈਨੂੰ ਦਿਖਾਓ। ਗੁਰਦਿਆਲ ਸਿੰਘ ਨੂੰ ਗਲਤੀ ਲੱਗ ਗਈ ਵੀ ਟਾਈਟਲ ਗਲਤ ਬਣਾਤਾ। ਇਹ ਹੁੰਦਾ ਕਦੀ ਵੀ ਚਾਨਣੀ ਹੋਵੇ ਵੀ ਪਰ ਅੱਧੀ ਹੋਵੇ ਤੇ ਪੂਰੀ ਨਾ ਹੋਵੇ? ਟ੍ਰਾਂਸਲੇਸ਼ਨ ਹੋਈ ਨਹੀਂ ਸਕਦੀ ਇਹਦੀ। ਜੇ ਹੋਣੀ ਸੀ ਤਾਂ ਜਾਂ ਤਾਂ ਵੇ ਹੁੰਦੀ ਨਾਈਟ ਆਫ ਦਾ ਹਾਫ ਮੂਨ ਲਾਈਟ। ਹਾਫ ਮੂਨ ਥੋੜੀ ਹੈ, ਚੰਦਰਮਾ ਹੈਗਾ ਜ਼ਰੂਰ, ਲੇਕਿਨ ਟਾਈਟਲ 'ਚ ਤਾਂ ਚਾਨਣੀ ਹੈ। ਉਹ ਕੈਸੀ ਚਾਨਣੀ ਹੈ? ਇੱਕ ਤਾਂ ਦੇਖੋ ਚਾਨਣੀ, ਜਿਵੇਂ ਮੈਂ ਚੰਦਰਮਾ ਦੀ ਗੱਲ ਕੀਤੀ, ਇਹ ਸਾਡੇ ਅਵਚੇਤਨ ਮਨ ਦਾ ਦੇਵਤਾ ਮੰਨਿਆ ਗਿਆ ਹੈ। ਓਕੇ, ਚੰਦਰਮਾ ਦੇ ਰਾਜ ਦੇ ਵਿੱਚ ਪਰੀਆਂ ਦਾ ਨਾਚ ਹੁੰਦਾ ਹੈ, ਪ੍ਰੇਤ ਆਉਂਦੇ ਆ, ਪਾਗਲਪਨ ਵੀ ਆਉਂਦਾ, ਸ਼ਾਇਰੀ ਵੀ ਹੁੰਦੀ ਹੈ, ਇਸ਼ਕ ਵੀ ਹੁੰਦਾ ਹੈ। ਪਰ ਉਸ ਚਾਨਣੀ ਦਾ ਫੈਲਾ ਅੱਧਾ ਹੈ ਤਾਂ ਬਾਕੀ 'ਚ ਕੀ ਹੁੰਦਾ? ਜਿਸ ਦਾ ਮਤਲਬ ਹੈ ਕਿ ਜੇ ਅਸੀਂ ਕਹਿੰਦੇ ਹਾਂ ਕਿ ਚੰਦਰਮਾ ਦੀ ਦੁਨੀਆ ਸੂਰਜ ਦੀ ਦੁਨੀਆ ਦਾ ਦੂਜਾ ਅੱਧ ਹੈ, ਤਾਂ ਉਹਦਾ ਇੱਕ ਐਸਾ ਅੱਧ ਹੈ ਜਿਹੜਾ ਸਾਨੂੰ ਪਤਾ ਹੀ ਨਹੀਂ ਕਿੱਥੇ ਹੈ, ਉਹ ਅਗਿਆਤ ਹੈ, ਔਰ ਟਾਈਟਲ 'ਚ ਪਿਆ ਹੋਇਆ। ਪਰ ਸਮੱਸਿਆ ਫਿਰ ਉੱਥੇ ਆ ਜਾਂਦੀ ਕਿ ਅਸੀਂ ਜਦੋਂ ਟਾਈਟਲ ਪੜ੍ਹਦੇ ਹਾਂ ਤਾਂ ਅਸੀਂ ਫਟਾਫਟ ਪੜ੍ਹ ਕੇ ਅੱਗੇ ਭੱਜ ਜਾਂਦੇ, ਅਸੀਂ ਦੇਖਦੇ ਨਹੀਂ ਵੀ ਕੀ ਹੈ। ਚੰਗਾ ਸਾਹਿਤ ਉਹ ਹੁੰਦਾ ਜਿਹੜਾ ਤੁਹਾਨੂੰ ਬਾਰ-ਬਾਰ ਕਹਿੰਦਾ ਕਿ ਬਹਿ ਜਾ, ਆਰਾਮ ਨਾਲ ਪੜ੍ਹ, ਕਾਹਲਾ ਨਾ ਪੈ। ਕਿਤਾਬਾਂ ਮੁਕਾਉਣ ਲਈ ਨਹੀਂ ਹੁੰਦੀਆਂ, ਗੁੰਮ ਹੋਣ ਲਈ ਹੁੰਦੀਆਂ। ਤੇ ਹੁਣ ਦੇ ਵਿੱਚੋਂ ਇੱਕ ਹੈ, ਇਹਦੇ ਬਾਰੇ ਨਾ ਆਪਾਂ ਇੱਥੇ ਗੱਲ ਖਤਮ ਕਰਦੇ ਹਾਂ ਕਿ ਹੈਮਿੰਗਵੇ ਦੀ ਇੱਕ ਥਿਊਰੀ ਸੀ, ਉਹਨੂੰ ਅਸੀਂ ਕਹਿੰਦੇ ਹੁੰਦੇ ਆਈਸਬਰਗ ਥਿਊਰੀ। ਆਈਸਬਰਗ ਬਾਰੇ ਅਸੀਂ ਕਹਿੰਦੇ ਹਾਂ ਕਿ ਇਸ ਦਾ 1/10 ਨਜ਼ਰ ਆਉਂਦਾ ਤੇ ਬਾਕੀ ਲੁਕਿਆ ਹੁੰਦਾ। ਉਹ ਕਹਿੰਦਾ ਸੀ ਕਿ ਮੈਂ ਕਹਾਣੀ ਲਿਖਦਾ ਕਿੱਦਾਂ, ਇਹ ਕਹਾਣੀ ਲਿਖ ਲਈ, ਜਿਸ ਚੀਜ਼ ਦੇ ਬਾਰੇ ਕਹਾਣੀ ਹੈ ਉਹ ਸਾਰੀ ਦੀ ਸਾਰੀ ਚੀਜ਼ ਮੈਂ ਕਹਾਣੀ ਦੇ ਵਿੱਚੋਂ ਡਿਲੀਟ ਹੀ ਕਰ ਦੇਣੀ, ਹੁਣ ਜੋ ਬਾਕੀ ਰਹਿ ਗਿਆ ਉਹ ਤੁਹਾਨੂੰ ਦੇ ਦੇਣੀ ਹੈ। ਲੱਭੋ, ਸੋਚੋ, ਬਣਾਓ, ਕੀ ਹੁੰਦਾ ਪਿਆ, ਇਹ ਮਿਸਟਰੀ। ਸੋ ਸੋਚਿਓ ਵੀ ਇਹ ਗੱਲ ਹੋ ਸਕਦੀ ਹੈ।
ਤੇ ਆਖਰੀ ਸਵਾਲ ਹੈ ਜਿਹੜਾ ਮੈਂ ਆਪਣੇ ਆਪ ਨੂੰ ਵੀ ਕੀਤਾ ਤੇ ਮੈਨੂੰ ਤਾਂ ਠੀਕ ਲੱਗਾ ਕਿ ਨੋਵੈਲਾ ਦਾ ਪਹਿਲਾ ਚੈਪਟਰ ਅਗਰ ਅਸੀਂ ਭੁੱਲ ਜਾਈਏ ਕਿ ਇਹ ਪਹਿਲਾ ਚੈਪਟਰ ਹੈ, ਅਗਰ ਅਸੀਂ ਸਿਰਫ ਇਹ ਮੰਨ ਕੇ ਚੱਲੀਏ ਕਿ ਇੱਕ ਕਹਾਣੀ ਹੈ ਤੇ ਜਿੱਥੇ ਚੈਪਟਰ ਮੁੱਕਿਆ ਕਹਾਣੀ ਮੁੱਕ ਗਈ, ਉਸ ਤੋਂ ਪਿੱਛੇ ਹੈ ਹੀ ਕੁਝ ਨਹੀਂ, ਫਿਰ ਇਹਨੂੰ ਪੜ੍ਹ ਕੇ ਦੇਖਿਓ ਕਿ ਇਹ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ। ਮੈਨੂੰ ਤਾਂ ਲੱਗਦਾ ਹੈ ਕਿ ਪਹਿਲਾ ਚੈਪਟਰ ਹੀ ਆਪਣੇ ਆਪ ਦੇ ਵਿੱਚ ਸੰਪੂਰਨ ਹੈ। ਹੋ ਸਕਦਾ ਕਈ ਵਾਰੀ ਕਿ ਲੇਖਕ ਦੇ ਆਪਣੇ ਫੈਸਲੇ ਹੁੰਦੇ, ਲੇਕਿਨ ਜਦੋਂ ਉਹ ਉੱਠ ਕੇ ਖੇਤਾਂ ਵੱਲ ਨੂੰ ਤੁਰ ਪੈਂਦਾ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਉਹਨੇ ਖੇਤਾਂ 'ਚ ਪਹੁੰਚਣਾ ਵੀ ਹੈ, ਕਹਾਣੀ ਇੱਦਾਂ ਮੁੱਕਦੀਆਂ ਹੁੰਦੀ ਹੈ। ਇੱਕ ਓਪਨ ਐਂਡਡ ਟੈਕਸਟ ਹੈ। ਸੋ ਇਸ ਲਈ ਮੇਰੇ ਲਈ ਇਹ ਇੱਕ ਪੂਰੀ ਦੀ ਪੂਰੀ ਸ਼ਾਰਟ ਸਟੋਰੀ ਹੈ। ਮੈਨੂੰ ਲੱਗਿਆ ਵੀ ਇਹਦੇ 'ਚ ਹੀ ਇੰਨਾ ਕੁਛ ਹੈ ਵੀ ਹੋਰ ਕਿੱਥੇ ਜਾਣਾ। ਐਨੀਵੇ ਥੈਂਕ ਯੂ।